ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗੁਰਮਤਿ ਕਲਾਸ ਵਿੱਚ। ਆਪ ਸਭ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 32 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 33ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਜਪਜੀ ਸਾਹਿਬ ਜੀ ਦੇ ਅੰਦਰ ਮਨੁੱਖ ਮਾਤਰ ਨੂੰ ਇੱਕ ਗੋਲ ਦਿੱਤਾ ਗਿਆ ਹੈ ਤੇ ਉਹ ਗੋਲ ਹੈ ਸਚਿਆਰ ਹੋਣ ਦਾ, ਕਿ ਹਰ ਮਨੁੱਖ ਸਚਿਆਰ ਕਿਵੇਂ ਹੋਵੇ। ਕਿਉਂਕਿ ਕੂੜ ਕਰਕੇ, ਝੂਠ ਕਰਕੇ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੇ, ਸਾਡੀਆਂ ਆਪਸੀ ਦੂਰੀਆਂ ਨੇ, ਸਮਾਜਿਕ ਦੂਰੀਆਂ ਨੇ, ਦੇਸ਼ਾਂ ਦੀਆਂ ਦੂਰੀਆਂ ਨੇ, ਪਰਿਵਾਰਾਂ ਦੇ ਵਿੱਚ ਦੂਰੀਆਂ ਵੱਧ ਰਹੀਆਂ ਨੇ, ਮਿੱਤਰਾਂ ਵਿੱਚ ਦੂਰੀਆਂ ਵੱਧ ਰਹੀਆਂ ਨੇ, ਤੇ ਰੱਬ ਦੇ ਨਾਲੋਂ ਤਾਂ ਦੂਰੀ ਵੱਧ ਗਈ ਹੋਈ ਹੈ। ਸਿਰਫ ਕੂੜ ਕਰਕੇ, ਝੂਠ ਕਰਕੇ, ਝੂਠ ਦੀ ਦੀਵਾਰ ਹੈ। ਇਸ ਕੂੜ ਦੀ ਦੀਵਾਰ ਨੂੰ ਤੋੜ ਕੇ ਸਚਿਆਰ ਕਿਵੇਂ ਹੋਣਾ ਹੈ, ਮਨ, ਬਚਨ ਔਰ ਕਰਮ ਕਰਕੇ ਸੱਚੇ ਕਿਵੇਂ ਹੋਣਾ ਹੈ, ਇਹ ਮਨੁੱਖ ਦੀ ਸਮੱਸਿਆ ਹੈ ਜਾਂ ਮਨੁੱਖ ਦਾ ਗੋਲ ਹੈ। ਤੇ ਮਨੁੱਖ ਨੇ ਇਹਦੇ ਵਾਸਤੇ ਯਤਨ ਵੀ ਕੀਤੇ ਨੇ, ਬਹੁਤ ਯਤਨ ਕੀਤੇ ਗਏ ਨੇ। ਜਿਵੇਂ ਕਿਸੇ ਨੇ ਦੱਸਿਆ, ਇਹਨੇ ਸੁਣਿਆ, ਯਤਨ ਕਰਨ ਦੀ ਟਰਾਈ ਕੀਤੀ, ਪਰ ਮਨੁੱਖ ਉਹਨਾਂ ਯਤਨਾਂ ਨਾਲ ਸਚਿਆਰ ਨਹੀਂ ਹੋਇਆ। ਨਾ ਸਮਾਜ ਵਿੱਚ ਸ਼ਾਂਤੀ ਆਈ, ਚਾਹੇ ਉਹ ਵਰਤ ਰੱਖਣੇ ਸਨ, ਚਾਹੇ ਉਹ ਤੀਰਥ ਯਾਤਰਾ ਸਨ, ਚਾਹੇ ਚਲਾਕੀਆਂ ਸਨ, ਚਾਹੇ ਤ੍ਰਿਸ਼ਨਾ ਦੇ ਅਧੀਨ ਰਿਹਾ ਪਦਾਰਥਾਂ ਦੇ ਇਕੱਠ ਕਰਨਾ ਸੀ, ਜਾਂ ਸਮਾਧੀਆਂ ਵਗੈਰਾ ਲਾਣੀਆਂ ਸਨ। ਤਾਂ ਗੁਰੂ ਜੀ ਨੇ ਫਿਰ ਸਵਾਲ ਕੀਤਾ ਹੈ ਕਿ ਕਿਉਂ ਸਚਿਆਰਾ ਹੋਈ ਹੈ, ਤੇ ਨਾਲ ਉੱਤਰ ਇੱਕ ਹੀ ਦਿੱਤਾ ਹੈ, ਇੱਕੋ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਰਜ਼ਾ ਦੇ ਵਿੱਚ ਤੁਰਨਾ, ਭਾਣੇ ਵਿੱਚ ਤੁਰਨਾ, ਇਹੋ ਹੀ ਇੱਕੋ ਇੱਕ ਨਿਯਮ ਹੈ, ਇਹੀ ਇੱਕ ਸਾਧਨ ਹੈ ਕਿ ਅਸੀਂ ਸਚਿਆਰ ਹੋ ਸਕਦੇ ਹਾਂ, ਕੇਵਲ ਰੱਬੀ ਰਜ਼ਾ ਔਰ ਭਾਣੇ ਦੇ ਵਿੱਚ ਤੁਰ ਕੇ। ਤੇ ਯਾਦ ਰੱਖਣਾ, ਸਚਿਆਰ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਸੱਚਾ ਇਨਸਾਨ, ਜਿਸ ਦੀ ਭਾਵਨਾ ਸੱਚੀ ਹੈ, ਜਿਸ ਦਾ ਇਰਾਦਾ ਸੱਚਾ ਹੈ, ਪਰ ਉਪਕਾਰ ਵਾਲਾ ਹੈ। ਕੱਲ ਅਸੀਂ ਵਿਚਾਰ ਕੀਤਾ ਸੀ, ਇੱਕ ਦੂ ਜੀਭੋਂ ਲੱਖ ਹੋਵੇਂ, ਲੱਖ ਹੋਵੇਂ ਲੱਖ ਵੀਸ, ਕਿ ਲੱਖਾਂ ਲੱਖਾਂ ਵਾਰੀ ਵੀ ਜੇ ਮੈਂ ਆਪਣੀ ਹਉਮੈ ਦੇ ਤਲ ਦੇ ਉੱਤੇ ਕਹੀ ਜਾਵਾਂ ਇੱਕ ਨਾਮ ਨੂੰ, ਤਾਂ ਉਹਦੇ ਨਾਲ ਵੀ ਮੈਂ ਪ੍ਰਭੂ ਦੇ ਨਾਲ ਇੱਕ ਸੁਰਤਾ ਹਾਸਲ ਨਹੀਂ ਕਰ ਸਕਦਾ। ਸਗੋਂ ਇਸ ਰਾਹ ਦੇ ਵਿੱਚ ਜੋ ਪੌੜੀਆਂ ਨੇ ਪਤੀ ਦੇ ਨਾਲ ਮਿਲਾਪ ਦੀਆਂ, ਮਿਲਾਪ ਦੇ ਨਾਲ ਜੋ ਰਾਸਤਾ ਹੈ, ਇਹਨਾਂ ਪੌੜੀਆਂ ਤੇ ਚੜ੍ਹਿਆ ਕਿਵੇਂ ਜਾ ਸਕਦਾ ਹੈ? ਚੜ੍ਹੀਏ ਹੋਏ 21, 21 ਦਾ ਮਤਲਬ ਇੱਕਮਿਕ ਹੋ ਕੇ, ਆਪਣੀ ਹਉਮੈ ਨੂੰ ਗਵਾ ਕੇ, ਆਪਣੇ ਆਪੇ ਨੂੰ ਗਵਾ ਕੇ, ਆਪਣੀ ਮੱਤ ਨੂੰ ਛੱਡ ਕੇ, ਰੱਬੀ ਰਜ਼ਾ ਦੇ ਵਿੱਚ ਰਾਜੀ ਹੋ ਕੇ ਹੀ ਉਸ ਪ੍ਰਭੂ ਦੇ ਨਾਲ ਮਿਲਿਆ ਜਾ ਸਕਦਾ ਹੈ। ਇਹਦੀ ਵਿਸਤਾਰ ਪੂਰਵਕ ਅਸੀਂ ਕੱਲ ਵਿਚਾਰ ਕੀਤੀ ਸੀ। ਗੁਰੂ ਜੀ ਕਹਿੰਦੇ ਨੇ, ਨਾਨਕ ਨਦਰੀ ਪਾਈ ਹੈ, ਕੂੜੀ ਕੂੜੇ ਠੀਸ। ਯਾਨੀ ਰੱਬੀ ਰਜ਼ਾ, ਰੱਬ ਦੀ ਰਹਿਮਤ ਕਿਹਦੇ ਤੇ ਹੁੰਦੀ? ਰੱਬ ਦੀ ਰਹਿਮਤ ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ। ਤੇ ਉਸ ਰਹਿਮਤ ਦੇ ਪਾਤਰ ਬਣਨ ਤੋਂ ਬਿਨਾਂ ਜੇ ਕੋਈ ਆਪਣੇ ਯਤਨਾਂ ਦੇ ਨਾਲ ਪਾਣਾ ਚਾਹੇ, ਜਾਂ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਹੋਰ ਕੋਈ ਸਾਧਨ ਦੱਸੇ ਕਿ ਹੋਰ ਵੀ ਕੋਈ ਸਾਧਨ ਹੈ ਰੱਬੀ ਰਜ਼ਾ ਤੋਂ ਬਿਨਾਂ ਵੀ ਮੈਂ ਪਾ ਸਕਣਾ, ਤਾਂ ਗੁਰੂ ਜੀ ਕਹਿੰਦੇ ਨੇ ਝੂਠੇ ਬੰਦੇ ਦੀ ਝੂਠੀ ਗੱਪ ਹੋਈ, ਇੱਕ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੋਏਗਾ। ਤਾਂ ਇਹਦਾ ਮਤਲਬ ਰਜ਼ਾ ਦੇ ਵਿੱਚ ਤੁਰ ਕੇ ਹੀ ਅਸੀਂ ਸਚਿਆਰ ਹੋ ਸਕਦੇ ਹਾਂ। ਆਓ ਅਗਲੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਆਖਣ ਜੋਰ, ਚੁੱਪੈ ਨਹਿ ਜੋਰ। ਆਖਣ ਦਾ ਮਤਲਬ ਆਖਣ ਵਿੱਚ, ਜ਼ੋਰ ਦਾ ਮਤਲਬ ਤਾਕਤ। ਸਾਡੀ ਕਹਿਣ ਵਿੱਚ ਤਾਕਤ ਨਹੀਂ ਹੈ। ਯਾਨੀ ਜੇ ਅਸੀਂ ਚਾਹੀਏ ਕਿ ਆਪਣੀ ਤਾਕਤ ਦੇ ਨਾਲ ਅਸੀਂ ਕੁਝ ਕਹਿ ਸਕੀਏ ਔਰ ਉਹ ਸਾਡਾ ਕਿਹਾ ਹੋਇਆ ਸੱਚਾ ਹੋ ਜਾਏ, ਜਾਂ ਆਖਣ ਦੇ ਵਿੱਚ ਜ਼ੋਰ ਦਾ ਮਤਲਬ ਸਾਡੀ ਤਾਕਤ ਹੈ ਨਹੀਂ ਕਹਿਣ ਦੇ ਵਿੱਚ, ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਆਖਣ ਵਿੱਚ ਜ਼ੋਰ ਕਿਵੇਂ ਨਹੀਂ? ਅਸੀਂ ਕਹਿ ਸਕਦੇ ਹਾਂ, ਬਹੁਤ ਕੁਝ ਕਹਿ ਰਹੇ ਹਾਂ, ਮੈਂ ਆਪਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਤੁਸੀਂ ਮੇਰੇ ਨਾਲ ਕਰ ਰਹੇ ਹੋ, ਕਿੰਨਾ ਕੁਝ ਬੰਦਾ ਕਹਿ ਰਿਹਾ ਹੈ, ਕਿੰਨਾ ਕੁਝ ਬੰਦਾ ਲਿਖ ਰਿਹਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੋਲ ਹੀ ਨਹੀਂ ਸਕਦੇ।
ਅਸੀਂ ਕਹਿ ਹੀ ਨਹੀਂ ਸਕਦੇ। ਲੇਕਿਨ ਅਸੀਂ ਕੁਝ ਐਸਾ ਕਹਿ ਸਕਦੇ ਹਾਂ ਕਿ ਜੋ ਸਿਸਟਮ ਤੋਂ ਬਾਹਰ ਵੀ ਹੋ ਸਕਦਾ ਹੋਵੇ। ਕਹਿ ਕੇ ਦੇਖ ਲਓ, ਹੋਏਗਾ ਨਹੀਂ, ਹੋਏਗਾ ਉਹ ਜੋ ਸਿਸਟਮ ਦੇ ਵਿੱਚ ਹੈ, ਜੋ ਰਜਾ ਦੇ ਵਿੱਚ ਹੈ, ਜੋ ਭਾਣੇ ਦੇ ਵਿੱਚ ਹੈ। ਉਸ ਤੋਂ ਬਾਹਰ ਕਹਿਣ ਵਿੱਚ ਕੋਈ ਸਾਡਾ ਜ਼ੋਰ ਨਹੀਂ। ਕਹੀ ਜਾਓਗੇ, ਮੈਂ ਕਹੀ ਜਾਵਾਂਗਾ ਤਾਂ ਉਹ ਹਵਾਈ ਗੱਲਾਂ ਹੋਣਗੀਆਂ, ਉਹਨਾਂ ਦੇ ਕਹਿਣ ਦਾ ਕੋਈ ਲਾਭ ਨਹੀਂ ਹੋਏਗਾ। ਔਰ ਜੇ ਕੋਈ ਕਹੇ ਕਿ ਮੈਂ ਕਹਿ ਸਕਦਾ ਹੁਕਮ ਤੋਂ ਬਾਹਰ, ਤਾਂ ਐਸਾ ਕੁਝ ਨਹੀਂ ਹੈ। ਕੋਈ ਵੀ ਨਹੀਂ ਕਹਿ ਸਕੇਗਾ। ਕਹਿਣ ਦੇ ਵਿੱਚ ਕੋਈ ਜ਼ੋਰ ਨਹੀਂ, ਕੋਈ ਤਾਕਤ ਨਹੀਂ। ਅਸੀਂ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਕਹਿ ਸਕਦੇ। ਜੇ ਅਸੀਂ ਵੇਖੀਏ ਕਿ ਜੋ ਮੈਂ ਬੋਲ ਰਿਹਾ ਹਾਂ ਤਾਂ ਇਹ ਰੱਬੀ ਰਜ਼ਾ ਵਿੱਚ ਹੀ ਬੋਲ ਰਿਹਾ ਨਾ। ਜੇ ਸਿਸਟਮ ਹੈ ਬੋਲਣ ਦਾ ਤਾਂ ਉਹ ਸਿਸਟਮ ਅਨੁਸਾਰ ਮੈਂ ਬੋਲ ਰਿਹਾ। ਜੇ ਮੇਰੀ ਤਰ੍ਹਾਂ ਜਾਂ ਬੰਦੇ, ਕਿਸੇ ਵੀ ਬੰਦੇ ਦੀ ਤਰ੍ਹਾਂ ਕੋਈ ਪਸ਼ੂ ਗੱਲਾਂ ਕਰਨੀਆਂ ਚਾਹਣ ਤਾਂ ਉਹ ਗੱਲਾਂ ਨਹੀਂ ਕਰ ਪਾਣਗੇ। ਰੀਜ਼ਨ ਕਿ ਸਿਸਟਮ ਹੀ ਨਹੀਂ ਹੈ। ਕੁਦਰਤ ਨੇ ਉਹਨਾਂ ਨੂੰ ਐਸਾ ਸਿਸਟਮ ਨਹੀਂ ਦਿੱਤਾ ਜਿਸ ਦੇ ਨਾਲ ਉਹ ਸਾਡੀ ਤਰ੍ਹਾਂ ਬੋਲ ਸਕਣ। ਤਾਂ ਜੋ ਰੱਬੀ ਰਜ਼ਾ ਹੈ, ਭਾਣਾ ਹੈ, ਲਾ ਆਫ ਨੇਚਰ ਹੈ, ਕੁਦਰਤ ਦੇ ਨਿਯਮ ਨੇ, ਰੱਬੀ ਨਿਯਮਾਵਲੀ ਹੈ, ਉਹਨਾਂ ਤੋਂ ਬਾਹਰ ਕਹਿਣ ਵਿੱਚ ਕੋਈ ਜ਼ੋਰ ਨਹੀਂ ਹੈ, ਕੋਈ ਤਾਕਤ ਨਹੀਂ। ਔਰ ਨਾ ਹੀ ਆਪਣੇ ਜ਼ੋਰ ਦੇ ਨਾਲ ਅਸੀਂ ਕੁਝ ਕਹਿ ਸਕਦੇ ਹਾਂ। ਭਾਵ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਕਹਿ ਸਕਦੇ। ਜਿਵੇਂ ਆਪਾਂ ਨਿੱਕੀਆਂ ਨਿੱਕੀਆਂ ਮਿਸਾਲਾਂ ਰੋਜ਼ ਲੈਂਦੇ ਹਾਂ। ਕੀ ਮੈਂ ਕਹਿ ਸਕਣਾ ਐਸਾ ਕਿ ਕੋਈ ਬੰਦਾ ਪਾਣੀ ਦੇ ਵਿੱਚ ਮੱਛੀਆਂ ਦੀ ਤਰ੍ਹਾਂ ਰਹਿ ਸਕਦਾ ਹੈ ਬਿਨਾਂ ਕਿਸੇ ਸਾਧਨ ਤੋਂ? ਕਹਿ ਤੇ ਮੈਂ ਦਿਆਂਗਾ ਬੰਦਾ ਰਹਿ ਸਕਦਾ ਹੈ, ਲੇਕਿਨ ਉਹ ਹਾਸੋਹੀਣੀ ਗੱਲ ਹੋਏਗੀ ਨਾ, ਕਿਉਂਕਿ ਅਸੀਂ ਕਹਿ ਨਹੀਂ ਸਕਦੇ ਐਸਾ ਕੁਝ, ਐਸਾ ਹੋ ਨਹੀਂ ਸਕਦਾ। ਤਾਂ ਰੱਬੀ ਰਜ਼ਾ ਤੋਂ ਬਾਹਰ ਕਹਿਣ ਵਿੱਚ ਸਾਡਾ ਕੋਈ ਜ਼ੋਰ ਨਹੀਂ ਹੈ। ਔਰ ਉਸ ਰਜ਼ਾ ਦੇ ਅੰਦਰ ਹੀ ਬੋਲ ਬਾਣੀ ਹੈ, ਉਸ ਰਜ਼ਾ ਦੇ ਅੰਦਰ ਹੀ ਬੋਲਿਆ ਜਾ ਸਕਦਾ ਹੈ। ਜੇ ਕੋਈ ਕਹਿਣ ਦਾ ਯਤਨ ਕਰੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੀਤੀਆਂ ਮੁਖਾਏ। ਜੇ ਕੋਈ ਬੜਬੋਲਾ ਬੰਦਾ ਕਹਿਣ ਦਾ ਯਤਨ ਕਰੇਗਾ ਤਾਂ ਉਹਨੂੰ ਨਮੋਸ਼ੀ ਵੇਖਣੀ ਪਵੇ। ਦੂਜੀ ਗੱਲ ਹੈ ਚੁੱਪੈ ਨਹਿ ਜ਼ੋਰ। ਜੇ ਕੋਈ ਆਪਣੀ ਤਾਕਤ ਦੇ ਨਾਲ, ਯਾਨੀ ਰੱਬੀ ਰਜ਼ਾ ਤੋਂ ਬਾਹਰ, ਸਿਸਟਮ ਤੋਂ ਬਾਹਰ ਜਾ ਕੇ ਚੁੱਪ ਕਰਨਾ ਚਾਹੇ ਤਾਂ ਕੀ ਹੋ ਜਾਏਗਾ? ਮਤਲਬ ਮਨ ਦੇ ਫੁਰਨਿਆਂ ਨੂੰ ਬੰਦ ਕਰਨਾ ਚਾਹੇ ਤਾਂ ਕੀ ਐਸਾ ਹੋ ਸਕਦਾ ਹੈ? ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਜੇ ਮੈਂ ਲਗਾਤਾਰ ਸਮਾਧੀ ਵੀ ਲਾਈ ਰੱਖਾਂ ਤਾਂ ਵੀ ਕਿ ਮੇਰਾ ਮਨ ਚੁੱਪ ਹੋ ਜਾਏਗਾ? ਕਿਉਂਕਿ ਮਨ ਹੈ ਹੀ ਸੰਕਲਪਾਂ ਵਿਕਲਪਾਂ ਦੀ ਸੰਗ੍ਰਹਿ ਸ਼ਕਤੀ। ਮਨ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਐਕਟੀਵਿਟੀ ਰਾਹੀਂ ਦਿਮਾਗ ਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ। ਵਿਚਾਰ ਪੈਦਾ ਹੁੰਦੇ ਨੇ, ਦਿਮਾਗ ਦੀ ਉਸ ਐਕਟੀਵਿਟੀ ਨੂੰ ਮਨ ਕਹਿੰਦੇ ਨੇ। ਜੇ ਲਿਖਣਾ ਚਾਹੋ ਤੇ ਆਪ ਲਿਖ ਸਕਦੇ ਹੋ, ਜਿੰਨਾ ਕੋਈ ਕਾਪੀਆਂ ਹੈ ਨੇ। ਮਨ ਕਿਹਨੂੰ ਕਹਿੰਦੇ ਨੇ? ਮਨ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਰਾਹੀਂ ਦਿਮਾਗ ਦੇ ਅੰਦਰ ਵਿਚਾਰ ਪੈਦਾ ਹੁੰਦੇ। ਮਨ ਕੋਈ ਸਰੀਰ ਦਾ ਵੱਖਰਾ ਅੰਗ ਨਹੀਂ ਹੈ, ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਹੈ। ਤੇ ਬੁੱਧੀ ਕਿਹਨੂੰ ਕਹਿੰਦੇ ਨੇ? ਬੁੱਧੀ ਕੋਈ ਸਰੀਰ ਦਾ ਵੱਖਰਾ ਅੰਗ ਨਹੀਂ, ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਬੁੱਧੀ ਜਾਂ ਅਕਲ ਹੈ ਜਿਸ ਰਾਹੀਂ ਅਸੀਂ ਚੰਗੇ ਔਰ ਮਾੜੇ ਦਾ ਵਿਚਾਰ ਕਰਦੇ ਹਾਂ ਕਿ ਇਹ ਚੀਜ਼ ਸਹੀ ਹੈ, ਇਹ ਚੀਜ਼ ਗਲਤ ਹੈ। ਉਸ ਦਿਮਾਗ ਦੀ ਐਕਟੀਵਿਟੀ ਨੂੰ ਅਸੀਂ ਕਹਿੰਦੇ ਹਾਂ ਬੁੱਧੀ। ਤੇ ਚਿੱਤ ਕੋਈ ਵੱਖਰਾ ਅੰਗ ਨਹੀਂ ਸਰੀਰ ਦਾ, ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਰਾਹੀਂ ਅਸੀਂ ਹਰ ਗੱਲ ਨੂੰ ਚੇਤੇ ਰੱਖਦੇ ਹਾਂ। ਦਿਮਾਗ ਦੇ ਅੰਦਰ ਹਰ ਚੀਜ਼ ਚੇਤੇ ਰਹਿੰਦੀ ਹੈ। ਚੇਤਾ ਸ਼ਕਤੀ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ। ਤੇ ਈਗੋ ਜਾਂ ਹਉਮੈ ਜਾਂ ਹਉ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਰਾਹੀਂ ਸਾਨੂੰ ਵੱਖਰੇਵਾ ਮਹਿਸੂਸ ਹੁੰਦਾ ਹੈ। ਮੈਂ ਤੁਹਾਡੇ ਤੋਂ ਵੱਖਰਾ ਮਹਿਸੂਸ ਕਰਦਾ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਚੁੱਪ ਕਰਨ ਵਿੱਚ, ਸਿਸਟਮ ਤੋਂ ਬਾਹਰ ਜਾ ਕੇ ਤੁਸੀਂ ਚੁੱਪ ਨਹੀਂ ਕਰ ਸਕਦੇ। ਕਿਵੇਂ ਕਰੋਗੇ? ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਕਵਨ ਸੋ ਮੁਨ ਜੋ ਮਨ ਮਾਰੈ। ਕਿਹੜਾ ਹੈ ਐਸਾ ਮੁਨੀ ਸਮਾਧੀ ਲਾਉਣ ਵਾਲਾ ਜਿਹੜਾ ਮਨ ਨੂੰ ਮਾਰ ਲਵੇ? ਕਿਉਂਕਿ ਮਨ ਹੈ ਹੀ ਵਿਚਾਰਾਂ ਦੀ ਸੰਗ੍ਰਹਿ ਸ਼ਕਤੀ ਜਾਂ ਵਿਚਾਰਾਂ ਦੀ ਉਤਪੰਨ ਕਰਨ ਵਾਲੀ, ਜਿੱਥੋਂ ਸੰਕਲਪ ਵਿਕਲਪ ਪੈਦਾ ਹੁੰਦੇ ਨੇ। ਤੇ ਗੁਰੂ ਜੀ ਕਹਿੰਦੇ ਨੇ ਮਨ ਕੋ ਮਾਰ ਕਹੋ ਕਿਸ ਤਾਰੈ।
ਤੇ ਜੇ ਬੰਦਾ ਮੰਨ ਲਓ ਕਿ ਸਪੋਜ਼ ਮਨ ਨੂੰ ਮਾਰ ਹੀ ਲਵੇ ਤੇ ਤਾਰੇਗਾ ਕਿਹਨੂੰ? ਇਸ ਲਈ ਗੁਰਮਤ ਨੇ ਮਨ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਹੈ। ਜਿੱਥੇ ਮਨ ਨੂੰ ਮਾਰਨ ਦੀ ਗੱਲ ਹੈ ਨਾ, ਉੱਥੇ ਇਸ਼ਾਰਾ ਇਹ ਹੈ ਕਿ ਮਨ ਦੇ ਮਾੜੇ ਵਿਚਾਰਾਂ ਨੂੰ ਖਤਮ ਕਰਨਾ ਹੈ ਔਰ ਚੰਗੇ ਵਿਚਾਰ ਪੈਦਾ। ਤਾਂ ਅਸੀਂ ਸਿਸਟਮ ਤੋਂ ਬਾਹਰ ਜਾ ਕੇ ਤੁੱਪ ਨਹੀਂ ਕਰ ਸਕਦੇ। ਅਗਲਾ ਬਚਨ ਕਰਦੇ ਨੇ, ਜ਼ੋਰ ਨਾ ਮੰਗਣ। ਮੰਗਣ ਵਿੱਚ ਵੀ ਕੋਈ ਜ਼ੋਰ ਨਹੀਂ ਸਾਡਾ ਕਿ ਅਸੀਂ ਆਪਣੇ ਜ਼ੋਰ ਦੇ ਨਾਲ ਕੋਈ ਚੀਜ਼ ਮੰਗ ਕੇ ਲੈ ਸਕੀਏ। ਕੁਦਰਤ ਤੋਂ ਮੰਗ ਕੇ ਕਿਵੇਂ ਲੈ ਸਕਦੇ ਹਾਂ? ਜੇ ਮੈਂ ਇੱਥੇ ਬੈਠਾ ਮੰਗੀ ਜਾਵਾਂ ਕਿ ਮੈਨੂੰ ਇੱਕ ਕੋਠੀ ਚਾਹੀਦੀ ਹੈ, ਮੈਨੂੰ ਇੱਕ ਕੋਠੀ ਚਾਹੀਦੀ ਹੈ, ਮੈਂ ਕੋਠੀ ਮੰਗ ਰਿਹਾ, ਤਾਂ ਕਿ ਐਵੇਂ ਕੋਠੀ ਮਿਲ ਜਾਏਗੀ? ਜੇ ਮੈਂ ਇੱਥੇ ਬੈਠਾ ਮੰਗੀ ਜਾਵਾਂ ਕਿ ਮੈਂ ਇੰਜੀਨੀਅਰ ਬਣਨਾ ਹੈ, ਲੇਕਿਨ ਮੈਂ ਸਕੂਲ ਨਾ ਜਾਵਾਂ, ਕੁਛ ਵੀ ਪੜ੍ਹਾ ਨਾ, ਮੈਂ ਇੰਜੀਨੀਅਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਤੇ ਕੀ ਐਵੇਂ ਮੈਂ ਇੰਜੀਨੀਅਰ ਬਣ ਜਾਵਾਂਗਾ? ਮੰਗਣ ਵਿੱਚ ਜ਼ੋਰ ਨਹੀਂ ਹੈ। ਸਿਸਟਮ ਤੋਂ ਬਾਹਰ ਜਾ ਕੇ ਕੁਛ ਨਹੀਂ ਮੰਗਿਆ ਮਿਲਦਾ। ਮੰਗਣ ਵਿੱਚ ਜ਼ੋਰ ਨਹੀਂ, ਸਿਸਟਮ ਤੋਂ ਬਾਹਰ ਮੰਗਣ ਨਾਲ ਕੁਛ ਵੀ ਨਹੀਂ ਮਿਲੇਗਾ। ਰਿਕੁਆਇਰਮੈਂਟ ਪੂਰੀ ਕਰਨੀ ਪਊਗੀ, ਸਿਸਟਮ ਦੇ ਵਿੱਚ ਹੀ ਮਿਲੇਗਾ। ਹਾਂ, ਧਰਤੀ ਤੋਂ ਤੁਸੀਂ ਮੰਗ ਸਕਦੇ ਹੋ ਕਿ ਸਾਨੂੰ ਕਣਕ ਚਾਹੀਦੀ ਹੈ, ਲੇਕਿਨ ਮੰਗਣ ਨਾਲ ਨਹੀਂ। ਧਰਤੀ ਤੋਂ ਕਣਕ ਮਿਲ ਜਾਏਗੀ, ਪੈਲੀ ਵਾਓਗੇ, ਕਣਕ ਬੀਜੋਗੇ, ਰਿਕੁਆਇਰਮੈਂਟ ਪੂਰੀ ਕਰੋਗੇ, ਧਰਤੀ ਕਹੇਗੀ ਲੈ ਲੈ ਕਣਕ। ਤੁਸੀਂ ਇਸ ਧਰਤੀ ਤੋਂ ਤੇਲ ਮੰਗੋਗੇ, ਤੇਲ ਮਿਲ ਜਾਏਗਾ, ਲੇਕਿਨ ਜਿੱਥੇ ਤੇਲ ਹੈ ਉੱਥੇ ਉਹ ਖੂਹ ਵਗੈਰਾ ਲਗਾਓਗੇ, ਤੇਲ ਜਿਵੇਂ ਕੱਢਦੇ ਨੇ ਉਸ ਸਿਸਟਮ ਦੇ ਨਾਲ ਤੇਲ ਕੱਢ ਸਕਦੇ ਹੋ। ਤੁਹਾਡੇ ਅੰਦਰ ਹਰ ਚੀਜ਼ ਮੌਜੂਦ ਹੈ, ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ। ਤੁਸੀਂ ਆਪਣੇ ਆਪ ਤੋਂ ਮੰਗ ਸਕਦੇ ਹੋ ਕਿ ਮੈਨੂੰ ਡਾਕਟਰੀ ਚਾਹੀਦੀ ਹੈ, ਮੈਂ ਡਾਕਟਰ ਬਣਨਾ ਚਾਹੁੰਦਾ ਹਾਂ, ਲੇਕਿਨ ਮੇਰੇ ਮੰਗਣ ਨਾਲ ਨਹੀਂ ਹੋਏਗਾ। ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ, ਬਣ ਜਾਓ, ਯੂਜ਼ ਕਰੋ ਉਹਨਾਂ ਚੀਜ਼ਾਂ ਨੂੰ, ਉਸ ਰਿਕੁਆਇਰਮੈਂਟ ਨੂੰ ਪੂਰੀ ਕਰੋ। ਮੰਗਣ ਵਿੱਚ ਜ਼ੋਰ ਨਹੀਂ ਹੈ ਕਿ ਅਸੀਂ ਮੰਗ ਕੇ ਕਿਸੇ ਚੀਜ਼ ਨੂੰ ਤੇ ਸਿਸਟਮ ਨੂੰ ਬਦਲ ਦਈਏ ਨਾ। ਜਿਵੇਂ ਹੁਣ ਰਾਤ ਹੋ ਰਹੀ ਹੈ ਤੇ ਅਸੀਂ ਮੰਗੀ ਜਾਈਏ ਵੀ ਰੱਬਾ ਰਾਤ ਨਾ ਕਰੀ, ਰੱਬਾ ਦਿਨ ਚੜਾ, ਰੱਬਾ ਦਿਨ ਚੜਾ, ਤੇ ਕੀ ਮੰਗਣ ਦੇ ਨਾਲ ਇਹ ਸਿਸਟਮ ਬਦਲ ਜਾਏਗਾ? ਕੁਦਰਤ ਦੇ ਕਾਨੂੰਨ ਸਾਡੇ ਮੰਗਣ ਨਾਲ ਨਹੀਂ ਬਦਲਨੇ, ਬਿਲਕੁਲ ਵੀ ਨਹੀਂ। ਕਾਨੂੰਨਾਂ ਦੇ ਅੰਦਰ ਰਹਿਣਾ ਪਵੇਗਾ। ਤੇ ਜੇ ਕੋਈ ਕਹੇ ਕਿ ਮੈਂ ਮੰਗ ਕੇ ਕੁਦਰਤ ਦੇ ਕਾਨੂੰਨਾਂ ਤੋਂ ਉਲਟ ਜਾ ਸਕਦਾ ਹਾਂ, ਤਾਂ ਐਸਾ ਕੁਛ ਨਹੀਂ ਹੈ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਦੇਣ ਵਿੱਚ ਵੀ ਕੋਈ ਜ਼ੋਰ ਨਹੀਂ ਹੈ। ਜ਼ੋਰ ਨਹੀਂ ਦਾ ਮਤਲਬ ਕਿ ਸਿਸਟਮ ਤੋਂ ਬਾਹਰ ਕੀ ਦੇ ਸਕਦੇ ਹੋ ਤੁਸੀਂ, ਜਾਂ ਮੈਂ ਕੀ ਦੇ ਸਕਦਾ ਹਾਂ। ਹੁਣ ਜੇ ਤੁਸੀਂ ਮੇਰੇ ਤੋਂ ਮੰਗੋ ਕਿ ਗਿਆਨੀ ਜੀ ਅਸੀਂ ਸਾਊਥ ਹਾਲ ਤੱਕ ਜਾਣਾ, ਸਾਨੂੰ ਆਪਣੀ ਕਾਰ ਦਿਓ। ਹੁਣ ਕਾਰ ਮੇਰੇ ਕੋਲ ਹੈ ਹੀ ਨਹੀਂ, ਕਿੱਥੋਂ ਦਿਆਂ? ਮੇਰੇ ਕੋਲ ਤੇ ਸਾਈਕਲ ਵੀ ਹੈ ਨਹੀਂ। ਹਾਂ, ਜੇ ਮੇਰੇ ਕੋਲ ਹੋਏ ਦੇ ਸਕਦਾ ਨਾ, ਤੇ ਜੇ ਤੁਸੀਂ ਮੰਗੀ ਜਾਓ ਤਾਂ ਜੇ ਮੈਂ ਦੇਣਾ ਚਾਹਾਂ ਤਾਂ ਮੈਂ ਆਪਣੇ ਜ਼ੋਰ ਨਾਲ ਕਾਰ ਕਿੱਥੋਂ ਦੇ ਦਾਂਗਾ? ਕਾਰ ਹੈ ਹੀ ਨਹੀਂ। ਦੇ ਮੈਂ ਉਹੀ ਚੀਜ਼ ਸਕਦਾ ਨਾ ਜੋ ਮੇਰੇ ਕੋਲ ਹੈ। ਦੂਜੀ ਗੱਲ ਇਹ ਹੈ ਕਿ ਜੇ ਮੈਂ ਕੁਛ ਚੀਜ਼ ਦੇ ਕੇ ਇਸ ਸਿਸਟਮ ਨੂੰ ਬਦਲਣਾ ਚਾਹਾਂ ਤਾਂ ਮੈਂ ਬਦਲ ਨਹੀਂ ਪਾਵਾਂ। ਮੈਂ ਰੱਬ ਨੂੰ ਕਹਾਂ ਕਿ ਰੱਬਾ ਮੈਂ ਤੈਨੂੰ 10, 20, 50 ਲੱਖ ਪਾਉਂਡ ਦੇ ਦਿੰਦਾ ਹਾਂ, ਤੇ 2 ਦਿਨ ਵਾਸਤੇ 48 ਘੰਟੇ ਵਾਸਤੇ ਸੂਰਜ ਨਾ ਚੜਾਈ। ਕੀ ਐਸਾ ਹੋ ਸਕਦਾ? ਮੈਂ ਕੁਛ ਚੀਜ਼ ਦੇ ਕੇ, ਅਸੀਂ ਦੁਨੀਆ ਦਾ ਸਿਸਟਮ ਤੇ ਕਈ ਵਾਰੀ ਅਸੀਂ ਬਦਲ ਲੈਂਦੇ ਹਾਂ। ਰਿਸ਼ਵਤ ਦੇ ਕੇ ਬੰਦਾ ਕਿਤੋਂ ਛੁੱਟ ਜਾਂਦਾ ਹੈ, ਰਿਸ਼ਵਤ ਦੇ ਕੇ ਕਿਸੇ ਚੰਗੇ ਭਲੇ ਬੰਦੇ ਨੂੰ ਬੰਦਾ ਕੈਦ ਕਰਾ ਦਿੰਦਾ ਹੈ, ਜਾਂ ਗਲਤ ਬੰਦੇ ਨੂੰ ਰਿਸ਼ਵਤ ਦੇ ਕੇ ਛੁਡਾ ਲਈਦਾ ਹੈ। ਸਾਡੇ ਮਨੁੱਖਤਾ ਵਿੱਚ ਐਸਾ ਹੋ ਸਕਦਾ ਹੈ, ਪੋਸੀਬਿਲਿਟੀ ਹੈ, ਲੇਕਿਨ ਕੁਦਰਤ ਦੇ ਕਾਨੂੰਨ ਨੂੰ ਕੀ ਦੇ ਕੇ ਬਦਲਿਆ ਜਾ ਸਕਦਾ ਹੈ? ਜੇ ਤੁਸੀਂ ਕਹੋ ਕਿ ਅੱਜ ਮੈਂ 10 ਲੱਖ ਰੁਪਇਆ ਦੇ ਦਿੰਦਾ ਤੇ ਅੱਜ ਦਿਨ ਨਾ ਚੜੇ, ਐਸਾ ਕਦੇ ਨਹੀਂ ਹੋਣਾ। ਦੇਣ ਵਿੱਚ ਕੋਈ ਜ਼ੋਰ ਨਹੀਂ ਹੈ। ਜੇ ਕੋਈ ਬੰਦਾ ਕਵੇ ਕਿ ਦਾਨ ਕਰ ਕਰਕੇ ਮੈਂ ਰੱਬ ਦੀ ਪ੍ਰਾਪਤੀ ਕਰ ਲਵਾਂ, ਦਾਨ ਕਰ ਕਰਕੇ ਮੈਂ ਸਚਿਆਰ ਹੋ ਜਾਵਾਂ, ਤਾਂ ਐਸਾ ਕਦੇ ਹੋਣਾ ਨਹੀਂ। ਸਚਿਆਰ ਹੋਣ ਵਾਸਤੇ ਸਿਸਟਮ ਵਿੱਚ ਚੱਲਣਾ ਪਵੇਗਾ, ਦੇਣ ਵਿੱਚ ਵੀ ਕੋਈ ਜ਼ੋਰ ਨਹੀਂ। ਆਪਣੇ ਜ਼ੋਰ ਦੇ ਨਾਲ ਤੁਸੀਂ ਕੀ ਦੇ ਸਕਦੇ ਹੋ? ਆਪਣੇ ਜ਼ੋਰ ਦੇ ਨਾਲ ਤੁਸੀਂ ਕੀ ਲੈ ਸਕਦੇ ਹੋ? ਕੀ ਸਿਸਟਮ ਤੋਂ ਬਾਹਰ ਕੁਦਰਤ ਤੋਂ ਕੁਝ ਲਿਆ ਜਾ ਸਕਦਾ ਹੈ, ਜਾਂ ਕੁਝ ਦੇ ਕੇ ਕੁਦਰਤ ਦੇ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ? ਐਸਾ ਨਹੀਂ ਹੈ। ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ।
ਜੀਵਨ ਵਿੱਚ ਵੀ ਜ਼ੋਰ ਨਹੀਂ। ਯਾਨੀ ਜੇ ਕੋਈ ਸਿਸਟਮ ਤੋਂ ਬਾਹਰ ਜਾ ਕੇ ਜਿੰਦਾ ਰਹਿਣਾ ਚਾਹੇ ਤਾਂ ਕੀ ਕੋਈ ਜਿੰਦਾ ਰਹਿ ਸਕਦਾ ਹੈ? ਹੁਣ ਜੇ ਕੋਈ ਆਣ ਕੇ ਮੇਰਾ ਗਲਾ ਘੁੱਟ ਦੇਵੇ, ਸਾਹ ਨਾ ਆਉਣ ਦੇਵੇ, ਤੇ ਮੈਂ ਜਿੰਦਾ ਰਹਿਣਾ ਚਾਹਾਂ ਤਾਂ ਕਿਵੇਂ ਰਹਿ ਸਕਣਾ? ਨਹੀਂ ਰਹਿ ਸਕਦਾ ਨਾ, ਕਿਉਂਕਿ ਸਿਸਟਮ ਹੈ, ਜੇ ਮੈਨੂੰ ਆਕਸੀਜਨ ਮਿਲੇਗੀ ਤਾਂ ਹੀ ਜਿੰਦਾ ਰਵਾਂਗਾ। ਤੇ ਜੇ ਕੋਈ ਬੰਦਾ ਕਹੇ ਕਿ ਮੈਂ ਜੀ ਪਾਣੀ ਹੀ ਨਹੀਂ ਬਿਲਕੁਲ ਪੀਣਾ, ਤੇ ਬਿਨਾਂ ਪਾਣੀ ਤੋਂ ਜਿੰਦਾ ਰਹਿਣਾ ਹੈ ਤਾਂ ਕਿਵੇਂ ਜਿੰਦਾ ਰਹੂ? ਜੇ ਕੋਈ ਕਹੇ ਕਿ ਨਾ ਰੋਟੀ ਪਾਣੀ ਮੈਂ ਕੁਛ ਨਹੀਂ ਖਾਣਾ ਤੇ ਮੈਂ ਜਿੰਦਾ ਰਹਾਂ, ਤਾਂ ਨਹੀਂ ਰਹਿ ਸਕੇਗਾ ਨਾ। ਸਿਸਟਮ ਹੈ, 40-42 ਦਿਨ ਬਿਨਾਂ ਖਾਣ ਤੋਂ ਬੰਦਾ ਜਿੰਦਾ ਰਹਿ ਲੈਂਦਾ ਹੈ, 2 ਦਿਨ 3 ਦਿਨ ਪਾਣੀ ਤੋਂ ਬਿਨਾਂ ਹੋ ਸਕਦਾ ਜਿੰਦਾ ਰਹਿ ਲਵੇ, ਇਸ ਤੋਂ ਜ਼ਿਆਦਾ ਤਾਂ ਨਹੀਂ। ਤੇ ਸਵਾਸ ਲੈਣ ਤੋਂ ਬਿਨਾਂ ਜੇ ਕੋਈ ਚਾਹੇ ਕਿ ਮੈਂ ਸਵਾਸ ਵੀ ਨਹੀਂ ਲੈਣਾ ਤੇ ਮੈਂ ਜਿੰਦਾ ਰਵਾਂ, ਤਾਂ ਐਸਾ ਨਹੀਂ ਹੁੰਦਾ। ਸਿਸਟਮ ਤੋਂ ਬਾਹਰ ਅਸੀਂ ਜੀ ਨਹੀਂ ਸਕਦੇ। ਕਿਸੇ ਦੇ ਹੱਥ ਵਿੱਚ ਜ਼ੋਰ ਨਹੀਂ ਕਿ ਰੱਬੀ ਰਜ਼ਾ ਤੋਂ ਬਿਨਾਂ, ਕੁਦਰਤ ਦੇ ਨਿਯਮਾਂ ਤੋਂ ਬਾਹਰ ਕੋਈ ਜੀ ਸਕੇ, ਪਹਿਲੀ ਗੱਲ। ਦੂਜੀ ਗੱਲ ਹੈ ਆਤਮਿਕ ਜ਼ਿੰਦਗੀ। ਜੇ ਇਨਸਾਨੀਅਤ ਵਾਲੀ ਜ਼ਿੰਦਗੀ ਕੋਈ ਜੀਣਾ ਚਾਹੇ, ਪਿਆਰ ਮੁਹੱਬਤ ਵਾਲੀ, ਇਨਸਾਨੀਅਤ ਵਾਲੀ, ਖੁਸ਼ੀ ਵਾਲੀ, ਤੇ ਸਿਸਟਮ ਤੋਂ ਬਾਹਰ ਰਹਿ ਕੇ ਜੀਣਾ ਚਾਹੇ ਤਾਂ ਉਹ ਨਹੀਂ ਜੀ ਸਕੇਗਾ। ਕਿਵੇਂ ਜੀ ਸਕਾਂਗੇ? ਜੇ ਮੈਂ ਚਾਹਨਾ ਕਿ ਮੇਰੇ ਅੰਦਰ ਇਨਸਾਨੀਅਤ ਹੋਏ, ਮੇਰੀ ਜ਼ਮੀਰ ਜ਼ਿੰਦਾ ਹੋਵੇ, ਮੈਂ ਆਨੰਦਮਈ ਜ਼ਿੰਦਗੀ ਜੀਵਾਂ, ਖੁਸ਼ੀਆਂ ਵਾਲਾ ਜੀਵਨ ਜੀਵਾਂ, ਮੇਰੇ ਜੀਵਨ ਅੰਦਰ ਖੁਸ਼ੀਆਂ ਹੋਣ, ਤੇ ਕਰਾਂ ਮੈਂ ਸਾਰਾ ਦਿਨ ਨਿੰਦਿਆ, ਕਰਾਂ ਮੈਂ ਚੁਗਲੀ, ਪਾਪ ਕਮਾਵਾਂ, ਸ਼ਰਾਬਾਂ ਪੀਵਾਂ, ਤਾਂ ਕਿਵੇਂ ਜੀ ਸਕਾਂਗਾ ਆਤਮਿਕ ਜ਼ਿੰਦਗੀ? ਇਸ ਲਈ ਸਿਸਟਮ ਤੋਂ ਬਾਹਰ ਨਹੀਂ ਜੀਵਿਆ ਜਾ ਸਕਦਾ, ਨਾ ਸਰੀਰਕ ਜੀਵਨ ਔਰ ਨਾ ਆਤਮਿਕ ਜੀਵਨ। ਮਰਨ ਨਹਿ ਜੋਰ, ਆਪਣੇ ਅੰਦਰ ਮਰਨ ਦੀ ਵੀ ਤਾਕਤ ਨਹੀਂ ਹੈ। ਇਹਦਾ ਮਤਲਬ ਹੁਣ ਕਈ ਲੋਕ ਕਹਿ ਦੇਣਗੇ ਵੀ ਹੈ ਕਿਉਂ ਨਹੀਂ, ਅਸੀਂ ਤੇ ਬਿਜਲੀ ਨੂੰ ਹੱਥ ਲਾ ਲਾਂਗੇ ਮਰ ਜਾਵਾਂਗੇ। ਇੱਥੇ ਗੱਲ ਹੈ ਕਿ ਸਿਸਟਮ ਤੋਂ ਬਾਹਰ ਨਹੀਂ ਬੰਦਾ ਮਰ ਸਕਦਾ। ਮੌਤ ਦਾ ਵੀ ਇੱਕ ਸਿਸਟਮ ਹੈ ਨਾ। ਜੇ ਕੋਈ ਕਹੇ ਕਿ ਮੈਂ ਚੰਗਾ ਭਲਾ ਬੈਠਾ ਹਾਂ, ਸਵਾਸ ਵੀ ਆ ਰਿਹਾ ਹੈ, ਰੋਟੀ ਪਾਣੀ ਵੀ ਮਿਲ ਰਿਹਾ ਹੈ, ਤੇ ਮੈਂ ਇੱਥੇ ਬੈਠਾ ਬੈਠਾ ਮਰ ਜਾਵਾਂ, ਨਾ ਮੈਨੂੰ ਹਾਰਟ ਅਟੈਕ ਵੀ ਨਾ ਹੋਵੇ, ਕੋਈ ਸਰੀਰਕ ਰੋਗ ਨਾ ਹੋਵੇ, ਤੇ ਮੈਂ ਐਵੇਂ ਬੈਠਾ ਬੈਠਾ ਮਰ ਜਾਵਾਂ, ਐਵੇਂ ਥੋੜੀ ਮਰਿਆ ਜਾਏਗਾ। ਮਰਨ ਦਾ ਕੋਈ ਸਿਸਟਮ ਹੈ ਨਾ, ਕਿ ਸਾਡਾ ਇਹ ਸਿਸਟਮ ਫੇਲ ਹੋਏਗਾ, ਕਿਡਨੀਆਂ ਖਰਾਬ ਹੋ ਜਾਣ, ਕੰਮ ਕਰਨੋਂ ਹਟ ਜਾਣ, ਦਿਲ ਖਰਾਬ ਹੋ ਜਾਏ, ਫੇਫੜੇ ਖਰਾਬ ਹੋ ਜਾਣ, ਖਾਣ ਪੀਣ ਨੂੰ ਨਾ ਮਿਲੇ, ਸਵਾਸ ਨਾ ਆਵੇ, ਇਹ ਸਿਸਟਮ ਫੇਲ ਹੋਏਗਾ ਤਾਂ ਹੀ ਬੰਦਾ ਮਰੇਗਾ ਨਾ। ਮਰਨ ਦਾ ਵੀ ਇੱਕ ਸਿਸਟਮ ਹੈ, ਰਜ਼ਾ ਹੈ, ਭਾਣਾ ਹੈ, ਨਿਯਮ ਹੈ, ਨਿਯਮਾਵਲੀ ਹੈ। ਉਸ ਨਿਯਮਾਵਲੀ ਤੋਂ ਬਾਹਰ ਬੰਦਾ ਮਰ ਵੀ ਨਹੀਂ ਸਕਦਾ, ਨਾ ਮਰਨ ਵਿੱਚ ਜ਼ੋਰ ਹੈ। ਤੇ ਆਤਮਿਕ ਮੌਤ ਦਾ ਵੀ ਇਸੇ ਤਰ੍ਹਾਂ ਸਿਸਟਮ ਹੈ ਨਾ। ਜਿਹੜੇ ਬੰਦੇ ਕਾਮ ਕ੍ਰੋਧ ਆਦਿ ਕਮਾਉਂਦੇ ਨੇ, ਉਹ ਬੰਦੇ ਆਤਮਿਕ ਮੌਤ ਤੇ ਮਰ ਜਾਂਦੇ ਨੇ। ਤੇ ਜੇ ਕੋਈ ਬੰਦਾ ਚਾਹੇ ਕਿ ਉਹ ਸੱਚ ਨੂੰ ਵੀ ਅਪਣਾਈ ਰੱਖੇ, ਰੱਬੀ ਰਜ਼ਾ ਦੇ ਵਿੱਚ ਵੀ ਤੁਰਿਆ ਰਹੇ, ਕੋਈ ਪਾਪ ਵਿਕਾਰ ਨਾ ਕਮਾਏ, ਤੇ ਉਹ ਆਤਮਿਕ ਮੌਤ ਤੇ ਥੋੜਾ ਮਰੇਗਾ, ਉਹ ਤਾਂ ਜ਼ਿੰਦਾ ਰਹੇਗਾ, ਉਹ ਤਾਂ ਆਤਮਿਕ ਜ਼ਿੰਦਗੀ ਜੀਵੇਗਾ। ਇਸ ਲਈ ਜੀਵਨ ਔਰ ਮਰਨ ਇਹ ਸਭ ਰੱਬੀ ਰਜ਼ਾ ਦੇ ਅੰਦਰ ਨੇ, ਹੁਕਮ ਦੇ ਅੰਦਰ ਨੇ, ਹੁਕਮ ਤੋਂ ਬਾਹਰ ਕੁਛ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਜੋਰ ਨਾ ਰਾਜ ਮਾਲ ਮਨ ਸ਼ੋਰ। ਇਹਨੂੰ ਸ਼ੋਰ ਨਹੀਂ ਪੜਨਾ, ਇਹਨੂੰ ਸ਼ੋਰ ਪੜਨਾ ਹੈ। ਜੋਰ ਨਾ ਰਾਜ ਮਾਲ ਮਨ ਸ਼ੋਰ, ਮਨ ਦੇ ਨੰਨੇ ਨਾਲ ਸਿਹਾਰੀ ਹੈ, ਮਨ ਵਿੱਚ, ਮਾਲ ਵਿੱਚ, ਰਾਜ ਵਿੱਚ। ਰਾਜ ਮਾਲ ਵਿੱਚ ਜੋ ਰਾਜ ਹੈ ਜਾਂ ਧਨ ਦੌਲਤ ਹੈ, ਔਰ ਇਸ ਰਾਜ ਮਾਲ ਦੇ ਅੰਦਰ ਵੀ ਪਹਿਲੀ ਗੱਲ ਸਾਡਾ ਜ਼ੋਰ ਨਹੀਂ। ਸਿਸਟਮ ਤੋਂ ਬਾਹਰ ਨਾ ਤੇ ਰਾਜ ਮਿਲਦਾ ਹੈ, ਨਾ ਹੀ ਧਨ ਦੌਲਤ ਮਿਲਦੀ ਹੈ। ਦੇਖੋ ਪਹਿਲਾਂ ਪਿਤਾ ਪੁਰਖੀ ਰਾਜ ਸਨ, ਤਾਂ ਪਿਤਾ ਪੁਰਖੀ ਰਾਜ ਉਹਨਾਂ ਨੂੰ ਮਿਲਦਾ ਸੀ, ਜੋ ਬਾਦਸ਼ਾਹ ਦੇ ਘਰ ਬੱਚਾ ਹੈ ਉਹਨੂੰ ਹੀ ਉਹ ਰਾਜ ਦਿੰਦੇ ਸਨ। ਜਾਂ ਡਿਕਟੇਟਰਸ਼ਿਪ ਹੈ ਕਿ ਕੋਈ ਦੂਜੇ ਰਾਜੇ ਉੱਤੇ ਹਮਲਾ ਕਰਕੇ ਰਾਜ ਖੋਹ ਕੇ ਰਾਜਾ ਬਣ ਜਾਏ, ਸਿਸਟਮ ਹੈ ਨਾ। ਉਹ ਸਿਸਟਮ ਬਦਲ ਗਏ। ਅੱਜ ਹੁਣ ਰਾਜ ਸਿੰਘਾਸਨ ਤੱਕ ਜਾਣਾ ਹੈ ਤਾਂ ਵੋਟ ਸਿਸਟਮ ਹੈ, ਇਲੈਕਸ਼ਨ ਸਿਸਟਮ ਹੈ, ਤਾਂ ਇਲੈਕਸ਼ਨ ਦੇ ਅੰਦਰ ਜਿੱਤਣਾ ਪਵੇਗਾ, ਜਾਂ ਕੋਈ ਨੋਮੀਨੇਟ ਵਗੈਰਾ ਹੈ, ਸਿਸਟਮ ਕਾਨੂੰਨ ਹੈ ਨਾ। ਤੇ ਜੇ ਇਸ ਕਾਨੂੰਨ ਤੋਂ ਬਿਨਾਂ ਮੈਂ ਹੁਣ ਕਹਾਂ ਕਿ ਮੈਂ ਕੱਲ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਕੇ ਪ੍ਰਧਾਨ ਮੰਤਰੀ ਬਣ ਜਾਵਾਂ, ਤਾਂ ਐਵੇਂ ਨਹੀਂ ਨਾ ਹੋਣਾ। ਰਜ਼ਾ ਦੇ ਵਿੱਚ, ਸਿਸਟਮ ਦੇ ਅੰਦਰ ਹੈ। ਪ੍ਰੋਪਰਟੀ, ਧਨ ਮਾਲ, ਇਹ ਕਿਸੇ ਸਿਸਟਮ ਦੇ ਵਿੱਚ ਹੀ ਹੈ ਨਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਜਿਹੜਾ ਅਮੀਰ ਬੰਦਾ ਹੈ ਉਹਦੇ ਘਰ ਬੱਚਾ ਜੰਮਦਾ ਹੀ ਅਮੀਰ ਹੋ ਗਿਆ, ਤਾਂ ਇਹ ਸਿਸਟਮ ਹੈ।
क्योंकि ਜਿਹੜੇ ਅਮੀਰ ਦੇ ਘਰ ਵਿੱਚ ਬੱਚਾ ਪੈਦਾ ਹੋਏਗਾ ਉਹ ਆਪਣੇ ਬੱਚੇ ਨੂੰ ਦੇਵੇਗਾ। ਇਹ ਥੋੜੀ ਹੈ ਕਿ ਆਪਣੇ ਬੱਚੇ ਨੂੰ ਰੂੜੀ ਤੇ ਸੁੱਟਾ ਹੋਵੇ ਤੇ ਗੁਆਂਢੀਆਂ ਦੇ ਬੱਚੇ ਨੂੰ ਦੇ ਦੇਵੇ, ਐਵੇਂ ਨਹੀਂ ਨਾ ਹੁੰਦਾ, ਸਿਸਟਮ ਹੈ। ਜੇ ਕੋਈ ਬੰਦਾ ਫੁੱਟਪਾਥ ਤੇ ਹੈ, ਝੁੱਗੀ ਝੌਂਪੜੀ ਵਿੱਚ ਰਹਿੰਦਾ ਹੈ, ਤਾਂ ਉਹਦੇ ਘਰ ਜਿਹੜਾ ਬੱਚਾ ਜਨਮ ਲਵੇਗਾ ਤਾਂ ਸਿਸਟਮ ਹੈ ਨਾ ਕਿ ਉਹ ਗਰੀਬ ਹੀ ਹੋਏਗਾ। ਅਗਲੀ ਗੱਲ ਦੂਜੀ ਹੈ ਕਿ ਜਿਨ੍ਹਾਂ ਨੇ ਪ੍ਰਾਪਰਟੀ ਬਣਾਈ ਹੈ ਉਹਨਾਂ ਨੇ ਕਿਸੇ ਸਿਸਟਮ ਵਿੱਚ ਬਣਾਈ ਹੈ ਨਾ, ਜੌਬ ਕੀਤੀ ਹੈ, ਨੌਕਰੀ ਕੀਤੀ ਹੈ, ਵਪਾਰ ਕੀਤਾ ਹੈ, ਆਪਣਾ ਬਜਟ ਠੀਕ ਬਣਾਇਆ ਹੈ, ਖਰਚਿਆਂ ਨੂੰ ਸੀਮਿਤ ਕੀਤਾ ਹੈ ਤੇ 4 ਪੈਸੇ ਬਣਾਏ ਨੇ, ਸਿਸਟਮ ਵਿੱਚ ਆਇਆ ਨਾ, ਬਿਨਾਂ ਸਿਸਟਮ ਤੋਂ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਵੀ ਰਾਜ ਮਾਲ ਆਦਿਕ ਹੈ ਸਭ ਰੱਬੀ ਰਜ਼ਾ ਦੇ ਅੰਦਰ, ਕਾਨੂੰਨ ਦੇ ਅੰਦਰ ਹੈ। ਮਨ ਸ਼ੋਰ, ਜੋ ਮਨ ਦੇ ਅੰਦਰ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਧਨ ਮਾਲ ਕਰਕੇ। ਹੁਣ ਬਹੁਤੇ ਲੋਕ ਨੇ ਜਦੋਂ ਧਨ ਆਦਿਕ ਦੀ ਬਹੁਤਾਤ ਆ ਜਾਏ ਤਾਂ ਲੋਕ ਹੰਕਾਰੀ ਹੋ ਜਾਂਦੇ ਨੇ। ਸਾਰਿਆਂ ਦੀ ਗੱਲ ਨਹੀਂ ਹੈ ਬਹੁਤਾਤ ਗਿਣਤੀ, ਇਹ ਉਹਨਾਂ ਦੀ ਗੱਲ ਹੈ ਸਿਰਫ ਜਿਨ੍ਹਾਂ ਦੇ ਅੰਦਰ ਸ਼ੋਰ ਸ਼ਰਾਬਾ ਹੈ। ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਬੜੇ ਅਮੀਰ ਨੇ, ਬੜੇ ਧਨੀ ਨੇ, ਲੇਕਿਨ ਉਹ ਰੱਬ ਦੀ ਰਜ਼ਾ ਪਾਣੇ ਵਿੱਚ ਰਹਿੰਦੇ ਨੇ, ਉਹ ਗੁਰਮਤਿ ਅਨੁਸਾਰ ਜ਼ਿੰਦਗੀ ਜੀਂਦੇ ਹਨ, ਉਹਨਾਂ ਦਾ ਬੜਾ ਪਿਆਰਾ ਜੀਵਨ ਹੈ। ਲੇਕਿਨ ਕਈ ਲੋਕ ਐਸੇ ਨੇ, ਜਿਵੇਂ ਇੱਕ ਕਹਾਵਤ ਹੈ ਨਾ, ਭੁੱਖੇ ਦੀ ਧੀ ਰੱਜੀ ਖੇ ਉਡਾਣ ਲੱਗੀ। ਭੁੱਖੇ ਬੰਦੇ ਨੂੰ ਕਹਿੰਦੇ ਨੇ ਕਟੋਰਾ ਲੱਭ ਗਿਆ ਤੇ ਉਹ ਪਾਣੀ ਪੀ ਪੀ ਕੇ ਆਫਰ ਗਿਆ ਵੀ ਕੋਲਾ ਲੱਭਾ, ਹੁਣ ਸਾਰਾ ਦਿਨ ਪਾਣੀ ਪੀ ਵੀ ਜਾਓ। ਕਈ ਵਾਰ ਹੁੰਦਾ ਹੈ ਨਾ ਐਸਾ। ਤਾਂ ਇੱਥੇ ਉਹਨਾਂ ਦੀ ਗੱਲ ਹੈ, ਰਾਜ ਮਾਲ ਕਰਕੇ ਮਨ ਦੇ ਅੰਦਰ ਸ਼ੋਰ ਸ਼ਰਾਬਾ ਪੈਦਾ ਹੋ ਜਾਂਦਾ ਔਰ ਰਾਜ ਭਾਗ ਦੇ ਹੰਕਾਰ ਦੇ ਅੰਦਰ ਬਹੁਤ ਕੁਝ ਗਲਤ ਕਰ ਦਿੱਤਾ ਜਾਂਦਾ ਹੈ। ਜਿਵੇਂ ਹੀਰੋਸ਼ੀਮਾ ਨਾਗਾਸਾਕੀ ਦੀ ਗੱਲ ਅਸੀਂ ਰੋਜ਼ ਕਰਦੇ ਹਾਂ। ਔਰੰਗਜ਼ੇਬ ਕੋਲ ਰਾਜ ਹੈ ਜਾਂ ਹਿਟਲਰ ਕੋਲ ਰਾਜ ਹੈ, ਜਾਂ 84 ਦੇ ਅੰਦਰ ਜੋ ਕੁਝ ਹੋਇਆ ਹੈ, ਜਾਂ ਅੱਜ ਕੱਲ ਜੋ ਵਾਪਰਦਾ ਹੈ, ਇਹ ਸ਼ੋਰ ਸ਼ਰਾਬੇ ਹੁੰਦੇ ਨੇ ਨਾ। ਤਾਂ ਇਹ ਵੀ ਸਿਸਟਮ ਦੇ ਅੰਦਰ ਹੈ, ਰਜ਼ਾ ਵਿੱਚ, ਸਿਸਟਮ ਦੇ ਅੰਦਰ, ਕਿਉਂਕਿ ਉਹਨਾਂ ਲੋਕਾਂ ਨੇ ਸੱਚ ਨੂੰ ਫੋਲੋ ਨਹੀਂ ਕੀਤਾ ਤੇ ਉਹ ਸਿਸਟਮ ਨੂੰ ਤੋੜਨ ਕਰਕੇ ਅੰਦਰ ਹੰਕਾਰ ਹੈ, ਅੰਦਰ ਹਉਮੈ ਹੈ। ਨਹੀਂ ਤੇ ਬੜੇ ਬੜੇ ਰਾਜੇ ਮਹਾਰਾਜੇ ਹੋ ਗੁਜ਼ਰੇ ਨੇ ਜਿਹੜੇ ਬੜੇ ਭਲੇ ਸਨ। ਅੱਜ ਵੀ ਬੜੇ ਚੰਗੇ ਚੰਗੇ ਰਾਜਨੀਤਿਕ ਲੀਡਰ ਨੇ ਜਿਨ੍ਹਾਂ ਦੇ ਅੰਦਰ ਬੜੀਆਂ ਚੰਗਿਆਈਆਂ ਨੇ, ਜਿਨ੍ਹਾਂ ਨਾਲ ਲੋਕੀ ਬੜਾ ਪਿਆਰ ਕਰਦੇ ਨੇ। ਅੱਜ ਵੀ ਸ਼ੋਰ ਸ਼ਰਾਬੇ ਵਾਲੇ ਹੈ ਨੇ। ਆਮ ਸਮਾਜਿਕ ਜ਼ਿੰਦਗੀ ਵਿੱਚ ਤੁਸੀਂ ਵੇਖੋਗੇ ਸਮਾਜ ਵਿੱਚ ਬੜੇ ਅਮੀਰ ਅਮੀਰ ਲੋਕ ਨੇ ਜਿਨ੍ਹਾਂ ਦੇ ਅੰਦਰ ਕੋਈ ਹੰਕਾਰ ਨਹੀਂ ਹੈ। ਲੇਕਿਨ ਕਈ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਵਿੱਚ ਬੜਾ ਹੰਕਾਰ ਹੈ, ਉਹ ਪੈਸੇ ਦੇ ਹੰਕਾਰ ਵਿੱਚ ਤੁਰੇ ਫਿਰਦੇ ਨੇ, ਗਿਆਨ ਦੇ ਹੰਕਾਰ ਵਿੱਚ ਤੁਰੇ ਫਿਰਦੇ ਨੇ। ਬੜੇ ਵਿਦਵਾਨ ਲੋਕ ਐਸੇ ਹੋਣਗੇ, ਉਹਨਾਂ ਦੇ ਅੰਦਰ ਆਪਣੇ ਗਿਆਨ ਦਾ ਹੀ ਬੜਾ ਹੰਕਾਰ ਹੈ। ਉਹ ਦੂਜਿਆਂ ਦੇ ਨਾਲ ਬੋਲਣਾ ਹੀ ਨਹੀਂ ਚਾਹਣਗੇ, ਦੂਜਿਆਂ ਨੂੰ ਨੀਵਾਂ ਵਿਖਾਉਣਾ ਚਾਹਣਗੇ। ਗੱਲ ਕੇਵਲ ਪੈਸੇ ਦੀ, ਰਾਜਮਾਲ ਦੀ ਨਹੀਂ ਹੈ, ਇਹ ਹਰ ਥਾਂ ਤੇ ਗੱਲ। ਕਿਸੇ ਦੇ ਅੰਦਰ ਗੁਣਾਂ ਦਾ ਹੰਕਾਰ ਪੈਦਾ ਹੋ ਗਿਆ, ਰੂਪ ਦਾ ਹੰਕਾਰ ਪੈਦਾ ਹੋ ਗਿਆ, ਵਿਦਿਆ ਦਾ ਹੰਕਾਰ ਪੈਦਾ ਹੋ ਗਿਆ, ਆਪਣੇ ਧਰਮੀ ਹੋਣ ਦੀ ਫੂੰ-ਫਾਂ ਪੈਦਾ ਹੋ ਗਈ। ਤਾਂ ਇਹ ਸਾਰਾ ਕੁਝ ਸਿਸਟਮ ਦੇ ਵਿੱਚ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤੀ ਲਾਣੀ, ਆਪਣੀ ਸੁਰਤ ਨੂੰ ਉੱਚਾ ਕਰਨਾ। ਤਾਂ ਜੇ ਕੋਈ ਸਿਸਟਮ ਤੋਂ ਬਾਹਰ ਜਾ ਕੇ ਸੁਰਤ ਨੂੰ ਉੱਚਾ ਕਰਨਾ ਚਾਹੇ ਤਾਂ ਉਹ ਨਹੀਂ ਹੋਏਗਾ। ਸਿਸਟਮ ਹੈ ਗਿਆਨ ਵਿਚਾਰ ਰਾਹੀਂ, ਗਿਆਨ ਦੀ ਵੀ ਜਿਹੜੀ ਹੈ ਸਿਸਟਮ ਹੈ, ਵਿਚਾਰ ਦੀ ਸਿਸਟਮ ਹੈ। ਜੇ ਕੋਈ ਚਾਹੇ ਕਿ ਰਜ਼ਾ ਤੋਂ ਬਾਹਰ ਗਿਆਨ ਹਾਸਲ ਕਰਨਾ ਚਾਹੇ ਤਾਂ ਉਹਦੇ ਵਿੱਚ ਜ਼ੋਰ ਨਹੀਂ ਹੈ। ਕਿਸੇ ਜ਼ੋਰ ਨਾਲ, ਤਾਕਤ ਨਾਲ ਰੱਬੀ ਰਜ਼ਾ ਤੋਂ ਬਾਹਰ, ਲਾ ਆਫ ਨੇਚਰ ਤੋਂ ਬਾਹਰ, ਜਾਂ ਜਿਹੜਾ ਸਿਸਟਮ ਹੈ ਉਹਦੇ ਤੋਂ ਬਾਹਰ ਗਿਆਨ ਵੀ ਹਾਸਲ ਨਹੀਂ ਨਾ ਕੀਤਾ ਜਾ ਸਕਦਾ। ਜੇ ਕੋਈ ਘਰ ਦੇ ਵਿੱਚ ਹੀ ਬੈਠਾ, ਮੰਨ ਲਓ ਮੈਂ ਆ ਜਾਂ ਕੋਈ ਹੋਰ ਵੀਰ ਹੈ, ਨੌਜਵਾਨ ਬੱਚਾ ਹੈ, ਉਹ ਮਾਸਟਰ ਕਰਨ ਹੋਣਾ ਚਾਹੁੰਦਾ ਹੈ ਫਿਜ਼ਿਕਸ ਵਿੱਚ, PhD ਕਰਨਾ ਚਾਹੁੰਦਾ ਹੈ ਫਿਜ਼ਿਕਸ ਦੀ, ਲੇਕਿਨ ਉਹ ਪੜ੍ਹ ਰਿਹਾ ਹੈ ਹਿਸਟਰੀ। ਹੁਣ ਹਿਸਟਰੀ ਪੜ੍ਹ ਕੇ ਫਿਜ਼ਿਕਸ ਵਿੱਚ PhD ਨਹੀਂ ਨਾ ਕੀਤੀ ਜਾ ਸਕਦੀ। ਜੇ ਕੋਈ ਬਣਨਾ ਚਾਹੁੰਦਾ ਹੈ ਵਕੀਲ, ਬਣਨਾ ਚਾਹੁੰਦਾ ਹੈ ਵਕੀਲ, ਲੇਕਿਨ ਉਹ ਪੜ੍ਹ ਰਿਹਾ ਹੈ ਆਯੁਰਵੇਦ ਦੀਆਂ ਦਵਾਈਆਂ ਬਾਰੇ, ਤਾਂ ਆਯੁਰਵੇਦ ਪੜ੍ਹ ਕੇ ਵਕੀਲ ਥੋੜੀ ਬਣਿਆ ਜਾਂਦਾ। ਸਿਸਟਮ ਹੈ ਨਾ, ਜਿਹੜੀ ਚੀਜ਼ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ, ਜਿਸ ਕਿਸਮ ਦਾ ਗਿਆਨ, ਉਸ ਰਾਹ ਦੇ ਉੱਤੇ ਹੀ ਤੁਰਨਾ ਪਵੇਗਾ। ਜੇ ਅਸੀਂ ਉਸ ਰਾਸਤੇ ਨੂੰ ਨਹੀਂ ਅਪਣਾਉਂਦੇ ਤਾਂ ਅਸੀਂ ਐਸਾ ਕੁਝ ਨਹੀਂ ਕਰ ਸਕਦੇ। ਜੇ ਕੋਈ ਬਣਨਾ ਚਾਹੁੰਦਾ ਹੈ ਕੰਪਿਊਟਰ ਦਾ ਮਾਸਟਰ, ਤੇ ਕੰਪਿਊਟਰ ਦਾ ਮਾਸਟਰ ਬਣਨ ਵਾਸਤੇ ਖੇਲਦਾ ਹੈ ਸਾਰਾ ਦਿਨ ਫੁੱਟਬਾਲ, ਤੇ ਕਵੇ ਕਿ ਮੈਂ ਫੁੱਟਬਾਲ ਖੇਲ ਖੇਲ ਕੇ ਤੇ ਕੰਪਿਊਟਰ ਦਾ ਮਾਸਟਰ ਬਣ ਜਾਵਾਂ, ਐਸਾ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ।
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਗਿਆਨ ਹੈ ਤਾਂ ਇਹ ਵੀ ਇਹਦੇ ਵਿੱਚ ਕੋਈ ਜ਼ੋਰ ਨਹੀਂ ਹੈ, ਸਿਸਟਮ ਤੋਂ ਬਾਹਰ ਜਾ ਕੇ ਕੋਈ ਗਿਆਨ ਹਾਸਲ ਨਹੀਂ ਕਰ ਸਕਦਾ। ਜੇ ਵਿਚਾਰਵਾਨ ਬਣਨਾ ਹੈ, ਚੰਗੀਆਂ ਵਿਚਾਰਾਂ ਆਪਣੇ ਅੰਦਰ ਲਿਆਉਣੀਆਂ ਨੇ, ਤਾਂ ਸਿਸਟਮ ਹੈ ਨਾ। ਜੇ ਕੋਈ ਹੁਣ ਚੰਗੇ ਇਨਸਾਨਾਂ ਦੇ ਕੋਲ ਬੈਠੇਗਾ, ਚੰਗੀਆਂ ਪੁਸਤਕਾਂ ਪੜ੍ਹੇਗਾ, ਜਿਵੇਂ ਅਸੀਂ ਬਾਣੀ ਪੜ੍ਹ ਰਹੇ ਹਾਂ, ਚੰਗੀਆਂ ਵਿਚਾਰਾਂ ਕਰਾਂਗੇ ਤਾਂ ਸਾਡੇ ਵਿਚਾਰ ਦੇ ਅੰਦਰ ਚੰਗੀਆਂ ਵਿਚਾਰਾਂ ਆ ਜਾਣਗੀਆਂ। ਤੇ ਜੇ ਕੋਈ ਬੰਦਾ ਕਹੇ ਕਿ ਮੈਂ ਵੇਖਾਂ ਸਿਰਫ ਫਿਲਮਾਂ, ਜਾਵਾਂ ਮੈਂ ਸਿਰਫ ਪੱਬਾਂ ਕਲੱਬਾਂ ਵਿੱਚ ਨਾਚ ਵੇਖਾਂ, ਗਾਣੇ ਗਾਵਾਂ, ਜਾਂ ਮੈਂ ਸ਼ੋਰਾਂ ਦੀ ਵਿਕਾਰੀਆਂ ਦੀ ਸੰਗਤ ਕਰਾਂ ਤੇ ਮੇਰੇ ਮਨ ਦੇ ਅੰਦਰ ਚੰਗੇ ਵਿਚਾਰ ਆ ਜਾਣ, ਐਸਾ ਨਹੀਂ ਹੋਏਗਾ। ਸਿਸਟਮ ਹੈ ਹਰ ਚੀਜ਼ ਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚਾਹੇ ਕੋਈ ਸੁਰਤ ਉੱਚੀ ਕਰਨੀ ਚਾਹੁੰਦਾ ਹੈ, ਚਾਹੇ ਕੋਈ ਗਿਆਨਵਾਨ ਹੈ, ਵਿਚਾਰਵਾਨ ਹੈ, ਉਹਦੇ ਅੰਦਰ ਕੋਈ ਜ਼ੋਰ ਨਹੀਂ ਕਿ ਉਹ ਸਿਸਟਮ ਤੋਂ ਬਾਹਰ ਕੁਝ ਕਰ ਸਕੇ, ਰਜਾ ਤੋਂ ਬਾਹਰ ਕੁਝ ਕਰ ਸਕੇ। ਔਰ ਹਕੀਕਤ ਹੈ, ਸਿੰਪਲ ਗੱਲ ਸਾਡੀ ਸਮਝ ਵਿੱਚ ਆ ਰਹੀ ਹੈ ਨਾ ਇਹ ਚੀਜ਼ਾਂ। ਕੀ ਅਸੀਂ ਕੁਝ ਸਿਸਟਮ ਤੋਂ ਬਾਹਰ ਮੇਰੀ ਭੈਣੋ ਵੀਰੋ ਕਰ ਸਕਦੇ ਹਾਂ? ਸਿਰ ਹਿਲਾ ਕੇ ਥੋੜਾ ਜਵਾਬ ਦਿਓ। ਨਹੀਂ ਨਾ। ਇਸ ਲਈ ਰਜਾ ਦੇ ਅੰਦਰ, ਸਿਸਟਮ ਦੇ ਅੰਦਰ ਹੈ ਹਰ ਚੀਜ਼। ਜੋ ਵੀ ਜਿਸਨੇ ਵੀ ਵਿਕਾਸ ਕੀਤਾ ਹੈ, ਚਾਹੇ ਸਾਡੀ ਦੁਨੀਆ ਦੇ ਅੰਦਰ ਰਾਜਨੀਤਿਕ ਵਿਕਾਸ ਹੋਇਆ ਹੈ, ਸਮਾਜਿਕ ਵਿਕਾਸ ਹੋਇਆ ਹੈ, ਧਾਰਮਿਕ ਦੁਨੀਆ ਵਿੱਚ ਵਿਕਾਸ ਹੋਇਆ ਹੈ, ਆਰਥਿਕ ਦੁਨੀਆ ਵਿੱਚ ਵਿਕਾਸ ਕੀਤਾ ਹੈ, ਕਿਸੇ ਨੇ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ, ਆਤਮਿਕ ਤੌਰ ਤੇ ਵਿਕਾਸ ਕੀਤਾ ਹੈ, ਤਾਂ ਉਹਦਾ ਇੱਕ ਸਿਸਟਮ ਹੈ, ਕਾਨੂੰਨ ਹੈ, ਇੱਕ ਰਾਸਤਾ ਹੈ, ਇੱਕ ਮਰਿਆਦਾ ਹੈ। ਉਹਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜਿਵੇਂ ਕੋਈ ਪਰਿਵਾਰ ਚਾਹੇ ਕਿ ਸਾਡੇ ਪਰਿਵਾਰ ਦੇ ਅੰਦਰ ਸੁਖ ਸ਼ਾਂਤੀ ਰਹੇ, ਸਾਡਾ ਪਰਿਵਾਰ ਸਵਰਗ ਬਣ ਜਾਏ, ਅਸੀਂ ਮਾਂ-ਬਾਪ, ਪਤੀ ਪਤਨੀ, ਬੱਚੇ ਸਾਰੇ ਆਪਣੇ ਘਰ ਨੂੰ ਸਵਰਗ ਬਣਾ ਲਈਏ, ਚਾਹੇ ਤੇ ਇਹ ਤੇ ਗੱਲ ਇੱਕ ਦੂਜੇ ਦੀ ਮੰਨਣ ਨਾ, ਤਾਂ ਕਿਵੇਂ ਸਵਰਗ ਬਣ ਜਾਏਗਾ? ਨਿੱਕੀ ਜੀ ਕਹਾਣੀ ਹੈ। ਕੋਈ ਕਿਸੇ ਐਸੇ ਪਰਿਵਾਰ ਦੇ ਘਰ ਵਿੱਚ ਗਿਆ ਜਿਨ੍ਹਾਂ ਦੀ ਨਾ ਬੜੀ ਸ਼ੋਭਾ ਸੀ, ਪਤੀ ਪਤਨੀ ਸਨ, ਬੱਚੇ ਸਨ ਉਹਨਾਂ ਦੇ, ਬੜੀ ਸ਼ੋਭਾ ਸੀ। ਲੋਕ ਕਹਿੰਦੇ ਸੀ ਬਹੁਤ ਪਿਆਰੇ ਪਤੀ ਪਤਨੀ ਨੇ, ਬੜੀ ਚੰਗੀ ਉਹਨਾਂ ਦੀ ਜ਼ਿੰਦਗੀ ਹੈ, ਬੜੇ ਚੰਗੇ ਨੇ, ਸੂਝਵਾਨ ਨੇ, ਉਹਨਾਂ ਦੇ ਘਰ ਵਿੱਚ ਬੜਾ ਸੁੱਖ ਹੈ, ਸ਼ਾਂਤੀ ਹੈ, ਆਨੰਦ ਖੇੜਾ ਹੈ, ਲੋਕ ਉਹਨਾਂ ਦੀ ਇੱਜ਼ਤ ਔਰ ਸਤਿਕਾਰ ਕਰਦੇ ਸਨ। ਤੇ ਨਾਲ ਗੁਆਂਢ ਦੇ ਅੰਦਰ ਇੱਕ ਪਤੀ ਪਤਨੀ ਸਨ। ਉਹਨਾਂ ਨੇ ਸੋਚਿਆ, ਉਸ ਪਤੀ ਨੇ, ਕਿ ਵੀ ਇਹਨਾਂ ਦੀ ਇੰਨੀ ਸਿਫਤ ਹੁੰਦੀ ਹੈ, ਇੰਨੇ ਸੁਖੀ ਨੇ, ਇਹਨਾਂ ਦੇ ਘਰ ਵਿੱਚ ਹਾਸਾ ਬਖੇੜਾ ਹੈ, ਤੇ ਕਿਉਂ ਨਾ ਮੈਂ ਵੀ ਪੁੱਛਾਂ ਇਹਨਾਂ ਤੋਂ, ਤੇ ਇਹਨਾਂ ਵਾਲਾ ਕੰਮ ਅਸੀਂ ਵੀ ਕਰੀਏ ਤੇ ਯਾਰ ਸਾਡੇ ਘਰ ਵੀ ਸੁਖ ਸ਼ਾਂਤੀ ਆ ਜਾਏ। ਉਹ ਉਹਨਾਂ ਦੇ ਘਰ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ, ਭਾਈ ਸਾਹਿਬ ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹਾਂ, ਤੁਹਾਡਾ ਇੰਨਾ ਪਿਆਰ ਹੈ, ਤੁਸੀਂ ਜਿੱਥੇ ਜਾਂਦੇ ਹੋ ਇਕੱਠੇ ਜਾਂਦੇ ਹੋ, ਬੱਚੇ ਹੱਸਦੇ ਖੇਡਦੇ, ਤੁਸੀਂ ਵਿਕਾਸ ਵੀ ਕਰ ਰਹੇ ਹੋ, ਤੁਹਾਡੇ ਘਰ ਵਿੱਚ ਹਾਸਾ ਖੇੜਾ ਹੈ, ਆਨੰਦ ਪ੍ਰਸੰਨਤਾ ਹੈ, ਤੁਹਾਡੀ ਚਾਰ ਚੁਫੇਰੇ ਸ਼ੋਭਾ ਹੈ, ਤੇ ਮੈਂ ਵੀ ਚਾਹੁੰਦਾ ਵੀ ਸਾਡਾ ਘਰ ਵੀ ਐਵੇਂ ਬਣ ਜਾਏ। ਤੁਸੀਂ ਮੈਨੂੰ ਦੱਸੋਗੇ ਕੋਈ ਕਾਰਨ ਇਹਦਾ ਕੀ ਹੈ, ਤੁਹਾਡੀ ਇਹ ਸ਼ੋਭਾ ਕਿਉਂ ਹੈ? ਉਹ ਕਹਿਣ ਲੱਗਾ, ਹਾਂ ਦੱਸ ਦੇਣਾ, ਮੈਨੂੰ ਕੀ ਪ੍ਰੋਬਲਮ ਹੈ, ਜੇ ਤੁਸੀਂ ਵੀ ਚੀਜ਼ ਨੂੰ ਅਪਣਾ ਲਓ ਤਾਂ ਮੈਂ ਤੈਨੂੰ ਦੱਸ ਦੇਣਾ, ਆ ਦੇਖ ਲੈ। ਉਹਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ, ਹਾੜ ਦੇ ਦਿਨ ਸਨ, ਘਰ ਵਾਲੀ ਨੂੰ ਆਵਾਜ਼ ਮਾਰੀ ਤੇ ਉਹਦੀ ਘਰ ਵਾਲੀ ਆਵਾਜ਼ ਸੁਣ ਕੇ ਆ ਗਈ। ਕਹਿਣ ਲੱਗਾ, ਏਦਾਂ ਕਰ, ਦਾਬੜਾ ਲੈ ਤੇ ਬਾਹਰੋਂ ਨਾ ਚੀਕਣੀ ਮਿੱਟੀ ਲੈ ਕੇ ਆ। ਘਰ ਵਾਲੀ ਨੇ ਦਾਬੜਾ ਚੁੱਕਿਆ ਤੇ ਉਹ ਚੀਕਣੀ ਮਿੱਟੀ ਲੈਣ ਚੱਲੀ। ਹਾੜ ਦੇ ਦਿਨ ਚੀਕਣੀ ਮਿੱਟੀ ਲੈ ਆਈ ਟਿਮਾ, ਤੇ ਕਹਿੰਦਾ ਹੁਣ ਏਦਾਂ ਕਰ ਵੀ ਇਸ ਚੀਕਣੀ ਮਿੱਟੀ ਨੂੰ ਨਾ ਇੱਥੇ ਧੁੱਪੇ ਬੈਠ ਕੇ ਤੇ ਕੁੱਟ। ਉਹਨੇ ਕੁੱਟ ਦਿੱਤੀ। ਕਹਿੰਦਾ ਇਹਨੂੰ ਬਰੀਕ ਕੁੱਟ, ਤੇ ਉਹਨੇ ਬਰੀਕ ਕੁੱਟ। ਕਹਿੰਦਾ ਇਹਨੂੰ ਛਾਨਣੀ ਨਾਲ ਛਾਣ ਦੇ, ਉਹਨੇ ਛਾਨਣੀ ਨਾਲ ਛਾਣ ਦਿੱਤੀ। ਕਹਿੰਦਾ ਹੁਣ ਇੰਝ ਕਰ, ਇਹਦੇ ਵਿੱਚ ਥੋੜਾ ਦੁੱਧ ਪਾ ਕੇ ਤੇ ਇਹਨੂੰ ਗੁੰਨ ਦੇ। ਉਹਨੇ ਮਿੱਟੀ ਵਿੱਚ ਦੁੱਧ ਪਾਇਆ ਤੇ ਮਿੱਟੀ ਉਹਨੇ ਗੁੰਨ ਦਿੱਤੀ। ਕਹਿੰਦਾ ਹੁਣ ਇਹਦੇ ਨਾਲ ਦੀਵੇ ਬਣਾ ਦੇ। ਉਹਨੇ ਦੀਵੇ ਬਣਾ ਦਿੱਤੇ। ਕਹਿੰਦਾ ਰੂੰ ਲਿਆ। ਉਹਨੇ ਰੂੰ ਲੈਣ ਦਾ, ਕਹਿੰਦਾ ਇਹਦੀਆਂ ਬੱਤੀਆਂ ਵੱਟ ਕੇ ਨਾ ਦੀਵਿਆਂ 'ਚ ਪਾ ਦੇ, ਤੇ ਉਹ ਦੇਸੀ ਘਿਓ ਲਿਆ ਕੇ ਸਾਰੇ ਦੀਵਿਆਂ 'ਚ ਪਾ ਦੇ। ਦੀਵਿਆਂ 'ਚ ਪਾ ਦਿੱਤਾ ਤੇ ਕਹਿੰਦਾ ਹੁਣ ਇੱਥੇ ਨਾ ਲੈਣ ਲਾ ਕੇ ਦੀਵੇ ਜਗਾ ਦੇ। ਉਹਨੂੰ ਲੈਣ ਲਾ ਕੇ ਦੀਵੇ ਜਗਾ ਦਿੱਤੇ ਤੇ ਕਹਿੰਦਾ ਵੇਖ ਕਿੰਨੇ ਸੋਹਣੇ ਲੱਗਦੇ ਨੇ। ਕਹਿੰਦੀ ਹਾਂ ਜੀ ਬਹੁਤ ਸੋਹਣੇ, ਕਿਆ ਬਾਤ ਹੈ, ਤੇ ਚਮਚਮ ਕਰਦੇ ਨੇ ਦੀਵੇ, ਬਹੁਤ ਸੋਹਣੇ ਲੱਗਦੇ।
ਉਹ ਬੰਦੇ ਨੂੰ ਕਹਿੰਦਾ ਵੀ ਸਾਡੀ ਸ਼ੋਭਾ ਐਸ ਕਰਕੇ, ਸਾਡੇ ਘਰ ਖੁਸ਼ੀ ਦਾ ਕਾਰਨ ਐ ਵੇ, ਸਾਡੀ ਲੋਕਾਂ ਸ਼ੋਭਾ ਤਾਂ ਕਰ। ਬੰਦਾ ਬੜਾ ਖੁਸ਼ ਹੋ ਕਹਿਣ ਲੱਗਿਆ ਤੇ ਮੈਨੂੰ ਤਾਂ ਦੋ ਦਾ ਗੱਲ ਹੈ, ਆਪਾਂ ਅੱਜ ਹੀ ਸ਼ੋਭਾ ਖੱਟ ਲੈਣੀ ਹੈ ਸਾਰੀ। ਘਰ ਗਿਆ, ਘਰ ਜਾ ਕੇ ਕਹਿੰਦਾ ਇੰਜ ਕਰ, ਦਾਬੜਾ ਚੁੱਕ ਤੇ ਉਥੋਂ ਨਾ ਚੀਕਣੀ ਮਿੱਟੀ ਲਿਆ ਪੁੱਟ ਕੇ। ਉਹ ਆਂਦੀ ਦੁਪਹਿਰ ਲੱਗੀ, ਸਿਰ ਸੜਦਾ ਵਾ, ਦਾਬੜਾ ਮਿੱਟੀ ਲਿਆਵਾਂ, ਮਿੱਟੀ ਸਿਰ ਚ ਪਾਣੀ ਹੈ, ਮਿੱਟੀ ਦਾ ਕਰਨਾ। ਉਹ ਕਹਿੰਦਾ ਮੈਂ ਆਪਣੀ ਸ਼ੋਭਾ ਖਿਲਾਰਨੀ। ਉਹ ਕਹਿੰਦੀ ਮੈਂ ਨਹੀਂ। ਕਹਿੰਦਾ ਜਾਨੀ ਕਿ ਉਹਨੇ ਡਾਂਗ ਫੜੀ, ਉਹ ਵਿਚਾਰੀ ਗਈ ਲੈ ਹੀ ਮਿੱਟੀ ਔਖੀ ਸੌਖੀ। ਕਹਿੰਦਾ ਇਹਨੂੰ ਕੁੱਟਦੇ, ਉਹਨੇ ਡਰਦੀ ਨੇ ਕੁੱਟ ਦਿੱਤੀ ਤੇ ਡਾਂਗ ਲੈ ਕੇ ਕੋਲ ਖਲੋਤਾ। ਕਹਿੰਦਾ ਇਹਨੂੰ ਛਾਣ ਦੇ, ਉਹਨੇ ਛਾਣ ਦੇ। ਕਹਿੰਦਾ ਹੁਣ ਇੰਜ ਕਰ, ਤੇ ਉਹਦਾ ਕਿਲੋ ਦੁੱਧ ਪਿਆ ਨਾ, ਉਹ ਇਹਦੇ ਵਿੱਚ ਪਾ ਕੇ ਤੈਨੂੰ ਗੁੰਨ ਮਿੱਟੀ ਨੂੰ। ਉਹ ਕਹਿੰਦੀ ਤੇਰਾ ਦਿਮਾਗ ਖਰਾਬ ਹੋ ਗਿਆ, ਪਾਗਲ ਹੈ ਤੂੰ, ਦੁੱਧ ਬੱਚਿਆਂ ਨੂੰ ਪਿਆਣਾ ਹੈ, ਬੱਚਿਆਂ ਨੂੰ ਚਾਹ, 1 ਕਿਲੋ ਦੁੱਧ ਸਵੇਰੇ ਮੁੱਲ ਲਿਆ ਹੈ। ਉਹਦਾ ਮੈਂ ਸ਼ੋਭਾ ਆਂਦੀ, ਮੈਂ ਤੇਰੀ ਸ਼ੋਭਾ ਸ਼ੁਭਾ ਉੱਪਰ ਆ। ਉਹ ਅੱਗੇ ਘਰ ਵਾਲੀ ਤੇ ਪਿੱਛੇ ਬੰਦਾ, ਉਹਨੇ ਰੌਲਾ ਪਾ ਦਿੱਤਾ। ਲੋਕ ਇਕੱਠੇ ਹੋ ਗਏ, ਕਹਿੰਦੀ ਮੇਰੇ ਘਰ ਵਾਲੇ ਨੂੰ ਲੈ ਜਾਓ ਹਸਪਤਾਲ, ਪਾਗਲ ਹੋ ਗਿਆ, ਪਾਗਲ ਹੋ ਗਿਆ। ਉਹ ਕਹਿੰਦੀ ਗੱਲ ਕੀ? ਕਹਿੰਦਾ ਮੈਨੂੰ ਇੱਕ ਤੇ ਦੁਪਹਿਰ ਵੇਲੇ ਨੇ ਮਿੱਟੀ ਲੈਣ ਭੇਜਿਆ, ਦੱਸੋ ਮਿੱਟੀ ਦਾ ਕਰਨਾ ਕੀ? ਫਿਰ ਮੇਰੇ ਤੋਂ ਦੁਪਹਿਰ ਵੇਲੇ ਬਾਹਰ ਧੁੱਪੇ ਬਹਿ ਕੇ ਕਟਾਈ ਹੈ, ਮੁੜਕੂ ਮੁੜਕੀ ਮੈਂ ਹੋਈ ਆ, ਤੇ ਹੁਣੇ ਮਰਨਾ। ਕਹਿੰਦਾ ਲਿਆ ਕੇ ਦੁੱਧ ਤੇ ਉਹਨੂੰ ਗੁੰਨ ਤੇ ਵਿੱਚ ਘਿਓ ਪਾ ਕੇ ਦੀਵੇ ਜਗਾ। ਦੁਪਹਿਰ ਵੇਲੇ ਕੋਈ ਦੀਵੇ ਜਗਾਉਂਦਾ? ਲੋਕਾਂ ਨੇ ਫੜਿਆ ਤੇ ਉਹਨੂੰ ਹਸਪਤਾਲ ਲੈ ਚੱਲੇ ਵੀ ਪਾਗਲ ਹੋ ਗਿਆ। ਉਹ ਕਹਿੰਦਾ ਯਾਰ ਮੈਂ ਪਾਗਲ ਨਹੀਂ ਹੋਇਆ, ਮੈਂ ਤੇ ਆ ਗੁਆਂਢੀ ਦੀ ਤਰ੍ਹਾਂ ਆਪਣੀ ਸ਼ੋਭਾ ਖਿਲਾਰਨੀ ਸੀ। ਉਹਨਾਂ ਨੇ ਸਾਰੀ ਕਹਾਣੀ ਸੁਣੀ ਤੇ ਫਿਰ ਗੁਆਂਢੀ ਵੱਲ ਗਏ, ਕਹਿਣ ਲੱਗੇ ਤੂੰ, ਕਹਿਣ ਲੱਗਾ ਵੀ ਮੈਂ ਤੈਨੂੰ ਇਹ ਤੇ ਨਹੀਂ ਸੀ ਕਿਹਾ, ਮੈਨੂੰ ਤੇ ਇਹਨੇ ਸਵਾਲ ਪੁੱਛਿਆ ਸੀ ਵੀ ਤੁਹਾਡੀ ਸ਼ੋਭਾ ਕਿਵੇਂ ਹੈ। ਤੇ ਕਹਿੰਦਾ ਮੈਂ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਸੀ, ਜੋ ਕੁਛ ਮੈਂ ਕਹਿੰਦਾ ਗਿਆ ਪਿਆਰ ਦੇ ਨਾਲ ਉਹ ਕਰਦੀ ਗਈ, ਉਹਨੇ ਕਿੰਤੂ ਪਰੰਤੂ ਕੀਤਾ ਹੀ ਨਹੀਂ। ਸਾਡਾ ਇੰਨਾ ਤਾਲਮੇਲ ਹੈ ਆਪਸ ਦੇ ਵਿੱਚ, ਸਾਡਾ ਇੰਨਾ ਪਰਸਪਰ ਤਾਲਮੇਲ ਹੈ, ਅਸੀਂ ਇੱਕ ਦੂਜੇ ਦੀ ਗੱਲ ਨੂੰ ਮੰਨਦੇ ਹਾਂ। ਤੇ ਮੇਰੇ ਤੇ ਕਹਿਣ ਦਾ ਇੱਕ ਭਾਵ ਸੀ ਕਿ ਜੇ ਤੁਸੀਂ ਪਿਆਰ ਦੇ ਨਾਲ ਇੱਕ ਦੂਜੇ ਵਾਸਤੇ ਸਮਰਪਣ ਕਰ ਦਿਓ ਤਾਂ ਤੁਹਾਡੇ ਘਰ ਵੀ ਸੁੱਖ ਸ਼ਾਂਤੀ ਆ ਸਕਦੀ ਹੈ। ਸਿਸਟਮ ਹੈ ਨਾ, ਹੁਣ ਡਾਂਗ ਨਾਲ ਮਿੱਟੀ ਕਟਾ ਕੇ ਦੇਣੀ ਨਾ ਸ਼ਾਂਤੀ ਆ ਸਕਦੀ ਜੇ ਪੁੱਠੇ ਕੰਮ ਕਰੋਗੇ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਗਿਆਨ ਹੈ, ਜਿਹੜਾ ਵਿਚਾਰ ਹੈ, ਸਾਰਾ ਕੁਝ ਕਿਸੇ ਸਿਸਟਮ ਦੇ ਵਿੱਚ, ਰਜਾ ਤੋਂ ਬਾਹਰ ਨਹੀਂ। ਨਹੀਂ ਤੇ ਡਾਂਗ ਨਾਲ ਮਿੱਟੀ ਕਟਾਉਣ ਵਾਲੀ ਗੱਲ ਹੋ ਜਾਏਗੀ। ਔਰ ਆਮ ਘਰਾਂ ਦੇ ਅੰਦਰ ਡਾਂਗ ਦੇ ਨਾਲ ਮਿੱਟੀ ਕਟਾਈ ਜਾ ਰਹੀ ਹੈ ਤੇ ਕੁੱਟੀ ਜਾ ਰਹੀ ਹੈ। ਅਗਲਾ ਬਚਨ ਕਰਦੇ ਨੇ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਕਿ ਜੇ ਆਪਣੇ ਜ਼ੋਰ ਦੀਆਂ ਜੁਗਤੀਆਂ ਦੇ ਨਾਲ ਸੰਸਾਰ ਤੋਂ ਛੁੱਟਣਾ ਕੋਈ ਚਾਹੇ ਤਾਂ ਨਹੀਂ ਛੁੱਟ ਸਕੇਗਾ। ਕਿ ਆਪਣੀਆਂ ਜੁਗਤੀਆਂ ਲਾ ਕੇ ਸਿਸਟਮ ਤੋਂ ਬਾਹਰ, ਰੱਬੀ ਰਜ਼ਾ ਤੋਂ ਬਾਹਰ, ਆਪਣੀਆਂ ਚਲਾਕੀਆਂ, ਜਿਨ੍ਹਾਂ ਨੂੰ ਜਪਜੀ ਸਾਹਿਬ ਵਿੱਚ ਅਸੀਂ ਪਹਿਲਾਂ ਪੜ੍ਹੇ ਹਾਂ, ਸਹਿਜ ਸਿਆਣਪਾਂ ਲੱਖੋਂ ਹੈ ਤਾਂ ਇੱਕ ਨਾ ਚੱਲੇ ਨਾਲ। ਕੋਈ ਇੱਕ ਵੀ ਚਤੁਰਾਈ ਨਾਲ ਨਹੀਂ ਚੱਲਦੀ, ਚਤੁਰਾਈ ਦੇ ਨਾਲ ਨਹੀਂ ਛੁੱਟਿਆ ਜਾ ਸਕਦਾ। ਤੇ ਜੇ ਸੰਸਾਰ ਦੇ ਬੰਧਨਾਂ ਤੋਂ ਛੁੱਟਣਾ ਚਾਹੀਏ ਆਪਣੀਆਂ ਜੁਗਤੀਆਂ ਦੇ ਨਾਲ, ਜੋ ਸਿਸਟਮ ਤੋਂ ਬਾਹਰ ਨੇ, ਤਾਂ ਕਿਵੇਂ ਛੁੱਟ ਲੋਗੇ? ਆਪਣੀਆਂ ਜੁਗਤੀਆਂ ਉਕਤੀਆਂ ਦੇ ਨਾਲ ਮਨੁੱਖ ਨੇ ਸੁਖ ਸ਼ਾਂਤੀ ਹਾਸਲ ਕਰਨ ਦੀ ਟਰਾਈ ਕੀਤੀ, ਤੇ ਜਿਨ੍ਹਾਂ ਘਰਾਂ ਪਰਿਵਾਰਾਂ ਵਿੱਚ, ਜਿਨ੍ਹਾਂ ਸਮਾਜਾਂ ਵਿੱਚ, ਜਿਨ੍ਹਾਂ ਕੌਮਾਂ ਦੇ ਅੰਦਰ ਕੋਈ ਮਰਿਆਦਾ ਨਹੀਂ ਜ਼ਿੰਦਗੀ ਜੀਣ ਦੀ, ਕੋਈ ਢੰਗ ਤਰੀਕਾ ਨਹੀਂ ਹੈ, ਉਹ ਇਹਨਾਂ ਵਿਕਾਰਾਂ ਤੋਂ ਨਹੀਂ ਛੁੱਟ ਪਾਏ, ਉਹ ਇਹਨਾਂ ਜੰਜਾਲਾਂ ਤੋਂ ਨਹੀਂ ਛੁੱਟ ਪਾਏ, ਉਹ ਝਗੜਿਆਂ ਝਾਂਜਾਂ ਤੋਂ ਨਹੀਂ ਬਚ ਪਾਏ। ਤੇ ਹਕੀਕਤ ਹੈ, ਜੇ ਛੋਟੀਆਂ ਛੋਟੀਆਂ ਅਸੀਂ ਮਿਸਾਲਾਂ ਲਈਏ ਨਾ, ਸਾਨੂੰ ਇਹ ਚੀਜ਼ਾਂ ਛੇਤੀ ਸਮਝ ਆ ਜਾਂਦੀਆਂ ਨੇ, ਕਿਉਂਕਿ ਅਸੀਂ ਗ੍ਰਸਤੀ ਹਾਂ ਤੇ ਇੱਕ ਦੂਜੇ ਦੇ ਅਸੀਂ ਘਰ-ਬਾਰ ਨੂੰ, ਪਰਿਵਾਰ ਨੂੰ ਜਾਣਦੇ ਹਾਂ, ਕਿਉਂਕਿ ਸਾਰਿਆਂ ਦਾ ਸਾਡਾ ਸਿਸਟਮ ਤੇ ਇੱਕੋ ਹੀ ਹੈ ਨਾ, ਥੋੜੇ ਬਹੁਤੇ ਫਰਕ ਦੇ ਨਾਲ। ਹੁਣ ਹਰ ਘਰ ਪਰਿਵਾਰ ਚਾਹੁੰਦਾ ਹੈ ਕਿ ਅਸੀਂ ਸੁਖੀ ਔਰ ਸ਼ਾਂਤ ਹੋਈਏ। ਕੋਈ ਮੀਆਂ ਬੀਵੀ ਵਿਆਹ ਇਸ ਕਰਕੇ ਨਹੀਂ ਕਰਾਉਂਦੇ ਕਿ ਉਹ ਲੜਨਗੇ, ਕਿ ਉਹ ਆਪਣੇ ਘਰ ਨੂੰ ਯੁੱਧ ਦਾ ਮੈਦਾਨ ਬਣਾਉਣਗੇ ਨਾ। ਕਿਸੇ ਵੀ ਬੰਦੇ ਨੇ ਆਪਣੇ ਜੋ ਮਕਾਨ ਘਰ ਬਣਾਏ ਨੇ ਇਹਨਾਂ ਖਰਚਾ ਕਰਕੇ, ਉਹ ਇਸ ਕਰਕੇ ਨਹੀਂ ਬਣਾਏ ਕਿ ਉਹ ਇਹਨੂੰ ਯੁੱਧ ਦਾ ਅਖਾੜਾ ਬਣਾਉਣਗੇ। ਕਿਸੇ ਨੇ ਵੀ ਬੱਚਿਆਂ ਨੂੰ ਜਨਮ ਇਸ ਕਰਕੇ ਨਹੀਂ ਦਿੱਤਾ ਕਿ ਅਸੀਂ ਬੱਚਿਆਂ ਨੂੰ ਦੁਖੀ ਕਰਾਂਗੇ ਜਾਂ ਬੱਚੇ ਸਾਨੂੰ ਦੁਖੀ ਕਰਨਗੇ। ਕਿਸੇ ਨੇ ਵੀ ਆਪਣੇ ਪੁੱਤਰ ਦਾ ਵਿਆਹ ਇਸ ਕਰਕੇ ਨਹੀਂ ਕੀਤਾ ਕਿ ਅਸੀਂ ਨੂੰਹ ਨੂੰ ਦੁਖੀ ਕਰਾਂਗੇ ਜਾਂ ਨੂੰਹ ਸਾਨੂੰ ਆਣ ਕੇ ਦੁਖੀ ਕਰੇ, ਇਸ ਵਾਸਤੇ ਤਾਂ ਨਹੀਂ। ਕਾਰਾਂ, ਮੋਟਰਸਾਈਕਲਾਂ, ਸਕੂਟਰ ਜੋ ਵੀ ਹੈ, ਇਹ ਸਾਰਾ ਸੁੱਖਾਂ ਵਾਸਤੇ ਹੈ ਨਾ, ਲੇਕਿਨ ਸੁੱਖ ਹੈ ਨਹੀਂ।
सुख है नहीं, पति है पर सुख है नहीं, पत्नी है पर सुख है नहीं, बच्चे है ने सुख वास्ते पैदा कीते सन पर सुख है नहीं। ਕਾਰਨ ਇਹ ਹੈ ਕਿ ਅਸੀਂ ਦੁੱਖਾਂ ਤੋਂ ਛੁੱਟ ਨਹੀਂ ਸਕੇ ਆਪਣੇ ਯਤਨਾਂ ਨਾਲ। ਜੇ ਅਸੀਂ ਨੇਮਾਂ ਤੋਂ ਬਾਹਰ ਜਾ ਕੇ ਇਹਨਾਂ ਦੁੱਖਾਂ ਵਿਕਾਰਾਂ ਤੋਂ ਛੁਟਕਾਰਾ ਪਾਣਾ ਚਾਹੀਏ ਤਾਂ ਨਹੀਂ ਪਾ ਸਕਾਂਗੇ। ਇਸ ਲਈ ਨਿਯਮ ਨੇ ਜੋ ਆਪ ਦੇ ਨਾਲ ਅਸਾਂ ਪਹਿਲਾਂ ਸਾਂਝੇ ਕੀਤੇ ਸਨ ਨਾ, ਇਹ ਰਿਸ਼ਤਿਆਂ ਦੀ ਮਹਾਨਤਾ ਵਿੱਚ। ਹੁਣ ਜੇ ਪਰਿਵਾਰ ਨੂੰ ਅਸੀਂ ਸੁਖੀ ਔਰ ਸ਼ਾਂਤ ਰੱਖਣਾ ਚਾਹੁੰਦੇ ਹਾਂ, ਪਤਨੀ ਆਪਣੇ ਹੱਕ ਮੰਗ ਰਹੀ ਹੈ, ਪਤੀ ਆਪਣੇ ਹੱਕ ਮੰਗ ਰਿਹਾ ਹੈ, ਦੋਵਾਂ ਦੇ ਅੰਦਰ ਖਿੱਚਾਤਾਣ ਹੈ, ਤਾਂ ਇਹਦਾ ਸੋਲੂਸ਼ਨ ਕੀ ਹੈ? ਇਹਦਾ ਸੋਲੂਸ਼ਨ ਇਹ ਹੈ ਕਿ ਪਤਨੀ ਆਪਣੇ ਹੱਕ ਨਾ ਮੰਗੇ, ਇਮਾਨਦਾਰੀ ਦੇ ਨਾਲ ਪਤਨੀ ਆਪਣੇ ਫਰਜ਼ ਪੂਰੇ ਕਰੇ। ਜੋ ਪਤਨੀ ਦੇ ਫਰਜ਼ ਨੇ ਉਹ ਪਤੀ ਦੇ ਹੱਕ ਨੇ, ਬਿਨਾਂ ਮੰਗਣ ਤੋਂ ਮਿਲ ਜਾਣਗੇ। ਤੇ ਪਤੀ ਆਪਣੇ ਹੱਕ ਮੰਗਣੇ ਛੱਡੇ, ਇਮਾਨਦਾਰੀ ਦੇ ਨਾਲ ਜੋ ਪਤੀ ਵਾਲੇ ਫਰਜ਼ ਨੇ ਪਤੀ ਉਹ ਪੂਰੇ ਕਰੇ। ਜੋ ਪਤੀ ਦੇ ਫਰਜ਼ ਨੇ ਉਹ ਪਤਨੀ ਦੇ ਹੱਕ ਨੇ, ਉਹਨੂੰ ਆਟੋਮੈਟਿਕਲੀ ਮਿਲ ਜਾਣਗੇ, ਘਰ ਸ਼ਾਂਤੀ ਹੋ ਜਾਏਗੀ। ਜੋ ਬੱਚਿਆਂ ਦੇ ਫਰਜ਼ ਨੇ ਨਾ, ਬੱਚੇ ਹੱਕ ਦੀ ਬਜਾਏ ਫਰਜ਼ ਪੂਰੇ ਕਰਨ, ਬੇਟੀ ਦੇ ਬੇਟੇ ਦੇ ਫਰਜ਼ ਨੇ ਨਾ ਇਮਾਨਦਾਰੀ ਨਾਲ, ਤਾਂ ਜੋ ਬੱਚਿਆਂ ਦੇ ਫਰਜ਼ ਨੇ ਉਹ ਮਾਂ-ਬਾਪ ਦੇ ਹੱਕ ਨੇ, ਬਿਨਾਂ ਮੰਗਣ ਤੋਂ ਮਿਲ ਜਾਣਗੇ। ਮਾਂ-ਬਾਪ ਦੇ ਜੋ ਫਰਜ਼ ਨੇ ਉਹ ਬੱਚਿਆਂ ਦੇ ਹੱਕ ਨੇ, ਬਿਨਾਂ ਮੰਗਣ ਤੋਂ ਮਿਲ ਜਾਣਗੇ, ਘਰ ਸ਼ਾਂਤੀ ਹੋ ਜਾਏਗੀ। ਪਰ ਜੇ ਕੋਈ ਆਪਣੇ ਫਰਜ਼ ਨਾ ਪੂਰੇ ਕਰੇ, ਸੱਚ ਨੂੰ ਬੇਸ ਬਣਾ ਕੇ, ਤੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਚਾਹੇ ਤੇ ਕੀ ਪਾ ਸਕੇਗਾ ਜੀ? ਕਿਉਂ ਭੈਣੋ ਵੀਰੋ, ਪਾ ਸਕੇਗਾ? ਨਹੀਂ ਨਾ। ਇਸੇ ਨੂੰ ਕਹਿੰਦੇ ਨੇ ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਤੇ ਗੁਰੂ ਜੀ ਜਪਜੀ ਸਾਹਿਬ ਦੇ ਆਰੰਭ ਵਿੱਚ ਕਹੇ ਨੇ, ਹੁਕਮ ਰਜ਼ਾਈ ਚੱਲਣਾ, ਰਜ਼ਾ ਦੇ ਵਿੱਚ, ਭਾਣੇ ਦੇ ਅੰਦਰ ਹਰ ਚੀਜ਼ ਦਾ ਸਿਸਟਮ ਹੈ, ਹਰ ਚੀਜ਼ ਦੀ ਕੋਈ ਮਰਿਆਦਾ ਹੈ। ਅਗਲਾ ਬਚਨ ਕਰਦੇ ਨੇ, ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਗੁਰੂ ਜੀ ਹੁਣ ਕਹਿੰਦੇ ਨੇ ਵੀ ਜੇ ਨਹੀਂ ਵਿਸ਼ਵਾਸ ਤੁਹਾਨੂੰ, ਜੇ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ, ਜੇ ਕੋਈ ਇਹ ਮੰਨਦਾ ਹੈ ਕਿ ਨਹੀਂ ਜੀ ਸਿਸਟਮ ਤੋਂ ਬਾਹਰ ਵੀ ਕੁਝ ਹੋ ਸਕਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਜਿਸ ਹੱਥ ਜ਼ੋਰ ਹੈ ਉਹ ਕਰਕੇ ਵੇਖ ਲਓ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਕਰ ਦਾ ਮਤਲਬ ਕਰਕੇ ਵੇਖੇ, ਸੋਏ ਦਾ ਮਤਲਬ ਉਹ ਬੰਦਾ ਕਰਕੇ ਵੇਖ ਲਵੇ। ਜੇ ਨਹੀਂ ਵਿਸ਼ਵਾਸ ਤਾਂ ਗੁਰੂ ਜੀ ਕਹਿੰਦੇ ਨੇ ਆਪ ਅਜਮਾ ਕੇ ਵੇਖ ਲਓ, ਆਪ ਅਜਮਾ ਕੇ ਵੇਖ ਲਓ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਹੁਣ ਮਾਂ ਬਾਪ ਤੋਂ ਬਿਨਾਂ ਬੱਚਾ ਨਹੀਂ ਨਾ ਹੁੰਦਾ, ਪਰ ਅਸੀਂ ਕਹਿੰਦੇ ਨਾ ਜੀ ਉਹ ਫਲਾਣੇ ਬਾਬੇ ਤੋਂ ਸਾਨੂੰ ਕਿਰਪਾ ਹੋਈ, ਉਹਨੇ ਸੇਬ ਦਿੱਤਾ ਸੀ। ਤੇ ਸੇਬ ਦਿੱਤਾ ਸੀ ਤੇ ਪਤੀ ਪਤਨੀ ਫਿਜ਼ੀਕਲ ਰਿਲੇਸ਼ਨ ਨਾ ਬਣਾਓ, ਸੇਬ ਖਵਾਈ ਜਾਓ, ਕਿ ਸੇਬ ਨਾਲ ਬੱਚਾ ਹੋ ਜਾਏਗਾ? ਅਜਮਾ ਕੇ ਦੇਖ ਲਓ। ਨਹੀਂ ਨਾ। ਹੁਣ ਜੋਤਸ਼ੀ ਨੇ ਸਾਨੂੰ, ਫਲਾਣੇ ਜੋਤਸ਼ੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਤੁਹਾਨੂੰ ਕਾਰ ਮਿਲੇਗੀ। ਬਈ ਕਾਰ ਤੁਹਾਨੂੰ ਤਾਂ ਮਿਲੀ ਹੈ, 5 ਸਾਲ ਤੁਸੀਂ ਮਿਹਨਤ ਕੀਤੀ ਹੈ, ਪੈਸਾ ਤੁਸੀਂ ਬਚਾਇਆ ਹੈ, ਤੁਸੀਂ ਬੈਂਕ ਤੋਂ ਲੋਨ ਲਿਆ ਹੈ, ਕਾਰ ਤਾਂ ਆਈ ਹੈ। ਜੋਤਸ਼ੀ ਨੇ ਜੇ ਕਿਹਾ ਸੀ ਤੇ ਤੁਸੀਂ ਨਾ ਕਰਦੇ ਮਿਹਨਤ, ਤੁਸੀਂ ਏਜੰਸੀ ਵਿੱਚ ਨਾ ਜਾਂਦੇ, ਫਾਰਮ ਨਾ ਭਰਦੇ। ਜਿਸ ਦਿਨ ਤੁਹਾਡੀ ਕਿਸਮਤ ਵਿੱਚ ਕਾਰ ਲਿਖੀ ਸੀ, ਸਵੇਰੇ ਉੱਠਦੇ ਤੇ ਕਾਰ ਤੁਹਾਡੇ ਘਰ ਖਲੋਤੀ ਹੁੰਦੀ। ਚਾਹੀਦਾ ਤੇ ਐਵੇਂ ਸੀ ਨਾ। ਤਾਂ ਐਵੇਂ ਕਰਕੇ ਦੇਖ ਲਓ ਕਿ ਕਿਸੇ ਜੋਤਸ਼ੀ ਦੀ ਜਾਂ ਬਾਬੇ ਦੀ ਭਵਿੱਖਬਾਣੀ ਐਵੇਂ ਹੋ ਸਕਦੀ ਹੈ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ ਕੋਈ ਕਰਕੇ ਵੇਖ ਲਵੇ। 72 ਲੱਖ ਬਾਬੇ ਨੇ ਇੰਡੀਆ ਵਿੱਚ, 72,65,000 ਕਰਕੇ ਵੇਖ ਲਵੇ। ਕੋਈ ਬਾਬਾ ਜਿਹੜਾ ਕਹਿੰਦਾ ਤਾਕਤ ਹੈ, ਉਹ ਪਾਣੀ ਵਿੱਚ ਰਹਿ ਕੇ ਵੇਖ ਲੈ 2-3 ਦਿਨ, 2-4 ਘੰਟੇ, ਘੰਟਾ ਹੀ ਰਹਿ ਕੇ ਵੇਖ ਲੈ, ਮੱਛੀ ਦੀ ਤਰ੍ਹਾਂ। ਉਹ ਬਿਨਾਂ ਸਵਾਸ ਤੋਂ ਜਿੰਦਾ ਰਹਿ ਕੇ ਦੇਖ ਲੈ, ਟਰਾਈ ਕਰਕੇ ਦੇਖ ਲੈ। ਨਹੀਂ ਨਾ ਹੁੰਦਾ ਐਸਾ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਜੇ ਕਿਸੇ ਦੇ ਹੱਥ ਵਿੱਚ ਜ਼ੋਰ ਹੈ ਕਿ ਅਸੀਂ ਕੁਦਰਤ ਦੇ ਨਿਯਮਾਂ ਤੋਂ ਬਾਹਰ ਕੁਝ ਕਰ ਸਕਦੇ ਹਾਂ, ਤਾਂ ਉਹ ਕਰਕੇ ਵੇਖ ਲਓ। ਹੁਣ ਜਿੰਨਾ ਵੀ ਸਾਇੰਸ ਦੀਆਂ ਸਾਰੀਆਂ ਖੋਜਾਂ ਨੇ, ਇਹਨਾਂ ਨੂੰ ਸਾਇੰਟਿਸਟ ਸਮਝਦੇ ਨੇ ਕਿ ਉਹਨਾਂ ਨੇ ਕੁਦਰਤ ਦੇ ਨਿਯਮਾਂ ਦੀ ਖੋਜ ਕੀਤੀ ਹੈ, ਉਹਨਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝਿਆ ਤੇ ਉਹਨਾਂ ਨਿਯਮਾਂ ਮੁਤਾਬਕ ਇਹ ਪਾਣੀ ਦੇ ਉੱਤੇ ਜਹਾਜ਼ ਤਰ ਰਹੇ ਨੇ। ਤੇ ਜੇ ਉਹੀ ਸਾਇੰਟਿਸਟ ਜਿਸ ਨੇ ਪਾਣੀ ਦੇ ਉੱਤੇ ਏਡਾ ਵੱਡਾ ਜਹਾਜ਼ ਤਾਰਿਆ, ਜਿਹਦੇ ਵਿੱਚ 5-6 ਹਜ਼ਾਰ ਸਵਾਰੀਆਂ ਤੱਕ ਜਾ ਰਹੀਆਂ ਨੇ, ਇੰਨਾ ਲੰਬਾ ਚੌੜਾ ਵੇਟ ਚੁੱਕਿਆ ਹੋਇਆ ਹੈ, ਕਿਸੇ ਸਾਇੰਟਿਸਟ ਨੇ ਤਾਰਿਆ ਨਾ। ਤੇ ਜੇ ਉਹੀ ਸਾਇੰਟਿਸਟ ਕਵੇ ਕਿ ਮੈਂ 1/2 ਕਿਲੋ ਦਾ ਜਾਂ 10 ਗ੍ਰਾਮ ਦਾ ਵੱਟਾ ਲੈ ਕੇ ਪਾਣੀ ਵਿੱਚ ਤਾਰ ਦਿਆਂ,
ਤਾਂ ਨਹੀਂ ਤਾਰ ਪਾਏਗਾ ਨਾ। ਪੱਥਰ ਦਾ, ਲੋਹੇ ਦਾ ਵੱਟਾ 10 ਗ੍ਰਾਮ ਦਾ ਜਾਂ 1 ਕਿੱਲ ਪਾਣੀ ਦੇ ਉੱਤੇ ਵੈਸੇ ਤਾਰਨਾ ਚਾਹੇ ਤਾਂ ਨਹੀਂ ਤਾਰ ਸਕੇਗਾ। ਉਹੀ ਸਾਇੰਟਿਸਟ ਜਿਹਨੇ ਏਡਾ ਵੱਡਾ ਜਹਾਜ਼ ਤਾਰਿਆ, ਕਿਉਂਕਿ ਸਿਸਟਮ ਦੇ ਵਿੱਚ ਉਹਨੇ ਸਿਸਟਮ ਨੂੰ ਸਮਝਿਆ, ਤੇ ਨਿੱਕਾ ਜਿਹਾ ਕਿੱਲ ਨਹੀਂ ਤਰੇਗਾ, ਨਿੱਕਾ ਆਲ ਪਿਨ ਵੀ ਨਹੀਂ ਤਰ ਸਕਣਾ, ਕਿਉਂਕਿ ਸਿਸਟਮ ਹੈ ਨਾ ਕਿ ਜਿੰਨਾ ਕਿਸੇ ਚੀਜ਼ ਦਾ weight ਹੈ ਉਹਦੇ ਨਾਲੋਂ ਜ਼ਿਆਦਾ ਪਾਣੀ ਜਦੋਂ ਪਾਸੇ ਕਰ ਦੇਵੇਗਾ ਤੇ ਉਹ ਚੀਜ਼ ਤਰੇਗੀ। ਹੁਣ ਨਿੱਕਾ ਜਿਹਾ ਪਿੰਨ ਨਹੀਂ ਕਰ ਸਕਦਾ ਤੇ ਉਹ ਡੁੱਬ ਜਾਏਗਾ। ਗੁਰੂ ਜੀ ਕਹਿੰਦੇ ਨੇ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ ਉਹ ਕਰਕੇ ਵੇਖ ਲਓ। ਜੇ ਬੰਦੇ ਦੀਆਂ ਦੋਵੇਂ ਕਿਡਨੀਆਂ ਕੱਢ ਦਿੱਤੀਆਂ ਜਾਣ ਤੇ ਬੰਦਾ ਜੀ ਲਵੇਗਾ, ਬੰਦੇ ਦਾ ਦਿਲ ਕੱਢ ਦਿੱਤਾ ਜਾਏ ਤੇ ਬੰਦਾ ਜੀ ਲਵੇਗਾ? ਨਹੀਂ ਨਾ। ਤੇ ਜੇ ਕੋਈ ਕਵੇ ਤੇ ਗੁਰੂ ਜੀ ਕਹਿੰਦੇ ਨੇ ਕਰਕੇ ਵੇਖ ਲਓ। ਹੁਣ ਸਾਨੂੰ ਕਰਾਮਾਤੀ ਸਾਖੀਆਂ ਸੁਣਾਈਆਂ ਜਾਂਦੀਆਂ ਨਾ ਬਾਬਿਆਂ ਦੀਆਂ, ਉਹਨੇ ਇਹ ਕਰ ਦਿੱਤਾ, ਉਹਨੇ ਉਹ ਕਰ ਦਿੱਤਾ, ਉਦੋਂ ਅੱਜ ਕਿਉਂ ਨਹੀਂ ਵਾਪਰ ਰਹੀਆਂ? ਅੱਜ ਕਿਉਂ ਨਹੀਂ ਵਾਪਰਦੀਆਂ? ਕਿਉਂਕਿ ਅੱਜ ਕੱਲ ਕੈਮਰੇ ਆ ਗਏ ਨਾ, ਹੁਣ ਕੈਮਰੇ ਵਿੱਚ ਚੀਜ਼ਾਂ ਕੈਦ ਹੋ ਜਾਂਦੀਆਂ ਨੇ। ਸਿਰੜੀ ਵਾਲਾ ਬਾਬਾ ਸੀ ਨਾ, ਉਤੋਂ ਕਹਿੰਦਾ ਸੀ ਲੇਟਾਂ ਦੇ ਵਿੱਚੋਂ ਸੁਆਹ ਕੱਢ ਦਿੰਦਾ ਸੀ, ਪ੍ਰਸ਼ਾਦ ਕੱਢ ਦਿੰਦਾ ਸੀ ਜਾਂ ਕਈ ਕੁਝ, ਤੇ ਉਹ ਕੈਮਰੇ ਦੇ ਵਿੱਚ ਕੈਦ ਹੋ ਗਿਆ, ਉਹਦੀਆਂ ਚਲਾਕੀਆਂ ਫੜੀਆਂ ਗਈਆਂ। ਤਾਂ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਹਾਂ, ਸਿਸਟਮ ਨੂੰ ਫੋਲੋ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਰੱਬੀ ਰਜ਼ਾ ਦੇ ਮੁਤਾਬਕ ਚੱਲ ਕੇ ਜ਼ਿੰਦਗੀ ਨੂੰ ਜਿੰਨਾ ਮਰਜ਼ੀ ਮਹਾਨ ਹੋ ਸਕਦੇ ਹੋ। ਤੁਸੀਂ ਸਿਸਟਮ ਮੁਤਾਬਕ ਚੱਲ ਕੇ ਸਚਿਆਰ ਹੋ ਸਕਦੇ ਹੋ, ਰੱਬ ਵਰਗੇ ਹੋ ਸਕਦੇ ਹੋ। ਤੂੰ ਸਚ ਕਰਤਾ ਸਚਿਆਰ ਮਹਿੰਦਾ ਸਾਈਂ। ਤੇ ਗੁਰੂ ਜੀ ਕਹਿੰਦੇ ਨੇ ਸਚਿਆਰ ਬਣੋ, ਰੱਬ ਵਰਗੇ ਹੋਵੋ, ਮਹਾਨ ਹੋਵੋ। ਤੇ ਉਹਦੇ ਵਾਸਤੇ ਨੇਮ ਕੀ ਹੈ? ਹੁਕਮ ਰਜ਼ਾਈ ਚੱਲਣਾ। ਤਾਂ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜੇ ਕਿਸੇ ਦੇ ਹੱਥ ਵਿੱਚ ਜ਼ੋਰ ਹੈ ਤੇ ਉਹ ਅਜਮਾ ਕੇ ਵੇਖ ਲਓ ਭਾਈ। ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੇ ਕੋਈ ਚਾਹੇ ਕਿ ਮੈਂ ਧਰਤੀ ਨੂੰ ਚੰਦਰਮਾ ਦੇ ਚਫੇਰੇ ਘੁਮਾ ਦਿਆਂ ਤੇ ਸੂਰਜ ਨੂੰ ਮੈਂ ਧਰਤੀ ਦੇ ਚਫੇਰੇ ਘੁਮਾ ਦਿਆਂ, ਘੁਮਾ ਕੇ ਵੇਖ ਲਵੇ, ਕੋਈ ਐਸਾ ਹੋਣਾ ਹੀ ਨਹੀਂ ਹੈ। ਅਗਲਾ ਵਚਨ ਕਰਦੇ ਨੇ ਨਾਨਕ ਉੱਤਮ ਨੀਚ ਨਾ ਕੋਈ। ਹੁਣ ਇੱਥੇ ਜੇ ਨਾਨਕ ਉੱਤਮ ਪੜਾਂਗੇ ਨਾ ਤੇ ਗਲਤ ਹੋ ਜਾਏਗਾ। ਉਹਦਾ ਅਰਥ ਹੋ ਜਾਏਗਾ ਨਾਨਕ ਉੱਤਮ ਹੈ ਤੇ ਨੀਚ ਇਸ ਦੁਨੀਆ ਵਿੱਚ ਕੋਈ ਨਹੀਂ। ਪਰ ਉੱਤਮ ਔਰ ਨੀਚ ਦੇ ਮੰਮੇ ਔਰ ਚੱਚੇ ਥੱਲੇ ਔਂਕੜ ਹੈ। ਇਹ ਇੱਕ ਵਚਨ ਦੀ ਗੱਲ ਹੈ, ਮੇਲ ਜੈਂਡਰ ਨੇ, ਔਰ ਇੱਕ ਵਚਨ ਦੀ ਗੱਲ ਹੈ, ਸਿੰਗੂਲਰ ਸ਼ਬਦ ਨੇ ਦੋਵੇਂ। ਨਾਨਕ ਤੇ ਰੁਕ ਜਾਣਾ ਹੈ। ਨਾਨਕ, ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਉੱਤਮ ਨੀਚ ਨਾ ਕੋਈ, ਕਿ ਇਸ ਦੁਨੀਆ ਵਿੱਚ ਸਿਸਟਮ ਤੋਂ ਬਾਹਰ ਨਾ ਕੋਈ ਉੱਤਮ ਹੈ ਤੇ ਨਾ ਕੋਈ ਨੀਚ ਹੈ। ਸਿਸਟਮ ਤੋਂ ਬਾਹਰ ਜਾ ਕੇ ਨਾ ਕੋਈ ਉੱਤਮ ਹੋ ਸਕਦਾ, ਨਾ ਕੋਈ ਨੀਚ ਹੋ ਸਕਦਾ। ਉੱਤਮ ਔਰ ਨੀਚ, ਚੰਗੇ ਔਰ ਮਾੜੇ ਸਭ ਰੱਬੀ ਰਜ਼ਾ ਵਿੱਚ ਨੇ, ਨਿਯਮ ਦੇ ਅੰਦਰ ਨੇ। ਹੁਣ ਕਿਵੇਂ ਨੇ? ਜਿਨ੍ਹਾਂ ਨੇ ਉੱਤਮਤਾ ਵਾਲੇ ਨੇਮ ਨੂੰ ਅਪਣਾ ਲਿਆ, ਜੋ ਹੁਕਮ ਰਜ਼ਾਈ ਚੱਲ ਰਹੇ ਨੇ, ਉਹ ਉੱਤਮ ਹੋ ਗਏ। ਇਹ ਨਿਯਮ ਹੈ ਨਾ ਕਿ ਜਿਹੜਾ ਸੱਚ ਬੋਲੇਗਾ, ਜਿਹਦੀ ਭਾਸ਼ਾ ਪਿਆਰ ਵਾਲੀ ਹੋਏਗੀ, ਜਿਹਦੇ ਅੰਦਰ ਨਿਮਰਤਾ ਹੋਏਗੀ, ਜਿਹਦੇ ਅੰਦਰ ਦਇਆ ਹੋਏਗੀ, ਜਿਹੜਾ ਲੋਕਾਂ ਦਾ ਸਹਿਯੋਗ ਕਰੇਗਾ, ਜੋ ਧਰਮੀ ਹੋਏਗਾ, ਉਹਨੂੰ ਅਸੀਂ ਕੀ ਕਵਾਂਗੇ ਜੀ? ਧਰਮੀ, ਚੰਗਾ। ਤੇ ਜਿਹੜਾ ਬੰਦਾ ਚੋਰੀ ਕਰੇਗਾ, ਵਿਭਚਾਰ ਕਮਾਏਗਾ, ਨਿੰਦਾ ਚੁਗਲੀ ਕਰੇਗਾ, ਲੋਕਾਂ ਨੂੰ ਖਾਣ ਪਵੇਗਾ, ਉਹਨੂੰ ਕੀ ਕਵਾਂਗੇ? ਧਰਮੀ ਤੇ ਨਹੀਂ ਕਵਾਂਗੇ ਨਾ। ਅਨਮਿਊਟ ਰਹਿ ਕੇ ਹੀ ਤੁਸੀਂ ਬੋਲੋਗੇ ਤੇ ਮੈਨੂੰ ਪਤਾ ਲੱਗ ਜਾਏਗਾ ਤੁਸੀਂ ਬੋਲ ਰਹੇ ਹੋ। ਜਿਹੜਾ ਪਾਪ ਕਰੇਗਾ ਉਹਨੂੰ ਕੀ ਕਵਾਂਗੇ? ਪਾਪੀ ਨਾ। ਤਾਂ ਫਿਰ ਉੱਤਮ ਨੀਚ ਹੁਕਮ ਤੋਂ ਬਾਹਰ ਤੇ ਕੋਈ ਨਾ ਹੋਇਆ। ਹੁਣ ਉੱਤਮ ਬੰਨਾ ਜਾਂ ਨੀਚ ਬੰਨਾ ਇਹ ਸਾਡੀ ਆਪਣੀ ਮਰਜ਼ੀ ਹੈ। ਜੇ ਕੋਈ ਸਿਸਟਮ ਨੂੰ ਤੋੜ ਕੇ ਚੰਗਾ ਹੋਣਾ ਚਾਹੇ ਤਾਂ ਨਹੀਂ। ਚੰਗਿਆਈਆਂ ਦਾ ਇੱਕ ਸਿਸਟਮ ਹੈ। ਅਸੀਂ ਬਾਣੀ ਪੜਾਂਗੇ, ਗੁਰਬਾਣੀ ਨੂੰ ਵਿਚਾਰਾਂਗੇ, ਗੁਰਬਾਣੀ ਨੂੰ ਫੋਲੋ ਕਰਾਂਗੇ ਤਾਂ ਅਸੀਂ ਚੰਗੇ ਹੋ ਜਾਵਾਂਗੇ। ਗੁਰੂ ਦੀ ਰਾਹ ਤੇ ਤੁਰਾਂਗੇ, ਸਾਡੀ ਜੀਵਨ ਵਿੱਚ ਚੰਗਿਆਈਆਂ ਆਉਣਗੀਆਂ, ਸਾਡੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਆਏਗੀ, ਸਾਡਾ ਸਮਾਜ ਸੋਹਣਾ ਬਣੇਗਾ, ਇਹ ਦੁਨੀਆ ਬੇਗਮਪੁਰਾ ਹੋ ਜਾਏਗੀ। ਤੇ ਜੇ ਅਸੀਂ ਫੋਲੋ ਨਹੀਂ ਕਰਦੇ ਚੰਗੇ ਕੰਮਾਂ ਨੂੰ, ਅਸੀਂ ਝੂਠ ਬੋਲਦੇ ਹਾਂ, ਇੱਕ ਦੂਜੇ ਨਾਲ ਈਰਖਾ ਕਰਦੇ ਹਾਂ, ਪਾਪ ਵਿਕਾਰ ਕਮਾਉਂਦੇ ਹਾਂ, ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ, ਤਾਂ ਫਿਰ ਸਾਡੇ ਘਰ ਵੀ ਕਲੇਸ਼ ਰਵੇਗਾ, ਆਪ ਵੀ ਅਸੀਂ ਦੁਖੀ ਹੋਵਾਂਗੇ,
ਲੋਕ ਵੀ ਸਾਨੂੰ ਮੰਦਾ ਕਹਿਣਗੇ, ਸਾਡਾ ਸਮਾਜ ਵੀ, ਸਾਡਾ ਇਹ ਸੰਸਾਰ ਵੀ ਦੁੱਖਾਂ ਦਾ ਘਰ ਬਣ ਜਾਏਗਾ। ਇਹ ਸਾਰਾ ਸਿਸਟਮ ਵਿੱਚ ਹੈ। ਇਸ ਲਈ ਸਿਸਟਮ ਨੂੰ ਫੋਲੋ ਕਰਨਾ ਪਵੇਗਾ। ਹੁਕਮ ਰਜ਼ਾਈ ਚੱਲਣਾ ਇੱਕੋ ਹੀ ਸਾਧਨ ਹੈ ਸੁਖੀ ਔਰ ਸ਼ਾਂਤ ਹੋਣ ਦਾ, ਮਹਾਨ ਹੋਣ ਦਾ, ਸਚਿਆਰ ਹੋਣ ਦਾ, ਰੱਬ ਵਿੱਚ ਮਿਲਣ ਦਾ, ਆਤਮਿਕ ਜ਼ਿੰਦਗੀ ਜੀਣ ਦਾ, ਇਨਸਾਨੀਅਤ ਵਾਲੀ ਜ਼ਿੰਦਗੀ ਜੀਣ ਦਾ ਇੱਕ ਹੀ ਨੇਮ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਇਸ ਲਈ ਜ਼ਰੂਰਤ ਹੈ ਕਿ ਅਸੀਂ ਆਪਣੇ ਜ਼ੋਰ ਦੇ ਨਾਲ, ਤਾਕਤ ਦੇ ਨਾਲ, ਕੋਈ ਵੀ ਬੰਦਾ ਚਾਹੇ ਕਿੱਡੀ ਵੀ ਵੱਡੀ ਹਸਤੀ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਸਾਰੀ ਪੌੜੀ ਦਾ ਭਾਵ ਇਹ ਹੈ ਕਿ ਹੁਕਮ ਤੋਂ ਬਾਹਰ, ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ, ਰੱਬ ਦੀ ਰਜ਼ਾ, ਰੱਬ ਦਾ ਭਾਣਾ, ਇਹਦੇ ਤੋਂ ਬਾਹਰ ਜਾ ਕੇ ਕੁਝ ਨਹੀਂ ਹੋ ਸਕਦਾ। ਨਾ ਚੰਗੇ ਬਣਿਆ ਜਾ ਸਕਦਾ, ਨਾ ਮੰਦੇ ਬਣਿਆ ਜਾ ਸਕਦਾ, ਨਾ ਮਨ ਤੇ ਕੰਟਰੋਲ ਕੀਤਾ ਜਾ ਸਕਦਾ, ਨਾ ਗਿਆਨ ਹਾਸਲ ਕੀਤਾ ਜਾ ਸਕਦਾ, ਨਾ ਵਿਚਾਰਵਾਨ ਹੋਇਆ ਜਾ ਸਕਦਾ ਹੈ, ਨਾ ਸ਼ੋਰ ਸ਼ਰਾਬੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ, ਨਾ ਕੁਝ ਮੰਗਿਆ ਜਾ ਸਕਦਾ ਹੈ ਸਿਸਟਮ ਤੋਂ ਬਾਹਰ ਮਿਲ ਸਕਦਾ ਹੈ, ਤੇ ਨਾ ਹੀ ਸਿਸਟਮ ਤੋਂ ਬਾਹਰ ਜਾ ਕੇ ਦੇ ਕੇ ਕੁਝ ਬਦਲਿਆ ਜਾ ਸਕਦਾ ਹੈ। ਨਾ ਤੇ ਮਨ ਦੀ ਸ਼ਾਂਤੀ ਸਿਸਟਮ ਤੋਂ ਬਾਹਰ ਮਿਲਦੀ ਹੈ, ਔਰ ਨਾ ਕੁਝ ਬੋਲ ਕੇ ਉਹਦਾ ਅੰਤ ਪਾਇਆ ਜਾਂਦਾ ਹੈ, ਨਾ ਬੋਲ ਕੇ ਹੀ ਕੁਝ ਸ਼ਾਂਤੀ ਸਾਨੂੰ ਮਿਲ ਸਕਦੀ ਹੈ। ਇਸ ਲਈ ਸਿਸਟਮ ਹੈ, ਇਸ ਸਿਸਟਮ ਨੂੰ ਫੋਲੋ ਕਰਨਾ ਹੈ, ਜਿਹਨੂੰ ਗੁਰਬਾਣੀ ਵਿੱਚ ਰੱਬ ਦਾ ਹੁਕਮ ਕਿਹਾ ਹੈ, ਹੁਕਮ ਰਜ਼ਾਈ ਚੱਲਣਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਭ ਕੋ ਦਾ ਮਤਲਬ ਹਰ ਕੋਈ, ਮੈਂ ਵੀ, ਤੁਸੀਂ ਵੀ, ਬਾਬੇ ਵੀ, ਅਮੀਰ ਵੀ, ਗਰੀਬ ਵੀ, ਵਨਸਪਤੀ ਵੀ, ਗ੍ਰਹਿ ਨਕਸ਼ਤਰ ਤਾਰੇ ਵਗੈਰਾ ਸਭ ਹੁਕਮ ਦੇ ਅੰਦਰ ਹੈ। ਇਸ ਲਈ ਹੁਕਮ ਨੂੰ ਫੋਲੋ ਕਰਨਾ ਹੈ, ਚੰਗੇ ਗੁਣਾਂ ਦੇ ਧਾਰਨੀ ਹੋਣਾ ਹੈ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਆਪਣੇ ਜੀਵਨ ਨੂੰ ਮਹਾਨ ਬਣਾ ਸਕਦੇ ਹਾਂ। ਇਹ ਪੋਸੀਬਿਲਿਟੀ ਹੈ, ਲੇਕਿਨ ਹੁਕਮ ਤੋਂ ਬਾਹਰ ਜਾ ਕੇ ਕੋਈ ਸੰਭਾਵਨਾ। ਸਿਸਟਮ ਨੂੰ ਸਮਝ ਕੇ ਹਰ ਇਨਸਾਨ ਬਹੁਤ ਕੁਝ ਕਰ ਸਕਦਾ ਹੈ। ਤਾਂ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆ, ਕਿਉਂਕਿ ਅਗਲੀ ਪੌੜੀ ਇੰਨੇ ਸਮੇਂ ਦੇ ਵਿੱਚ ਹੋ ਨਹੀਂ ਸਕੇਗੀ, ਇਸ ਲਈ ਮੈਂ 5 ਮਿੰਟ ਪਹਿਲਾਂ ਸਮਾਪਤੀ ਕਰ ਰਿਹਾ। ਤੇ ਇਸ ਪੌੜੀ ਰਾਹੀਂ ਸਾਨੂੰ ਇਹ ਸਮਝ ਆ ਰਹੀ ਹੈ ਕਿ ਸਿਸਟਮ ਤੋਂ ਬਾਹਰ, ਰੱਬੀ ਰਜ਼ਾ ਤੋਂ ਬਾਹਰ, ਕੁਦਰਤ ਦੇ ਨਿਯਮਾਂ ਤੋਂ ਬਾਹਰ ਜਾ ਕੇ ਕੁਝ ਨਹੀਂ ਹੋ ਸਕਦਾ। ਨਾ ਕਿਸ ਦਾ ਜ਼ੋਰ ਚੱਲਦਾ ਹੈ, ਨਾ ਵਿਚਾਰਵਾਨ ਹੋਇਆ ਜਾ ਸਕਦਾ ਹੈ, ਨਾ ਗਿਆਨਵਾਨ ਹੋਇਆ ਜਾ ਸਕਦਾ ਹੈ, ਨਾ ਵਿਕਾਰਾਂ ਤੋਂ ਛੁੱਟਿਆ ਜਾ ਸਕਦਾ ਹੈ। ਔਰ ਇਹ ਸਾਰੇ ਹੀ ਕੰਮ ਸਾਨੂੰ ਮਿਲ ਸਕਦੇ ਨੇ। ਅਸੀਂ ਗਿਆਨਵਾਨ ਵੀ ਹੋ ਸਕਦੇ ਹਾਂ, ਵਿਚਾਰਵਾਨ ਹੋ ਸਕਦੇ ਹਾਂ, ਅਸੀਂ ਸ਼ੋਰ ਸ਼ਰਾਬੇ ਤੋਂ ਬਚ ਸਕਦੇ ਹਾਂ, ਔਰ ਅਸੀਂ ਵਿਕਾਰਾਂ ਤੋਂ ਬਚ ਸਕਦੇ ਹਾਂ, ਅਸੀਂ ਉੱਤਮ ਹੋ ਸਕਦੇ ਹਾਂ ਸਿਸਟਮ ਦੇ ਅੰਦਰ ਚੱਲ ਕੇ, ਹੁਕਮ ਨੂੰ ਫੋਲੋ ਕਰਕੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਸਾਨੂੰ ਇਹ ਸਾਰੀਆਂ ਪ੍ਰਾਪਤੀਆਂ ਹੋ ਸਕਦੀਆਂ ਨੇ। ਇਸ ਲਈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਨੇਮ ਕੰਮ ਕਰ ਰਿਹਾ ਹੈ। ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ। ਹੁਣ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ। ਅੱਜ ਜੋ ਅਸੀਂ ਵਿਚਾਰ ਕੀਤੀ ਹੈ 33ਵੀਂ ਪੌੜੀ ਦੀ, ਆਪ ਇਸ ਵਿਚਾਰ ਤੁਹਾਨੂੰ ਕਿਵੇਂ ਲੱਗੀ, ਇਹਦੇ ਬਾਰੇ ਵਿਊਜ਼ ਦੇ ਸਕਦੇ ਹੋ। ਜੇ ਇਸ ਪੌੜੀ ਬਾਰੇ ਜੋ ਅਸੀਂ ਵਿਚਾਰ ਕੀਤੀ ਹੈ ਕਿਸੇ ਦਾ ਕੋਈ ਸ਼ੰਕਾ ਸਵਾਲ ਹੋਵੇ ਤਾਂ ਉਹ ਆਪ ਸਵਾਲ ਕਰ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਹੈ ਜੀ, ਤੁਸੀਂ ਅਨਮਿਊਟ ਹੋ ਜਾਓ। ਜਿਹਨੇ ਵੀ ਕੋਈ ਅੱਜ ਦੀ ਜੋ ਵੀ ਪੌੜੀ ਹੈਗੀ ਉਹਦੇ ਵਿੱਚੋਂ ਜੋ ਸਵਾਲ ਜਵਾਬ ਤੁਸੀਂ ਕਰਨੇ ਆ, ਆਪਣੇ ਵਿਚਾਰ ਦੇਣੇ ਆ, ਉਹ ਤੁਸੀਂ ਆ ਸਕਦੇ ਆ, ਦੇ ਸਕਦੇ ਆ। ਤੇ ਅੱਜ ਸਾਡੇ ਨਾਲ ਭੈਣ ਪਿਆਰ ਕੌਰ ਜੀ ਪਹਿਲੀ ਵਾਰ ਜੁੜੇ ਆ। ਅਸੀਂ ਤੁਹਾਨੂੰ ਵੈਲਕਮ ਕਰਦੇ ਜੀ। ਪਹਿਲਾਂ ਵੀ ਤੁਹਾਡੀ ਗੱਲ ਹੋਈ ਸੀਗੀ ਤੁਹਾਡੇ ਨਾਲ, ਤੇ ਅਸੀਂ ਕੁਲਦੀਪ ਕੌਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਉਹਨਾਂ ਨੂੰ ਨਾਲ ਜੋੜਿਆ। ਤਾਂ ਅਸੀਂ ਆਸ ਕਰਦੇ ਹਾਂ ਕਿ ਇੱਦਾਂ ਹੋਰ ਵੀ ਸਾਡੇ ਨਾਲ ਜੀ। ਸੋ ਸਭ ਤੋਂ ਪਹਿਲਾਂ ਜਗਜੀਤ ਕੌਰ ਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਤੁਸੀਂ ਗੱਲ ਕਰੋ ਜੀ। ਹਾਂਜੀ ਹਾਂਜੀ ਭਾਈ ਜੀ, ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਮੇਰੀ ਭੈਣ। ਹਾਂਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੀ ਸਭ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਤੇ ਸਾਨੂੰ ਉਹਦਾ ਮੰਨਣਾ ਪੈਂਦਾ, ਹੁਕਮ ਵਿੱਚ ਚੱਲਣਾ ਪੈਂਦਾ। ਤੇ ਹੁਣ ਜਿਸ ਤਰ੍ਹਾਂ ਕਿਤੇ ਹੁਣ ਜਿਸ ਤਰ੍ਹਾਂ ਕਰੋਨਾ ਆ ਗਿਆ ਜਾਂ ਕੋਈ ਕਿਸੇ ਨੂੰ ਇੱਕ ਦੂਜੇ ਨੂੰ ਮਾਰ ਰਹੇ, ਤੇ ਉਹ ਰੱਬ ਦੇ ਹੁਕਮ ਵਿੱਚ ਹੈ, ਜਾਂ ਚਲੋ ਅਸੀਂ ਕਿਸੇ ਦਾ ਕੋਈ ਐਸੀ ਬਿਮਾਰੀ ਆ ਗਈ ਹੈ, ਅਗਰ ਉਹ ਰੱਬ ਦੇ ਹੁਕਮ ਵਿੱਚ ਹੈ ਤੇ ਸਾਡਾ ਇਹ ਅਰਦਾਸ ਕਰਨਾ ਕਿ ਹੇ ਪਰਮਾਤਮਾ ਤੂੰ ਉਸਨੂੰ ਇਸ ਬਿਮਾਰੀ ਤੋਂ ਬਚਾ ਲੈ। ਅਸੀਂ ਉਸਦੇ ਹੁਕਮ ਤੋਂ ਬਾਹਰ ਜਾ ਰਹੇ ਹਾਂ, ਇਹ ਸਾਡਾ ਠੀਕ ਹੈ ਕਰਨਾ? ਨਹੀਂ ਭੈਣ, ਐਸਾ ਨਹੀਂ, ਕਿਉਂਕਿ ਪਹਿਲੀ ਤੇ ਪ੍ਰੋਬਲਮ ਸਾਡੀ ਵੀ ਰੱਬ ਨੂੰ ਸਮਝਣ ਦੀ ਏ। ਰੱਬ ਕੋਈ ਨਾ ਉੱਤੇ ਬੈਠਾ ਵੱਖਰਾ ਵਿਅਕਤੀ ਨਹੀਂ ਕਿ ਜਿਹੜਾ ਉਹ ਦੁਨੀਆ ਦੇ ਵਿੱਚ ਹੁਕਮ ਭੇਜ ਰਿਹਾ ਹੈ ਨਾ। ਹਾਂਜੀ, ਰੱਬ ਇੱਕ ਤਾਂ ਸਾਡੇ ਅੰਦਰ ਸਮਾਈ ਹੋਈ ਪਰਮ ਸੱਤਿਆ ਹੈ ਸਾਰਿਆਂ ਦੇ।
ਤੇ ਦੂਜਾ ਜਿਹੜਾ ਰੱਬ ਦਾ ਹੁਕਮ ਹੈ ਉਹਦਾ ਮਤਲਬ ਹੈਗਾ ਸਿਸਟਮ, ਲਾ ਆਫ ਨੇਚਰ, ਸਿਸਟਮ। ਇਹ ਜਿਹੜਾ ਕੋਰੋਨਾ ਆਇਆ ਹੈ ਸਿਸਟਮ ਦੇ ਅੰਦਰ ਹੀ ਆਇਆ ਹੈ, ਕਿਉਂਕਿ ਸਿਸਟਮ ਇਹਨਾਂ ਦੇ ਵਿੱਚ ਵਾਇਰਸ ਨੇ ਬਹੁਤ ਸਾਰੇ, ਔਰ ਜਦੋਂ ਵਾਇਰਸ ਸਾਡੇ ਅੰਦਰ ਪ੍ਰਵੇਸ਼ ਕਰੇਗਾ ਤਾਂ ਸਿਸਟਮ ਹੈ ਕਿ ਸਾਡੇ ਗਲੇ ਨੂੰ, ਫਿਫਰਿਆਂ ਨੂੰ ਗੜਬੜ ਕਰੇਗਾ। ਠੀਕ ਹੈ ਜੀ। ਤੇ ਇਹਦਾ ਜਿਹੜਾ ਇਲਾਜ ਹੈ ਉਹ ਵੀ ਰੱਬੀ ਹੁਕਮ ਵਿੱਚ, ਹੁਕਮ ਦਾ ਮਤਲਬ ਸਿਸਟਮ ਦੇ ਵਿੱਚ ਹੀ ਹੋਏਗਾ। ਜਿਵੇਂ ਹੁਣ ਡਾਕਟਰ ਜਾਂ ਜਿਹੜੇ ਸਾਇੰਟਿਸਟ ਇਸ ਚੀਜ਼ ਨੂੰ ਸਮਝਦੇ ਨੇ, ਉਹ ਸਿਸਟਮ ਨੂੰ ਸਮਝ ਰਹੇ ਨੇ ਕਿ ਵੈਕਸੀਨ ਕਿਵੇਂ ਤਿਆਰ ਕੀਤੀ ਜਾਏ ਜਿਸ ਕਰਕੇ ਇਹ ਵਾਇਰਸ ਜਿਹੜਾ ਹੈ ਇਹਨੂੰ ਖਤਮ ਕੀਤਾ ਜਾ ਸਕੇ। ਤਾਂ ਸਿਸਟਮ ਦੇ ਵਿੱਚ ਹੀ ਖਤਮ ਹੋਏਗਾ, ਸਿਸਟਮ ਵਿੱਚ ਹੀ ਆਇਆ ਹੈ, ਸਿਸਟਮ ਨਾਲ ਹੀ ਉਹਨੂੰ ਖਤਮ ਕੀਤਾ ਜਾਏਗਾ। ਤੇ ਜੇ ਅਸੀਂ ਨਿਰੀਆਂ ਅਰਦਾਸਾਂ ਕਰਦੇ ਰਹੀਏ, ਮੇਰਾ ਮਤਲਬ ਇਹ ਨਹੀਂ ਕਿ ਅਰਦਾਸ ਨਾ ਕਰੋ, ਨਿਰੀਆਂ ਅਰਦਾਸਾਂ ਕਰਦੇ ਰਹਿਣ, ਪ੍ਰਾਰਥਨਾਵਾਂ ਕਰਦੇ ਰਹਿਣ, ਲੇਕਿਨ ਜੇ ਤੁਸੀਂ ਉਹ ਰਿਕੁਆਇਰਮੈਂਟ ਪੂਰੀ ਨਹੀਂ ਕਰੋਗੇ ਤਾਂ ਫਿਰ ਸਿਸਟਮ, ਹੁਕਮ ਨੂੰ ਜਦੋਂ ਸਿਸਟਮ ਦੇ ਰੂਪ ਵਿੱਚ ਸਮਝੋਗੇ ਫਿਰ ਸਾਨੂੰ ਇਹ ਗੱਲ ਸਮਝ ਆਏਗੀ। ਕੋਰੋਨਾ ਜਾਂ ਕੋਈ ਵੀ ਬਿਮਾਰੀ ਇਹ ਸਿਸਟਮ ਦੇ ਵਿੱਚ ਹੀ, ਇਹ ਸਾਡਾ ਸਿਸਟਮ ਫੇਲ ਹੁੰਦਾ ਹੈ ਜਾਂ ਉਹਦੇ ਵਿੱਚ ਗੜਬੜ ਹੁੰਦੀ ਹੈ ਤਾਂ ਅਸੀਂ ਬਿਮਾਰ ਹੋ ਜਾਂਦੇ ਹਾਂ। ਜਦੋਂ ਉਸ ਸਿਸਟਮ ਨੂੰ ਅਸੀਂ ਫੋਲੋ ਕਰਦੇ ਹਾਂ ਤੇ ਅਸੀਂ ਠੀਕ ਹੋ ਜਾਂਦੇ ਹਾਂ। ਹਾਂਜੀ ਭੈਣ। ਠੀਕ ਹੈ ਜੀ ਜਗਜੀਤ ਕੌਰ ਜੀ। ਤੇ ਪਹਿਲਾਂ ਆਪਣੇ ਭੈਣ, ਹਾਂਜੀ ਗੁਰਪ੍ਰੀਤ, ਠੀਕ ਹੈ ਜੀ। ਗੁਰਪ੍ਰੀਤ ਕੌਰ ਜੀ ਤੁਸੀਂ ਹੁਣ ਅਨਮਿਊਟ ਹੈ ਜੀ, ਤੇ ਉਹਦੇ ਬਾਅਦ ਚ ਹੋਰ ਕਿਸੇ ਨੇ ਵੀ ਹੋਣਾ ਹੋਵੇ ਤਾਂ ਪਲੀਜ਼ ਅਨਮਿਊਟ ਹੋਣੇ ਹੋ ਜਾਓ। ਗੁਰਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਫਤਿਹ ਮੇਰੀ ਭੈਣ। ਗਿਆਨੀ ਜੀ, ਮੈਂ ਨਾ ਆਪਣੀ ਲਾਈਫ ਦਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਹੜਾ ਇਸ ਕਲਾਸ ਦੇ ਵਿੱਚ ਜੁੜ ਕੇ ਹੋਇਆ। ਧੰਨਵਾਦ ਭੈਣ। ਕੁਛ ਨਾ ਅਸੀਂ ਆਰਡਰ ਕੀਤਾ ਸੀਗਾ ਫਲਿੱਪਕਾਰਟ ਤੋਂ, ਤੇ ਉਹ ਬੰਦਾ ਡਿਲੀਵਰ ਕਰਨ ਆਇਆ ਘਰੇ, ਤੇ ਨਾ ਸਾਨੂੰ ਪਤਾ ਨਹੀਂ ਸੀ ਕਿ ਅੱਜ 3 ਚੀਜ਼ਾਂ ਆ ਰਹੀਆਂ ਸੀਗੀਆਂ, ਬਟ ਉਹ ਹੋਇਆ। ਤੇ ਉਸ ਬੰਦੇ ਨੇ ਨਾ ਮਤਲਬ ਜਿਹੜਾ ਬਿੱਲ ਬਣਾਇਆ ਸੀਗਾ ਉਹ ਘੱਟ ਅਮਾਉਂਟ ਦਾ ਸੀਗਾ, ਜਿਹੜੀ ਅਮਾਉਂਟ ਜ਼ਿਆਦਾ ਬਣ ਰਹੀ ਸੀਗੀ। ਤੇ ਇੱਕ ਵਾਰੀ ਤਾਂ ਦਿਮਾਗ ਨੇ ਆਪਣੀ ਖੇਡ ਖੇਡੀ ਕਿ ਚੱਲ ਜੇ ਘੱਟ ਪੈਸੇ ਦੇ ਕੇ ਸਰਦਾ ਤੇ ਸਾਰ ਲੈਂਦੇ ਆ, ਪਰ ਨਹੀਂ। ਫਿਰ ਉੱਥੇ ਯਾਦ ਆਇਆ ਕਿ ਨਹੀਂ, ਸੱਚਿਆਰ ਹੋਣਾ ਇੱਥੇ। ਵੈਰੀ ਗੁੱਡ। ਤੇ ਉਸ ਸੱਚਿਆਰਤਾ ਨੇ ਹੀ ਕਿਹਾ ਕਿ ਵੀਰੇ ਤੁਹਾਡੀ ਜਿਹੜਾ ਅਮਾਉਂਟ ਹੈ ਉਹ ਜ਼ਿਆਦਾ ਬਣ ਰਹੀ, ਇੱਕ ਵਾਰੀ ਤੁਸੀਂ ਚੈੱਕ ਕਰੋ। ਹਾਂਜੀ। ਇਸ ਚੀਜ਼ ਦੇ ਲਈ ਦਿਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮਤਲਬ ਇੱਕ ਇੰਨਾ ਜਿਹਾ ਚੇਂਜ, ਮਤਲਬ ਇੰਨੀ ਮੈਨੂੰ ਇੰਨੀ ਕੁ ਖੁਸ਼ੀ ਦਿੱਤੀ ਪੂਰੇ ਦਿਨ ਵਾਸਤੇ, ਇੰਨੀ ਕੁ ਐਨਰਜੀ ਦਿੱਤੀ, ਮੈਂ ਬਿਆਨ ਨਹੀਂ ਕਰ ਸਕਦੀ ਉਸਨੂੰ। ਵੈਰੀ ਗੁੱਡ, ਵੈਰੀ ਗੁੱਡ, ਬਹੁਤ ਵਧੀਆ, ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਗਿਆਨੀ ਜੀ। ਦੇਖੋ ਉਹ ਜਿਹੜੀ ਖੁਸ਼ੀ ਸੀ ਤੁਹਾਡੀ $2-4 ਦੀ ਜਾਂ 150 ਦੀ, ਉਹ ਥੋੜੇ ਟਾਈਮ ਦੀ ਸੀ, ਲੇਕਿਨ ਪਛਤਾਵਾ ਸਾਰੀ ਜ਼ਿੰਦਗੀ ਦਾ ਸੀ। ਲੇਕਿਨ ਹੁਣ ਜਿਹੜਾ ਤੁਸੀਂ ਇਹ ਸੱਚਿਆਰਤਾ ਵਾਲਾ ਕਰਮ ਕੀਤਾ, ਇਹਦੀ ਖੁਸ਼ੀ ਸਾਰੀ ਜ਼ਿੰਦਗੀ ਰਹੇਗੀ ਔਰ ਮਨ ਨੂੰ ਸ਼ਾਂਤੀ ਸਾਰੀ ਜ਼ਿੰਦਗੀ ਰਹੇਗੀ। ਔਰ ਤੁਹਾਡਾ ਇਹ ਐਕਸਪੀਰੀਅੰਸ ਦੱਸਣ ਦੇ ਨਾਲ ਸਾਨੂੰ ਹੀ ਉਤਸ਼ਾਹ ਮਿਲਿਆ ਕਿ ਅਸੀਂ ਵੀ ਇਸ ਢੰਗ ਦੇ ਨਾਲ ਕਰ ਸਕਦੇ। ਧੰਨਵਾਦ ਮੇਰੀ ਭੈਣ ਗੁਰਪ੍ਰੀਤ ਕੌਰ। ਸ਼ੁਕਰੀਆ ਗਿਆਨੀ ਜੀ, ਸ਼ੁਕਰੀਆ। ਧੰਨਵਾਦ ਜੀ ਗੁਰਪ੍ਰੀਤ ਕੌਰ ਜੀ। ਬਹੁਤ ਵਧੀਆ ਐਕਸਪੀਰੀਅੰਸ ਹੈ ਜੀ। ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਇਹਦੇ ਵਿੱਚ ਸਿੱਖਣਾ ਚਾਹੀਦਾ ਆ। ਤੇ ਉਹ ਜਿਹੜੀ ਆਪਣੀ ਹੈਗੀ ਹੈ ਨਾ ਗੁਰਬਾਣੀ ਦੀ ਤੁਕ, ਤੇ ਇੱਕ ਨਾ ਗਲੀ ਜੰਜੀਰੀਆਂ, ਉਹ ਆਪਣੀਆਂ ਪਾਈਆਂ ਹੁੰਦੀਆਂ, ਉਹਨਾਂ ਨੂੰ ਤੋੜਨ ਵਾਸਤੇ ਇਹਨਾਂ ਨੇ ਹਿੰਮਤ ਕੀਤੀ। ਤੇ ਕੁਛ ਇਹ ਕਹਿੰਦੇ ਆ ਕਿ ਸਾਨੂੰ ਕਲਾਸ ਦੇ ਵਿੱਚੋਂ ਇਹ ਮਿਲੀ ਹੈ, ਤੇ ਚਲੋ ਜਿੱਥੋਂ ਵੀ ਮਿਲੀ ਹੈ ਜੀ ਉਹਨੂੰ ਅਪਲਾਈ ਕਰ ਦਿੱਤਾ। ਜਦੋਂ ਅਪਲਾਈ ਕਰਦੇ ਆ ਉਦੋਂ ਦੇਖੋ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ। ਮੇਨ ਚੀਜ਼ ਤਾਂ ਇਹ। ਹਾਂਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹੋਰ ਸਾਡੇ ਨਾਲ ਇਸ ਵੇਲੇ ਹੋਈ ਨਹੀਂ ਜੀ ਹੈਗੇ ਕੋਈ ਵੀ ਅਨਮਿਊਟ, ਤੇ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਤਾਂ ਪਲੀਜ਼ ਹੁਣ ਤੁਸੀਂ ਕਰ ਲਓ, ਨਹੀਂ ਤਾਂ ਆਪਾਂ ਸਮਾਪਤੀ ਵੱਲ ਵੱਧਦੇ ਹਾਂ ਜੀ। ਰਵਿੰਦਰ ਸਿੰਘ ਨੈਂਦਰਾ ਸਾਹਿਬ, ਤੁਸੀਂ ਅਨਮਿਊਟ ਹੋਏ ਆ, ਤੁਸੀਂ ਪੁੱਛ ਲਓ। ਹਾਂਜੀ ਚਲੋ ਹੁਣ ਥੋੜਾ ਟਾਈਮ ਹੈਗਾ ਗਿਆਨੀ ਜੀ, ਮੈਂ ਤੁਹਾਡੇ ਤੋਂ ਪੁੱਛ ਲੈਣਾ ਸਵਾਲ। ਤੁਸੀਂ ਛੋਟੇ ਬੱਚਿਆਂ ਨੂੰ ਵੀ ਤੁਸੀਂ ਏਦਾਂ ਤੁਸੀਂ ਲੈਕਚਰ ਕਰਦੇ ਭਲਾ, ਜਿੱਦਾਂ ਲਾ ਲਓ ਕਿ 10 ਸਾਲ ਦੇ 11 ਸਾਲ ਦੇ ਕੋਈ ਬੱਚੇ ਹੈਗੇ? ਹਾਂਜੀ ਮੈਂ ਵੀਰ ਜੀ ਕਰ ਸਕਦਾ, ਲੇਕਿਨ ਇੰਗਲਿਸ਼ ਵਿੱਚ ਨਹੀਂ, ਮੈਂ ਪੰਜਾਬੀ ਵਿੱਚ ਬੋਲ ਸਕਦਾ। ਹਾਂਜੀ ਮੈਂ ਪੁੱਛਣਾ ਸੀ ਕਿ ਤੁਸੀਂ ਕਿਸ ਤਰ੍ਹਾਂ ਪਰ ਉਹਨੂੰ ਸਮਝਾਉਂਦੇ, ਜਿੱਦਾਂ ਹੁਣ ਆਪਾਂ ਕਹੇ ਸੀ ਕਿ ਅਕਾਲ ਪੁਰਖ ਕੀ ਹੈ, ਰੱਬ ਕੀ ਹੈ, ਆਪਾਂ ਹੁਣ ਡਿਸਕਸ ਕੀਤਾ ਸ਼ੁਰੂ ਤੋਂ ਹੀ। ਹਾਂਜੀ ਉਹਦੇ ਵਾਸਤੇ ਅਸੀਂ ਕਹਿ ਸਕਦੇ ਹਾਂ, ਕਿਉਂਕਿ ਜਿਹੜੇ ਬੱਚੇ ਨੇ ਨਾ ਸਕੂਲਾਂ ਦੇ ਵਿੱਚ, ਥੋੜਾ ਜਿਹਾ ਮੈਂ ਟਾਈਮ ਤੁਹਾਡਾ 2 ਮਿੰਟ ਲਵਾਂਗਾ, ਕਿਉਂਕਿ ਸਕੂਲਾਂ ਵਿੱਚ 2 ਚੀਜ਼ਾਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ। ਇੱਕ ਤਾਂ ਚਾਰਲਸ ਡਾਰਵਿਨ ਦੀ ਥਿਊਰੀ ਔਰ ਇੱਕ ਸਿਗਮੰਡ ਫਰਾਇਡ ਨੂੰ, ਹਨਾ। ਤੇ ਇਹ ਦੋਵੇਂ ਹੀ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਜੋ ਚਾਰਲਸ ਡਾਰਵਿਨ ਦੀ ਥਿਊਰੀ ਤੁਸੀਂ ਪੜ੍ਹੀ ਹੈ ਨਾ? ਹਾਂਜੀ ਹਾਂਜੀ ਹਾਂਜੀ, ਚਲੋ ਫਿਰ ਤੁਸੀਂ ਅੰਡਰਸਟੈਂਡ ਕਰ ਲਓਗੇ। ਤਾਂ ਅਸੀਂ ਉਸ ਨਾਲ ਬੱਚਿਆਂ ਨੂੰ ਜੇਕਰ ਚਾਰਲਸ ਡਾਰਵਿਨ ਦੀ ਥਿਊਰੀ ਦੇ ਮੁਕਾਬਲੇ ਦੀ ਗੱਲ ਜਾਂ ਉਸ ਤੋਂ ਅਗਲੀ ਗੱਲ ਕਹਿੰਦੇ ਆ ਤੇ ਉਹ ਸਮਝ ਜਾਂਦੇ। ਤਾਂ ਜਦੋਂ ਅਸੀਂ ਬੱਚਿਆਂ ਨੂੰ ਕਵਾਂਗੇ ਕਿ ਰੱਬ ਕੀ ਹੈ, ਤਾਂ ਉਹਦੀ ਜਿਹੜੀ ਵਿਆਖਿਆ ਹੈ ਰੱਬ ਦੀ, ਤੁਸੀਂ ਨੋਟ ਕਰਨਾ ਚਾਹੋ ਤਾਂ ਜਿੰਨਾ ਭੈਣਾਂ ਵੀਰਾਂ ਕੋਲ ਹੈ ਨੇ ਪੈਨ ਕਾਪੀ ਕਰ ਸਕਦੇ ਹੋ। ਇੱਕ ਸਰਬ ਵਿਆਪਕ ਪਰਮ ਸੱਤਿਆ
ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਜਿਹਨੂੰ ਬੱਚੇ એનર્ਜੀ ਕਹਿ ਦੇਣਗੇ, ਤੇ ਉਹ ਸਰਬ ਵਿਆਪਕ ਹੈ। ਉਹਦੇ ਤੋਂ ਬਿਨਾ ਉਹ ਹਰ ਥਾਂ ਤੇ ਵੇ। ਔਰ ਬੱਚਿਆਂ ਨੂੰ ਅਸੀਂ ਕਿਵੇਂ ਸਮਝਾਵਾਂਗੇ ਕਿ ਜਦੋਂ ਮੇਰੇ ਸਰੀਰ ਦੀ ਕੋਈ ਮਾਸਪੇਸ਼ੀ ਲਈ ਜਾਏਗੀ, ਉਸ ਮਾਸਪੇਸ਼ੀ ਨੂੰ ਤੋੜਿਆ ਜਾਏਗਾ, ਉਹ ਅਣੂ ਬਣ ਜਾਏਗਾ। ਅਣੂ ਤੋਂ ਬਾਅਦ ਫਿਰ ਅਸੀਂ ਉਹਨੂੰ ਤੋੜਾਂਗੇ ਤੇ ਉਹ ਪਰਮਾਣੂ ਬਣ ਜਾਏਗਾ, ਐਟਮ। ਜਦੋਂ ਅਸੀਂ ਐਟਮ ਨੂੰ ਤੋੜਾਂਗੇ ਤਾਂ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਬਣ ਜਾਣਗੇ। ਤੇ ਉਹ ਜਿਹੜਾ ਇਲੈਕਟ੍ਰੋਨ ਹੈ ਉਹ ਮੇਰੇ ਵਿੱਚ ਔਰ ਪੱਥਰ ਵਿੱਚ ਸੇਮ ਹੈ। ਹਾਂ, ਠੀਕ ਹੈ। ਉਹ ਸੇਮ ਹੈ। ਉਹਨੂੰ ਅਸੀਂ ਕਹਿੰਦੇ ਨੇ ਇੱਕ ਓੰਕਾਰ, ਕਿ ਉਹ ਇੱਕ ਸਮਾਇਆ ਹੋਇਆ ਹੈ। ਤਾਂ ਐਵੇਂ ਉਹ ਬੱਚੇ ਉਸ ਚੀਜ਼ ਨੂੰ ਬਹੁਤ ਜਲਦੀ ਸਮਝ ਜਾਣ। ਉਹ ਇੱਕ ਸਮਾਈ ਹੋਈ ਹੈ, ਮੇਰੇ ਵਿੱਚ ਵੀ ਹੋਈ ਹੈ, ਪੱਥਰ ਵਿੱਚ ਵੀ ਹੋਈ ਹੈ। ਇਸ ਦੁਨੀਆ ਦੇ ਵਿੱਚ ਕੋਈ ਵੀ ਨਿਰਜੀਵ ਚੀਜ਼ ਕਰੀਬ ਨਹੀਂ ਹੈ, ਹਰ ਇੱਕ ਦੇ ਅੰਦਰ ਹੀ ਉਹ ਜਿਹੜਾ ਅੰਦਰ ਚੀਜ਼ ਇੱਕ ਹੀ ਹੈ। ਤੇ ਐਵੇਂ ਜਦੋਂ ਅਸੀਂ ਉਹਨਾਂ ਬੱਚਿਆਂ ਨੂੰ ਕਹਿੰਦੇ ਤਾਂ ਬਹੁਤ ਜਲਦੀ ਸਮਝ ਜਾਂਦੇ ਨੇ। ਇਸ ਲਈ ਸਾਨੂੰ ਜੇ ਅਸੀਂ ਆਪਣੇ ਬੱਚਿਆਂ ਨੂੰ ਗਾਈਡੈਂਸ ਦੇਣੀ ਹੈ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਚਾਰਲਸ ਡਾਰਵਿਨ ਦੀ ਥਿਊਰੀ ਜਿਹੜੀ ਹੈ ਉਹਨੂੰ ਜ਼ਰੂਰ ਪੜ੍ਹੀਏ, ਔਰ ਸਿਗਮੰਡ ਫਰਾਇਡ ਨੂੰ ਥੋੜਾ ਜਿਹਾ ਜ਼ਰੂਰ ਪੜ੍ਹਿਆ। ਉਹਦੀਆਂ ਕਿਤਾਬਾਂ ਨੇ ਥੋੜੀਆਂ ਜਿਹਾ, ਇੱਕ ਮਨੋਵਿਸ਼ਲੇਸ਼ਣ ਹੈਗੀ ਹੈ, ਇੱਕ ਗਲਤੀਆਂ ਕਾ ਮਨੋਵਿਗਿਆਨ, ਸੁਪਨੋਂ ਕਾ ਮਨੋਵਿਗਿਆਨ, ਔਰ ਮਨੋਵਿਸ਼ਲੇਸ਼ਣ ਉਹਦੀ ਕਿਤਾਬ ਬਹੁਤ ਵਧੀਆ ਹੈ। ਮੈਂ ਟਰਾਈ ਕਰਾਂਗਾ ਕਿ ਮੈਂ ਉਹ ਮਨੋਵਿਸ਼ਲੇਸ਼ਣ ਜਿਹੜੀ ਹੈ ਤੁਹਾਨੂੰ ਮੈਂ ਦੇ ਦੇਵਾਂਗਾ। ਇਹਨੇ ਹਰਜੀਤ ਸਿੰਘ ਮਾਂਗਟ ਨੇ ਕੀਤਾ ਉਹਦਾ ਉਲੱਥਾ। ਤੇ ਉਹ ਜਿਹੜਾ ਆਪਣਾ ਸਿਗਮੰਡ ਫਰਾਇਡ ਹੈਗਾ, ਉਹਦੀ ਕਿਤਾਬ ਹੈਗੀ ਰੱਬ ਇੱਕ ਭਰਮ ਅਤੇ ਉਸ ਦਾ ਅੰਤ। ਉਹ ਰੱਬ ਨੂੰ ਇੱਕ ਭਰਮ ਮੰਨਦਾ ਔਰ ਉਹਦਾ ਅੰਤ ਮੰਨਦਾ, ਲੇਕਿਨ ਜੇ ਅਸੀਂ ਗੁਰਬਾਣੀ ਦੇ ਬੇਸ ਦੇ ਉੱਤੇ ਉਸ ਚੀਜ਼ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਉਹ ਇੱਕ ਬਹੁਤ ਵਧੀਆ ਸਾਨੂੰ ਸਿਗਮੰਡ ਫਰਾਇਡ ਤੋਂ ਅਗਲੀ ਗੱਲ ਮਿਲਦੀ ਹੈ। ਔਰ ਉਹ ਜਿਹੜਾ ਰੱਬ ਇੱਕ ਭਰਮ ਔਰ ਇੱਕ ਅੰਤ ਕਹਿ ਰਿਹਾ, ਉਹ ਉਸ ਤੇ ਕਹਿ ਰਿਹਾ ਜਿਹਨੂੰ ਵੱਖਰਾ ਉੱਤੇ ਇੱਕ ਮੰਨਿਆ ਗਿਆ, ਮਤਲਬ ਵੱਖਰਾ ਬੈਠਾ ਹੋਇਆ। ਉਹਨੂੰ ਤਾਂ ਗੁਰਬਾਣੀ ਵੀ ਨਹੀਂ ਮੰਨਦੀ, ਗੁਰਬਾਣੀ ਸਰਬ ਵਿਆਪਕ ਨੂੰ ਮੰਨ ਰਹੀ ਹੈ। ਤਾਂ ਜਦੋਂ ਅਸੀਂ ਉਹਨਾਂ ਨੂੰ ਇਹ ਚੀਜ਼ ਕਹਿੰਦੇ ਹਾਂ ਤਾਂ ਫਿਰ ਉਹਨਾਂ ਦੀ ਸਮਝ ਵਿੱਚ ਆ ਜਾਂਦੀ, ਜਿਵੇਂ ਕੌਨਸ਼ੀਅਸ ਮਾਈਂਡ, ਸਬ ਕੌਨਸ਼ੀਅਸ ਮਾਈਂਡ ਜਾਂ ਅਨਕੌਨਸ਼ੀਅਸ ਮਾਈਂਡ ਹੈਗਾ। ਇਹਨਾਂ ਚੀਜ਼ਾਂ ਨੂੰ ਬਹੁਤ ਜਲਦੀ ਅੰਡਰਸਟੈਂਡ। ਹਾਂਜੀ ਗਿਆਨੀ, ਵੈਸੇ ਇੱਥੇ ਦੇ ਸਕੂਲਾਂ ਵਿੱਚ ਇਦਾਂ ਜਿਹੜੇ ਪ੍ਰਾਇਮਰੀ ਸਕੂਲ ਆ, ਹਾਂਜੀ, ਸੈਕੰਡਰੀ ਸਕੂਲ ਵੀ, ਉਹ ਇੱਥੇ ਚਾਰਲਸ ਡਾਰਵਿਨ ਦੀ ਜਗ੍ਹਾ ਤੇ ਜਿਹੜਾ ਹੈਗਾ ਰਿਲੀਜੀਅਸ ਐਜੂਕੇਸ਼ਨ ਜਿਹੜਾ ਸਬਜੈਕਟ ਟੀਚ ਕਰਦੇ ਇੱਥੇ, ਉਹ ਹੈ ਚਲੋ ਬਾਈਬਲ ਤੇ ਬੇਸਡ, ਕਿਉਂਕਿ ਬਾਈਬਲ ਇਹ ਮੁਲਕ ਹੋਣ ਕਰਕੇ ਜ਼ਿਆਦਾ ਬਾਈਬਲ ਤੇ ਬੇਸਡ ਹੈਗਾ। ਤੇ ਉਹਨਾਂ ਨੇ ਬਾਕੀ ਵੀ ਜਿਹੜੇ ਹੋਰ ਵੀ ਬੱਚੇ ਹੈਗੇ ਦੂਜੇ ਵੀ ਲੈ ਆਂਦੇ ਰਿਲੀਜਨ, ਮੁਸਲਮਾਨਾਂ ਦਾ ਵੀ ਹੈਗਾ ਉੱਥੇ, ਹਿੰਦੂਇਜ਼ਮ, ਸਿੱਖੀਜ਼ਮ, ਸਾਰਿਆਂ ਦੇ ਆਪ ਥੋੜਾ ਐਕਸਪਲੇਨ ਕਰਦੇ ਕਿ ਇਹਨਾਂ ਦਾ ਬੇਸਿਸ ਕੀ ਹੈ, ਇਹਨਾਂ ਦਾ ਕੀ ਹੈ। ਪਰ ਮੈਜੋਰਿਟੀ ਹੈਗੇ ਬਾਈਬਲ ਤੇ ਹੀ ਬੇਸਡ ਹੈ, ਬਾਈਬਲ ਦੀ। ਹਾਂਜੀ ਹਾਂਜੀ ਹਾਂਜੀ। ਜਦੋਂ ਥੋੜਾ ਆਪਣੇ ਪੁਆਇੰਟ ਆਫ ਵਿਊ ਦੱਸਣਾ ਹੋਵੇ ਇਹਨਾਂ ਨੂੰ, ਕਿ ਉਹ ਸੱਦ ਲੈਂਦੇ ਨਾ ਕਈ ਦਫਾ, ਹਾਂਜੀ, ਦੱਸਣਾ ਹੋ ਕਿ ਸਾਡਾ ਕੀ ਰਿਲੀਜਨ, ਤੁਹਾਡਾ ਚਲੋ ਠੀਕ ਆ ਉਹਨੂੰ ਜਿਹੜਾ ਹੈਗਾ ਜੀ। ਉਹਦੇ ਵਿੱਚ ਨਾ ਵੀਰ ਜੀ, ਇੱਕ ਵਾਰੀ ਮੇਰੇ ਖਿਆਲ ਚ ਨਾ, ਜੇ ਮੈਂ ਭੁੱਲਦਾ ਨਹੀਂ ਤਾਂ ਅਮਰੀਕਾ ਦੇ ਵਿੱਚ ਇੱਕ ਸਰਬ ਧਰਮ ਸੰਮੇਲਨ ਹੋਇਆ ਸੀ, ਤੇ ਉਹ ਸਰਬ ਧਰਮ ਸੰਮੇਲਨ ਦੇ ਵਿੱਚ ਸਿੱਖੀਜ਼ਮ ਵੱਲੋਂ ਡਾਕਟਰ ਗੁਰਬਖਸ਼ ਸਿੰਘ ਗਏ ਸੀ। ਤੇ ਉੱਥੇ 3-4 ਦਿਨ ਦਾ ਸੰਮੇਲਨ ਸੀ ਤੇ ਬੜਾ ਆਨੰਦ ਬਣਿਆ ਰਿਹਾ। ਤੇ ਅਖੀਰਲੇ ਦਿਨ ਇੱਕ ਬੰਦੇ ਨੇ ਸਵਾਲ ਕੀਤਾ, ਉਹ ਕਹਿਣ ਲੱਗਾ ਵੀ ਮੈਂ ਇਹ ਸਰਬ ਧਰਮ ਸੰਮੇਲਨ ਦਾ ਬਹੁਤ ਵਧੀਆ ਆਨੰਦ ਮਾਣਿਆ, ਲੇਕਿਨ ਮੇਰਾ ਇੱਕ ਸਵਾਲ ਹੈ ਤੁਹਾਡੇ ਸਾਰੇ ਧਰਮੀ ਲੋਕਾਂ ਅੱਗੇ। ਇੱਕ ਧਰਮ ਕਹਿ ਰਿਹਾ ਹੈ ਕਿ ਜਿਹੜਾ ਮੇਰੇ ਧਰਮ ਨੂੰ ਫੋਲੋ ਕਰੇਗਾ ਉਹ ਸਵਰਗ ਵਿੱਚ ਜਾਏਗਾ। ਇਸਲਾਮ ਵਾਲੇ ਕਹਿ ਰਹੇ ਨੇ ਜੋ ਮੁਹੰਮਦ ਸਾਹਿਬ ਨੂੰ ਫੋਲੋ ਕਰੇਗਾ ਉਹ ਜੰਨਤ ਜਾਏਗਾ, ਬਾਕੀ ਸਾਰੇ ਦੋਜ਼ਖ ਦੇ ਭਾਗੀ। ਈਸਾਈਅਤ ਕਹਿ ਰਹੀ ਹੈ ਕਿ ਜੋ ਤੁਸੀਂ ਈਸਾ ਮਸੀਹ ਨੂੰ ਫੋਲੋ ਕਰੇਗਾ ਉਹਦੇ ਪਾਪ ਬਖਸ਼ੇਗਾ, ਤੇ ਉਹ ਹਿੰਦੂ ਕਹਿ ਰਿਹਾ ਵੀ ਜੋ ਇਸ ਤਰ੍ਹਾਂ ਕਰੇਗਾ ਉਹ, ਸਿੱਖ ਕਹਿ ਰਹੇ ਤੇ ਉਹ ਇਸ ਤਰ੍ਹਾਂ। ਤੇ ਇਹਦਾ ਉੱਤਰ ਕੀ ਹੈ? ਇਹਦਾ ਮਤਲਬ ਤੇ ਸਾਰੇ ਹੀ ਨਰਕ ਚ ਜਾਣਗੇ। ਮੇਰੇ ਮੁਤਾਬਕ ਤੁਸੀਂ ਸਾਰੇ ਨਰਕ ਚ ਜਾਓਗੇ, ਤੁਹਾਡੇ ਮੁਤਾਬਕ ਦੂਜੇ ਤੀਜੇ ਮੁਤਾਬਕ। ਇਹਦਾ ਸੋਲੂਸ਼ਨ ਕੀ ਹੈ? ਜਿਹੜਾ ਸਟੇਜ 77 ਸੀਗਾ ਚਲਾ ਰਿਹਾ ਸੀ, ਉਹਨੇ ਕਿਹਾ ਵੀ ਸਵਾਲ ਤੇਰਾ ਬਹੁਤ ਠੀਕ ਹੈ, ਪਰ ਇੰਨਾ ਵਧੀਆ ਮਾਹੌਲ ਬਣਿਆ ਸੀ ਕਿ ਇਹਦੇ ਵਿੱਚ ਤਾਂ ਹੁਣ ਗੜਬੜ ਹੋਏਗੀ। ਪਰ ਉਹ ਕਹਿੰਦਾ ਵੀ ਮੇਰਾ ਸ਼ੰਕਾ ਹੈ। ਤੁਹਾਡੇ ਤੋਂ ਪੁੱਛਿਆ, ਈਸਾਈ ਵੀਰ ਨੇ ਆਪਣੇ ਮੁਤਾਬਕ ਉੱਤਰ ਦਿੱਤਾ। ਉਹ ਕਹਿੰਦਾ ਵੀ ਤੇਰੇ ਮੁਤਾਬਕ ਤੇਰਾ ਉੱਤਰ ਠੀਕ ਹੋ ਸਕਦਾ, ਪਰ ਮੇਰੀ ਤਸੱਲੀ ਨਹੀਂ ਇਹਦੇ ਨਾਲ ਹੋ ਰਹੀ ਵੀ ਤੂੰ ਕਹਿ ਰਿਹਾ ਵੀ ਜਿਹੜਾ ਇਹਨੂੰ ਫੋਲੋ ਕਰੇਗਾ ਸਵਰਗ ਵਿੱਚ, ਬਾਕੀ ਤੇ ਫਿਰ ਨਰਕ ਵਿੱਚ ਗਿਆ, ਉਹਨਾਂ ਦਾ ਕੀ ਬਣੇਗਾ? ਅਖੀਰ ਫਿਰ ਡਾਕਟਰ ਗੁਰਬਖਸ਼ ਸਿੰਘ ਦੀ ਵਾਰੀ ਆਈ। ਉਹ ਤੋਂ ਪੁੱਛਿਆ ਵੀ ਸਰਦਾਰ ਜੀ ਤੁਹਾਡਾ ਧਰਮ ਕੀ ਕਹਿੰਦਾ? ਉਹ ਕਹਿੰਦਾ ਵੀ ਤੇਰਾ ਜਿਹੜਾ ਸਵਾਲ ਹੈ ਉਹ ਮੇਰੇ ਧਰਮ ਤੇ ਲਾਗੂ ਨਹੀਂ ਹੁੰਦਾ, ਮੇਰੇ ਧਰਮ ਤੇ ਲਾਗੂ ਹੀ ਨਹੀਂ ਹੁੰਦਾ, ਕਿਉਂਕਿ ਜਿਹਨੂੰ ਧਰਮ ਸਮਝਿਆ ਜਾ ਰਿਹਾ ਉਹ ਮਜ਼ਹਬ ਨੇ। ਧਰਮ ਤਾਂ ਇੱਕ ਹੀ ਹੈ ਪੂਰੀ ਦੁਨੀਆ ਦਾ, ਇੱਕੋ ਧਰਮ ਜਿਹੜੇ ਸੱਚ, ਕੋਈ ਜਿਹੜਾ ਸਚਿਆਰ ਹੋਏਗਾ ਉਹ ਬੰਦਾ ਮੁਕਤ ਹੋਏਗਾ। ਮੇਰਾ ਧਰਮ ਨਰਕ ਸਵਰਗ ਨੂੰ ਉਤਲੇ ਤੇ ਮੰਨਦਾ ਹੀ ਨਹੀਂ, ਔਰ ਸਚਿਆਰ ਹੋਣਾ ਹੀ ਮਨੁੱਖਤਾ ਦਾ ਇੱਕੋ ਇੱਕ ਧਰਮ ਹੈ।
ਕਿਉਂਕਿ ਰੱਬ ਜੇ ਇੱਕ ਹੈ ਤਾਂ ਧਰਮ ਵੀ ਇੱਕ ਹੀ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ। ਅਸਲ ਦੇ ਅੰਦਰ ਮਜ਼ਹਬਾਂ ਨੂੰ ਧਰਮ ਸਮਝ ਲਿਆ ਗਿਆ, ਉਦੋਂ ਪ੍ਰੋਬਲਮ ਕ੍ਰੀਏਟ ਹੋਈ। ਤਾਂ ਅਸੀਂ ਬੱਚਿਆਂ ਨੂੰ ਇਹ ਗੱਲ ਕਹਿ ਸਕਦੇ ਹਾਂ ਕਿ ਧਰਮ ਕੀ ਹੈ। ਧਰਮ ਦੀ ਪਰਿਭਾਸ਼ਾ ਇਹ ਦਿਓ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ, ਜੋ ਮੈਨੂੰ ਸਮਝ ਆਉਂਦਾ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ, ਕਿ ਸੱਚ ਨੂੰ ਬੇਸ ਬਣਾ ਲੈਣਾ ਹੀ ਧਰਮ ਹੈ, ਸੱਚਿਆਰ ਹੋਣਾ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਕੋ ਨਾਮ ਦਾ ਮਤਲਬ ਸੱਚ, ਨਿਰਮਲ ਕਰਮ ਦਾ ਮਤਲਬ ਚੰਗੇ ਕਰਮ ਕਰਨੇ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਜੇ ਸਕੂਲਾਂ ਵਿੱਚ ਇਹ ਚੀਜ਼ ਪੜ੍ਹਾਈ ਜਾਵੇ ਤਾਂ ਪੂਰੀ ਦੁਨੀਆ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਬੱਚੇ ਸਾਡੇ ਤੋਂ, ਮਾਂ-ਬਾਪ ਤੋਂ ਦੂਰ ਨਹੀਂ ਜਾਣਗੇ, ਕਿਉਂਕਿ ਉਹਨਾਂ ਨੂੰ ਫਰਜ਼ ਪੜ੍ਹਾਏ ਜਾਣਗੇ ਵੀ ਬੇਟੇ ਤੁਹਾਡੇ ਫਰਜ਼ ਇਹ ਨੇ, ਮਾਂ-ਬਾਪ ਦੇ ਫਰਜ਼ ਇਹ ਨੇ, ਭੈਣਾਂ ਦੇ ਫਰਜ਼ ਇਹ ਨੇ, ਪਤਨੀ ਦੇ ਫਰਜ਼ ਇਹ ਨੇ, ਚਾਚਿਆਂ ਤਾਇਆਂ ਦੇ ਫਰਜ਼ ਇਹ ਨੇ। ਔਰ ਇਹ ਫਰਜ਼ ਰਿਸ਼ਤਿਆਂ ਤੱਕ ਖਤਮ ਨਹੀਂ ਹੁੰਦੇ। ਤੁਹਾਡੇ ਹਵਾ ਲਈ ਕੀ ਫਰਜ਼ ਨੇ, ਪਾਣੀ ਲਈ ਕੀ ਫਰਜ਼ ਨੇ, ਵਨਸਪਤੀ ਲਈ ਕੀ ਫਰਜ਼ ਨੇ, ਮਨੁੱਖਤਾ ਲਈ ਕੀ ਫਰਜ਼ ਨੇ। ਉਹਨੂੰ ਅਸੀਂ ਜਦੋਂ ਬੱਚਿਆਂ ਨੂੰ ਇਹ ਚੀਜ਼ ਸਮਝਾਓਗੇ ਤਾਂ ਉਹ ਹਕੀਕਤ ਦੇ ਵਿੱਚ ਆਪਣੇ ਧਰਮ ਦੇ ਉੱਤੇ ਮਾਣ ਕਰਨਗੇ ਔਰ ਦੂਜਿਆਂ ਨੂੰ ਵੀ ਪ੍ਰੇਰ ਸਕਣਗੇ। ਮੈਨੂੰ ਐਵੇਂ ਪਤਾ ਸਾਡਾ ਆਪਣਾ ਢਾਂਚਾ ਵਿਗੜਿਆ ਹੋਇਆ ਨਾ, ਅਸੀਂ ਆਪ ਥੋੜਾ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਨਹੀਂ ਕਰ ਪਾਏ। ਜੋ ਮੈਨੂੰ ਫੀਲ ਹੁੰਦਾ, ਹੋ ਸਕਦਾ ਕਿ ਮੈਂ ਠੀਕ ਨਾ ਹੋਵਾਂ, ਪਰ ਮੈਨੂੰ ਲੱਗਦਾ ਕਿ ਮੈਂ ਠੀਕ ਹੈ। ਨਹੀਂ ਤੇ ਹਾਂਜੀ, ਧਰਮ ਦਾ ਚਲੋ ਆਪਾਂ ਨੂੰ ਕਹਿਤਾ ਕੀ ਹੈਗਾ, ਤੇ ਮਜ਼ਹਬ ਦਾ ਕੀ ਫਰਕ ਪੈ? ਮਜ਼ਹਬ ਜਿਹਨੂੰ ਆਪਾਂ ਕਹਿੰਦੇ ਹਾਂ, ਮਜ਼ਹਬ ਵੀਰ ਜੀ ਬੱਝੇ ਹੋਏ ਹੁੰਦੇ ਨੇ ਮਰਿਆਦਾਵਾਂ ਦੇ ਵਿੱਚ। ਜਿਵੇਂ ਕਿ ਸਾਡੀ ਮਰਿਆਦਾ ਇਹ ਹੈ ਇਸਲਾਮ ਦੀ, ਈਸਾਈਆਂ ਦੀ ਮਰਿਆਦਾ ਇਹ ਵੀ ਉਹਨਾਂ ਨੇ ਇਸ ਦਾਇਰੇ ਦੇ ਵਿੱਚ ਸੋਚਣਾ, ਇਸ ਤੋਂ ਬਾਹਰ ਨਹੀਂ। ਹਾਂ ਹਾਂਜੀ। ਲੇਕਿਨ ਧਰਮ ਜਿਹੜਾ ਉਹ ਕਿਸੇ ਦਾਇਰੇ ਵਿੱਚ ਬੱਝਾ ਹੋਇਆ ਨਹੀਂ। ਧਰਮ ਜਿੱਦਾਂ ਯੂਨੀਵਰਸ ਵੱਡਾ ਹੈ, ਓਡੇ ਹੀ ਤੁਹਾਡੇ ਵੱਡੇ ਫਰਜ਼ ਨੇ। ਦੇਖੋ ਇਹਨੂੰ ਸਿੰਪਲ ਸਮਝਿਆ ਜਾ ਸਕਦਾ ਹੈ। ਤੁਸੀਂ ਸਿੱਖ ਹੋ ਤੇ ਤੁਹਾਡੇ ਆਪਣੇ ਬੱਚਿਆਂ ਵਾਸਤੇ ਕੀ ਫਰਜ਼ ਨੇ ਕਿ ਉਹਨਾਂ ਨੂੰ ਚੰਗੀ ਸਿੱਖਿਆ ਦੇਣੀ, ਚੰਗੇ ਇਨਸਾਨ ਬਣਾਉਣਾ। ਮੈਂ ਇੱਕ ਮੁਸਲਮਾਨ ਹਾਂ ਤੇ ਮੇਰੇ ਕੀ ਫਰਜ਼ ਨੇ? ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ। ਵਿਰਕ ਜੀ ਬੈਠੇ ਨੇ, ਮੰਨ ਲਓ ਕ੍ਰਿਸਚਨ ਨੇ, ਤੇ ਇਹਨਾਂ ਦਾ ਕੀ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਚੰਗੇ ਬਣਾਉਣਾ। ਵੀਰ ਜੀ ਤਰਲੋਚਨ ਸਿੰਘ ਨੇ ਸਮਝ ਲਓ 2 ਮਿੰਟ ਲਈ ਕਿ ਹਿੰਦੂ ਨੇ, ਤੇ ਹਿੰਦੂ ਦਾ ਬੱਚਿਆਂ ਵਾਸਤੇ ਉਹੀ ਫਰਜ਼ ਹੈ ਨਾ। ਇੱਕ ਹਿੰਦੂ ਬੇਟੀ ਦਾ ਕੀ ਫਰਜ਼ ਹੈ ਆਪਣੇ ਮਾਂ-ਬਾਪ ਲਈ, ਇੱਕ ਸਿੱਖ ਬੇਟੀ ਦਾ, ਇੱਕ ਈਸਾਈ ਬੇਟੀ ਦਾ ਇੱਕੋ ਹੀ ਹੈ ਨਾ। ਭੈਣਾਂ ਦਾ, ਭਰਾਵਾਂ ਦਾ। ਇਹ ਗੱਲ ਹੋ ਗਈ ਪਹਿਲੀ ਗੱਲ। ਦੂਜੀ ਗੱਲ ਇਹ ਕਿ ਵਨਸਪਤੀ ਵਾਸਤੇ ਕੀ ਫਰਜ਼ ਨੇ ਮੇਰੇ। ਮੈਂ ਮੁਸਲਮਾਨ ਹਾਂ ਤਾਂ ਮੇਰੇ ਕੋਲ ਫਰਜ਼ ਹੋਣੇ ਚਾਹੀਦੇ ਨੇ ਨਾ। ਤੁਸੀਂ ਸਿੱਖ ਹੋ, ਤੁਹਾਡੇ ਫਰਜ਼ ਤੇ ਸਾਰੇ ਇੱਕੋ ਹੀ ਨੇ। ਬਾਕੀ ਕਰਮ ਕਾਂਡਾਂ ਵਾਲਾ ਜਿਹੜਾ ਚੱਕਰ ਹੈ ਉਹ ਮਜ਼ਹਬ ਹੈ। ਕਰਮ ਕਾਂਡਾਂ ਚੋਂ ਬਾਹਰ ਆ ਕੇ ਸੱਚ ਨੂੰ ਬੇਸ ਬਣਾ ਕੇ ਫਰਜ਼ਾਂ ਨੂੰ ਪੂਰੀਆਂ ਕਰਨਾ ਇੱਕ ਧਰਮ ਹੈ, ਜੋ ਇਹਨਾਂ ਬੰਧਨਾਂ ਤੋਂ ਸਾਨੂੰ ਆਜ਼ਾਦ ਕਰਦਾ ਹੈ। ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ ਜੋ ਗੁਰੂ ਜੀ ਨੇ ਆਸਾ ਕੀ ਵਾਰ ਵਿੱਚ ਕਿਹਾ ਨਾ, ਐ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਸਰਬ ਸ਼ਬਦੰ ਦਾ ਮਤਲਬ ਸਾਰੇ ਧਰਮਾਂ ਦਾ ਇੱਕੋ ਹੀ ਧਰਮ ਹੈ। ਜੇ ਕੋ ਜਾਣੇ ਪਿਓ ਦਾ ਮਤਲਬ ਜੇ ਕੋਈ ਇਸ ਭੇਤ ਵਾਲੀ ਗੱਲ ਨੂੰ ਸਮਝ ਲਵੇ, ਤੇ ਜਿਹੜਾ ਇਸ ਭੇਤ ਵਾਲੀ ਗੱਲ ਨੂੰ ਸਮਝੇਗਾ, ਨਾਨਕ ਤਾ ਕਾ ਦਾਸ ਹੈ। ਗੁਰੂ ਜੀ ਕਹਿੰਦੇ ਨੇ ਮੈਂ ਉਹਦਾ ਦਾਸ ਬਣਨ ਲਈ ਤਿਆਰ ਹਾਂ। ਸੋਈ ਨਿਰੰਜਨ ਦੇਵ, ਜਿਹੜਾ ਇਸ ਭੇਤ ਵਾਲੀ ਗੱਲ ਨੂੰ ਸਮਝੇਗਾ, ਇਹਦੇ ਤੇ ਅਮਲ ਕਰੇਗਾ, ਉਹ ਰੱਬ ਦਾ ਰੂਪ ਬੰਦਾ ਹੋਏਗਾ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਨਹੀਂ। ਸਾਡੇ ਤੱਕ ਜੋ ਕੁਝ ਪਹੁੰਚਿਆ ਹੈ ਨਾ, ਉਹ ਮੇਰੇ ਖਿਆਲ ਵਿੱਚ ਕਾਫੀ ਕੁਝ ਗੁਰਮਤ ਤੋਂ ਦੂਰ ਦੀਆਂ ਚੀਜ਼ਾਂ ਪਹੁੰਚੀਆਂ, ਜਿਹੜੀਆਂ ਸਾਨੂੰ ਇਸ ਤਰ੍ਹਾਂ ਬੈਠ ਕੇ ਪਰਸਪਰ ਵਿਚਾਰਨ ਦੀ ਲੋੜ ਹੈ ਔਰ ਅਪਣਾਉਣ ਦੀ ਲੋੜ ਹੈ। ਬਹੁਤ ਸੌਖੀ ਜ਼ਿੰਦਗੀ ਹੈ ਧਰਮ ਵਾਲੀ। ਮੈਂ ਖੁਦ, ਕਿਉਂਕਿ ਮੈਂ ਸੰਨ 80 ਤੋਂ ਲੈ ਕੇ ਗੁਰਬਾਣੀ ਪੜ੍ਹ ਰਿਹਾ ਹਾਂ, ਲੇਕਿਨ ਪਹਿਲੋਂ ਮੈਂ ਵੀ ਜਿਵੇਂ ਮੈਨੂੰ ਸਿਖਾਇਆ ਗਿਆ ਉਸੇ ਤਰ੍ਹਾਂ ਹੀ, ਪਰ ਜਦੋਂ ਬਾਣੀ ਦੀ ਆਪ ਸਰਚ ਕੀਤੀ ਜਾਂ ਜੀਵਨ ਜੀਣ ਦੀ ਟਰਾਈ ਕੀਤੀ, ਉਦੋਂ ਤਾਂ ਨਾ ਇੰਝ ਜਿਵੇਂ ਜੀਵਨ ਮੁਕਤੀ ਵਾਲਾ ਆਨੰਦ ਮਾਣ ਰਿਹਾ। ਜੀਵਨ ਹਲਕਾ ਫੁਲਕਾ ਹੈ, ਜੀਵਨ ਦੇ ਵਿੱਚ ਕੋਈ ਬੰਧਨ ਨਹੀਂ, ਕੋਈ ਈਰਖਾ ਦੁਆਸ਼ ਨਹੀਂ, ਉਹਨਾਂ ਚੀਜ਼ਾਂ ਤੋਂ ਆਜ਼ਾਦ ਆ। ਹਰ ਬੰਦਾ ਹੋ ਸਕਦਾ ਐਸਾ ਜੇ ਬਾਣੀ ਨੂੰ ਸਮਝੇ। ਕੀ ਵਿਊਜ਼ ਨੇ ਤੁਹਾਡੇ ਇਸ ਬਾਰੇ? ਇੱਕੋ ਠੀਕ ਹੈ, ਕਿਉਂਕਿ ਜਿੱਦਾਂ ਆਪਾਂ ਕਹਿੰਦੇ ਕਿ ਹੈਗਾ ਸੌਖਾ ਤਰੀਕਾ ਹੈਗਾ, ਤਾਂ ਸੌਖਾ ਹੈ ਜਿਹੜਾ ਧਰਮ ਤੇ ਚੱਲਣਾ। ਹਾਂਜੀ ਬਿਲਕੁਲ ਸੌਖਾ, ਬਹੁਤ ਸੌਖਾ, ਸਿੰਪਲ ਹੈ ਜਿੱਦਾਂ ਸੋਚੀਏ, ਸਿੰਪਲ ਤਰੀਕਾ ਹੈ। ਲੇਕਿਨ ਹੁਣ ਸਾਨੂੰ ਜਦੋਂ ਅਸੀਂ ਜਿਹੜੇ ਕਰਮ ਕਾਂਡਾਂ ਵਿੱਚ ਪੈਂਦੇ ਹਾਂ ਔਰ ਬਾਰ-ਬਾਰ ਅਸੀਂ ਕਹਿੰਦੇ ਹਾਂ ਵੀ ਔਖਾ ਕੀ, ਹੁਣ ਬਾਰ-ਬਾਰ ਹੱਥ ਧੋਣੇ ਔਖੇ ਨੇ। ਹੁਣ ਆ ਕਰੋਨਾ ਨੇ ਕੀਤਾ ਨਾ ਪ੍ਰੋਬਲਮ ਵੀ ਇੱਧਰ ਵੀ ਲਾਓ ਤੇ ਹੱਥ। ਜਿਹੜੇ ਕਰਮ ਕਾਂਡ ਨੇ ਉਹ ਔਖੇ ਨੇ ਹਰ ਧਰਮ ਦੇ ਵਿੱਚ, ਲੇਕਿਨ ਧਰਮ ਤੇ ਸੌਖਾ ਸੀ ਬਿਲਕੁਲ।
ਦੇਖੋ ਗੁਰੂ ਨਾਨਕ ਦੇਵ ਨੇ ਸਿੱਧਾਂ ਨੂੰ ਪਹਾੜਾਂ ਤੋਂ ਥੱਲੇ ਲਾਇਆ ਕਿ ਕੁਝ ਸਮਾਧੀਆਂ ਲਾਈ ਫਿਰਦੇ, ਕੋਈ ਧਰਮ ਨਹੀਂ ਹੈ। ਜਿਹੜੇ ਪੂਜਾ ਅਰਚਨਾ ਕਰ ਰਹੇ ਨੇ ਫੁੱਲ ਧਰਤੇ ਪੱਤੀਆਂ, ਗੁਰੂ ਜੀ ਕਹਿਣ ਲੱਗੇ ਕੋਈ ਧਰਮ ਨਹੀਂ ਹੈ। ਧਰਮ ਤੇ ਫਰਜ਼ ਨੇ ਯਾਰ, ਬਾਹਰ ਆਓ, ਕਿਰਤ ਕਰੋ, ਸੱਚ ਬੋਲੋ ਔਰ ਸੱਚੇ ਰਾਹ ਤੇ ਤੁਰੋ। ਕਿਵ ਸਚਿਆਰਾ ਹੋਈ ਹੈ, ਇਹ ਚੀਜ਼ ਪੰਕਤੀ ਨੋਟ ਕਰ ਲਓ ਪੱਕੀ। ਹੁਕਮ ਰਜ਼ਾਈ ਚੱਲਣਾ, ਕਿਵ ਸਚਿਆਰਾ ਹੋਈ, ਸਾਡਾ ਗੋਲ ਸਚਿਆਰ ਹੋਣਾ ਹੈ ਹਰ ਮਨੁੱਖ ਦਾ। ਹਿੰਦੂ ਸਿੱਖ ਈਸਾਈ ਜੇਕਰ ਸਾਰੇ ਸਚਿਆਰ ਹੋ ਜਾਣ ਤੇ ਫਿਰ ਕਿੰਨਾ ਵਧੀਆ। ਨਮਾਜ਼ਾਂ ਪੜ੍ਹੀ ਜਾਣੋ, ਤੁਸੀਂ ਅਰਦਾਸਾਂ ਕਰੀ ਜਾਓ, ਪਾਠ ਕਰੀ ਜਾਓ, ਹਿੰਦੂ ਦੀਵੇ ਜਗਾਈ ਜਾਣ, ਲੇਕਿਨ ਸਚਿਆਰ ਹੋਣ ਤਾਂ ਜ਼ਿੰਦਗੀ ਬਦਲ ਜਾਏਗੀ ਨਾ। ਪਰ ਇਹ ਕਰਮ ਕਾਂਡ ਕਰ ਰਹੇ ਨੇ, ਸਚਿਆਰ ਨਹੀਂ ਹੈ, ਪ੍ਰੋਬਲਮ ਇੱਥੇ ਹੈ ਨਾ। ਇਸ ਤਰ੍ਹਾਂ ਹਾਂਜੀ, ਬਿਲਕੁਲ ਬਿਲਕੁਲ। ਹਾਂ ਵੀਰੋ ਭੈਣੋ, ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਆਪਣੇ ਥੋੜੇ ਵਿਚਾਰ ਦੇਣਾ ਤਾਂ ਜਸਵੀਰ ਕੌਰ ਭੈਣਾਂ ਨੂੰ ਵੀ ਉੱਠਣੇ ਦੇਣਾ। ਹਾਂਜੀ, ਮੈਂ ਕਰਦਾ ਜੀ ਉਹਨਾਂ ਦੇ ਨਾਲ ਗੱਲ। ਰਵਿੰਦਰ ਸਿੰਘ, ਤੁਸੀਂ ਹੋਰ ਕੋਈ ਆਪਣਾ ਵਿਚਾਰ ਰੱਖਣਾ ਹੋਵੇ ਤਾਂ ਦੱਸ ਦਿਓ। ਹਾਂਜੀ, ਮੈਂ ਇਹੋ ਹੀ ਕਹਿਣਾ, ਜਿੱਦਾਂ ਅੱਗੇ ਪਹਿਲਾਂ ਭੈਣ ਜੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਇਮਾਨਦਾਰੀ ਦਾ ਮਜ਼ਾ ਆਉਂਦਾ ਉਹਦਾ ਵੱਖਰਾ ਹੀ ਆ। ਹਾਂਜੀ ਹਾਂ, ਉਹ ਚੀਜ਼ ਹੋ ਗਈ ਨਾ ਫਿਰ। ਬਿਲਕੁਲ ਵੀਰ ਜੀ, ਬਹੁਤ ਆਸਾਨ ਹੈ ਜ਼ਿੰਦਗੀ ਜੇ ਸੱਚ ਨੂੰ ਬੇਸ ਬਣਾ ਕੇ ਜੀਵਿਆ ਜਾਏ ਨਾ। ਜਿਵੇਂ ਹੁਣ ਸੱਚ ਨੂੰ ਬੇਸ ਬਣਾਵਾਂਗੇ, ਮੇਰੇ ਤੁਹਾਡੇ ਵਿੱਚ ਸੰਤੋਖ ਹੋਏਗਾ। ਤਾਂ ਜੇ ਮੇਰੀ ਜ਼ਿੰਦਗੀ ਵਿੱਚ ਪ੍ਰੋਬਲਮ ਹੈ ਤਾਂ ਤੁਸੀਂ ਮੇਰਾ ਸਹਿਯੋਗ ਕਰ ਦੋਗੇ। 7 ਔਰ 2 ਵਾਲਾ ਫਾਰਮੂਲਾ ਹੈ। ਮੰਨ ਲਓ ਮੈਂ ਤੇ ਤੁਸੀਂ ਫਰੈਂਡ ਆ, ਦੋਸਤ ਹੈਗੇ ਆ, ਤੇ ਦੋਸਤ ਦਾ ਮਤਲਬ ਹੈਗਾ 2 + 7, 2 ਸੱਚਾਈਆਂ ਮਿਲੀਆਂ ਔਰ 2 ਬੰਦੇ ਸੱਚੇ ਮਿਲ ਕੇ ਇੱਕ ਹੋ ਗਏ। ਦੋਸਤ ਦਾ ਮਤਲਬ ਅਸੀਂ 2 ਤੋਂ 1 ਹੋ ਗਏ। ਹੁਣ ਅਰਵਿੰਦਰ ਸਿੰਘ ਤੇ ਮੋਹਰ ਸਿੰਘ ਵੀਰ ਜੀ 2 ਸਨ, 1 ਹੋ ਗਏ। ਤੁਹਾਡੇ ਕੋਲ ਚੀਜ਼ਾਂ ਨੇ 2 ਤੇ ਮੇਰੇ ਕੋਲ ਚੀਜ਼ਾਂ ਨੇ 7, ਕਿੰਨੀਆਂ ਹੋ ਗਈਆਂ? 9 ਹੋ ਗਈਆਂ। ਇਹਦਾ ਮਤਲਬ ਕਿ ਮੇਰੇ ਕੋਲ ਹੁਣ 2 ਨਹੀਂ, ਤੁਹਾਡੀਆਂ 7 ਵੀ ਮੇਰੀਆਂ ਹੀ ਨੇ, ਮੇਰੀਆਂ 2 ਵੀ ਤੁਹਾਡੀਆਂ ਹੀ ਨੇ, ਕਿਉਂਕਿ ਅਸੀਂ 1 ਹੋ ਗਏ ਨਾ। 2 ਤੇ 7 1 ਹੋ ਗਏ, 9 ਚੀਜ਼ਾਂ। ਤੁਹਾਡਾ ਕਾਰੋਬਾਰ ਥੋੜਾ ਜ਼ਿਆਦਾ ਚੱਲਿਆ, ਮੇਰੇ ਕਾਰੋਬਾਰ ਵਿੱਚ ਘਾਟਾ ਹੋ ਗਿਆ। ਤੁਹਾਡੇ ਕੋਲ ਚੀਜ਼ਾਂ ਆ ਗਈਆਂ 3, ਮੇਰੇ ਕੋਲ ਰਹਿ ਗਈਆਂ 6, ਤੇ ਕਿੰਨੀਆਂ ਹੋ ਗਈਆਂ ਦੋਵਾਂ ਕੋਲ? 9। ਤੁਹਾਡੇ ਕੋਲ ਚੀਜ਼ਾਂ ਆ ਗਈਆਂ 4, ਮੇਰੇ ਕੋਲ ਰਹਿ ਗਈਆਂ 5, ਬਰਾਬਰ 9। ਤੁਹਾਡੇ ਕੋਲ ਆ ਗਈਆਂ 5, ਮੇਰੇ ਕੋਲ ਰਹਿ ਗਈਆਂ 4, ਬਰਾਬਰ 9। ਤੁਹਾਡੇ ਕੋਲ ਚੀਜ਼ਾਂ ਆ ਗਈਆਂ 6, ਮੇਰੇ ਕੋਲ ਰਹਿ ਗਈਆਂ 3, ਬਰਾਬਰ 9। ਤੁਹਾਡੇ ਕੋਲ ਚੀਜ਼ਾਂ ਆ ਗਈਆਂ 7, ਮੇਰੇ ਕੋਲ ਰਹਿ ਗਈਆਂ 2। ਤਾਂ ਇੱਥੇ ਮੈਨੂੰ ਹੀਨ ਭਾਵਨਾ ਦੀ ਲੋੜ ਨਹੀਂ, ਕਿਉਂਕਿ ਕਦੀ ਤੁਹਾਡੇ ਕੋਲ 2 ਸੀ, ਮੇਰੇ ਕੋਲ 7 ਸੀ। ਅੱਜ ਤੁਹਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਕਦੀ ਮੇਰੇ ਕੋਲ 7 ਸੀ, ਕਦੀ ਤੁਹਾਡੇ ਕੋਲ 2 ਸੀ, ਤਾਂ ਬਰਾਬਰ 9। ਤੁਹਾਡੇ ਕੋਲ ਚੀਜ਼ਾਂ ਆ ਗਈਆਂ 8, ਮੇਰੇ ਕੋਲ ਰਹਿ ਗਈ 1, ਬਰਾਬਰ 9। ਤੁਹਾਡੇ ਕੋਲ 9 ਚੀਜ਼ਾਂ ਆ ਗਈਆਂ, ਮੈਂ ਦਿਵਾਲੀਆ ਹੋ ਗਿਆ, ਮੇਰੇ ਕੋਲ 1 ਵੀ ਨਹੀਂ ਰਹੀ। 9 + 0 ਬਰਾਬਰ 9। ਜੇ ਮੈਂ ਤੇ ਤੁਸੀਂ ਸੱਚਾਈ ਦੇ ਨਾਲ 1 ਹੋ ਗਏ ਤੇ ਸਾਡੇ ਕੋਲ ਚੀਜ਼ਾਂ 9 ਹੀ ਰਹਿਣਗੀਆਂ, ਤੁਹਾਡੀਆਂ ਮੇਰੀਆਂ 1 ਹੋ ਗਈਆਂ। ਜਿਵੇਂ ਇਹਨੂੰ ਕਹਿੰਦੇ ਨੇ ਨਾ ਵੀ ਸਾਰਾ ਕੁਝ ਗੁਰੂ ਦਾ, ਦਾਣਾ ਪਾਣੀ ਗੁਰੂ ਕਾ, ਜੋ ਕੁਛ ਹੈ ਸੋ ਤੇਰਾ। ਇਹ ਜੇ ਭਾਵਨਾ ਸਾਡੀ ਜ਼ਿੰਦਗੀ ਸੱਚਾਈ ਤੌਰ ਤੇ ਆ ਜਾਣ ਕਿ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਨਾ ਕਰਾਂ, ਸੱਚਾਈ ਨਾਲ, ਤਾਂ ਇਹ ਜ਼ਿੰਦਗੀ ਬਹੁਤ ਸੌਖੀ ਹੈ। ਠੀਕ ਹੈ ਨੰਦਰਾ ਸਾਹਿਬ, ਤੁਸੀਂ ਮੇਰੇ ਨਾਲ ਐਵੇਂ ਨਹੀਂ ਵਰਤ ਸਕਦੇ। ਹੋ ਸਕਦਾ ਹੈ ਕਿ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰ ਲਵਾਂ ਜਾਂ ਤੁਸੀਂ ਠੱਗੀ ਲਾ ਜਾਓ, ਪਰ ਤੁਹਾਡੀ ਪਤਨੀ ਨਾਲ ਤਾਂ ਤੁਸੀਂ ਵਰਤ ਸਕਦੇ ਹੋ ਐਵੇਂ, ਆਪਣੇ ਬੱਚਿਆਂ ਨਾਲ ਤਾਂ ਵਰਤ ਸਕਦੇ ਹੋ, ਆਪਣੀਆਂ ਭੈਣਾਂ ਨਾਲ, ਆਪਣੇ ਮਾਂ ਪਿਓ ਨਾਲ, ਲੇਕਿਨ ਲੋਕ ਉਹਨਾਂ ਨਾਲ ਵੀ ਨਹੀਂ ਵਰਤਦੇ। ਬਹੁਤ ਸੌਖੀ ਜ਼ਿੰਦਗੀ ਹੈ। ਹਾਂਜੀ, ਧੰਨਵਾਦ ਜੀ ਰਵਿੰਦਰ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸਾਡੇ ਨਾਲ ਹੁਣ ਹਰਦੀਪ ਸਿੰਘ ਭੋਗਲ ਵੀ ਹੈ ਜੀ, ਵਿਰਕ ਜੀ ਤੇ ਜਸਵੀਰ ਕੌਰ। ਪਹਿਲਾਂ ਮੈਂ ਹਰਦੀਪ ਸਿੰਘ ਭੋਗਲ ਕੋ ਆਊਂਗਾ ਜੀ। ਹਾਂਜੀ, ਕਰੋ ਗੱਲ ਜੀ। ਗਿਆਨੀ ਜੀ, ਮੈਂ ਸਿਰਫ ਇਹ ਪੁੱਛਣਾ ਸੀ ਕਿ ਜਦ ਮੈਂ ਜੁਆਇਨ ਕੀਤਾ ਸੀ, ਤੁਸੀਂ ਕਹਿ ਰਹੇ ਸੀ ਕਿ ਨੈਕਸਟ ਫਿਊ ਡੇਜ਼ ਤੁਸੀਂ ਨਾ ਕਿ ਔਰੰਜ ਪੀਣੀ ਜਾਂ ਲੈਮਨ ਪੀਣਾ, ਜਿਸ ਤਰ੍ਹਾਂ, ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਵੀਰ ਜੀ ਕੋਈ ਨਹੀਂ, ਖੁਸ਼ੀ ਨਾਲ ਹੀ, ਮਤਲਬ ਜਿਵੇਂ ਮੌਜ ਮਸਤੀ ਕਹਿ ਦਿੰਦੇ ਸੀ, ਆਪਣਾ weight ਘਟਾਣਾ, ਸਿਰਫ ਰੀਜ਼ਨ ਕੋਈ ਨਹੀਂ। weight ਘਟਾਉਣ ਵਾਸਤੇ ਸਿਰਫ। ਠੀਕ ਹੈ ਜੀ, ਥੈਂਕ ਯੂ। ਰਜੀਤ ਸਿੰਘ ਜੀ, ਜੇ ਤੁਸੀਂ ਵੀ ਘਟਾਉਣਾ ਤਾਂ ਇਹਨਾਂ ਨੂੰ ਜੁਆਇਨ ਕਰ ਲਓ ਬੇਸ਼ੱਕ। ਮੈਂ 2 ਸਟੋਨ ਪਾਰ ਘਟਾ ਚੁੱਕਿਆ ਆਲਰੇਡੀ ਜੀ। ਉਹ ਨਾ ਪੇਟ ਥੋੜਾ ਵੱਧ ਗਿਆ ਸੀ, ਤੇ ਜਦੋਂ ਅਸੀਂ ਬਾਣੀ ਪੜ੍ਹਨੇ ਆ ਨਾ ਵੀ ਫਿੱਟ ਵੇ ਜੀਵਿਆ ਜਿਤ ਖਾਏ ਵਧਾਇਆ ਪੇਟ, ਤੇ ਆਪਣੇ ਢਿੱਡ ਵੱਲ ਵੇਖ ਕੇ ਸ਼ਰਮ ਜਿਹੀ ਆਉਂਦੀ ਸੀ, ਤਾਂ ਫਿਰ ਮਤਲਬ ਇਹ ਸੋਲੂਸ਼ਨ ਹੈਗਾ, ਤੁਸੀਂ ਚੌੜਾ ਪਾ ਲਓ, ਆਰਾਮ ਨਾਲ ਬਾਬੇ ਬਣ ਜਾਓ। ਹਾਂਜੀ, ਮੈਂ ਕਿਹਾ ਪੇਟ ਵਧਾ ਕੇ ਚੌੜਾ ਪਾ ਕੇ ਬਾਬੇ ਬਣ ਜਾਓ ਬਸ। ਬਾਬੇ ਮਰਵਾਓਗੇ ਤੁਸੀਂ, ਬਾਬਿਆਂ ਦਾ ਅੱਜ ਕੱਲ ਬੜਾ ਭੈੜਾ। ਕਈ ਗੱਲਾਂ ਇਗਨੋਰ ਕਰਨੀਆਂ ਪੈਣੀਆਂ ਜੀ। ਥੈਂਕ ਯੂ ਜੀ ਤੁਹਾਡਾ, ਹਰਦੀਪ ਸਿੰਘ ਜੀ ਤੁਹਾਡਾ ਥੈਂਕ ਯੂ। ਜਸਵੀਰ ਕੌਰ ਜੀ ਤੇ ਵਿਰਕ ਸਾਹਿਬ। ਜਸਵੀਰ ਕੌਰ ਜੀ ਪਹਿਲਾਂ। ਹਾਂਜੀ
ਜਸਵੀਰ ਕੌਰ ਜੀ। ਮੈਂ ਤਾਂ ਇਹ ਨਾ ਜਿੱਦਾਂ ਬਸ ਬੰਦਾ ਜਿਹੜਾ ਪੈਦਾ ਹੁੰਦਾ ਹੈ ਉਹ ਸਿੱਖਿਆ, ਕਿਉਂਕਿ ਸਾਰੇ ਧਰਮ ਜੇ ਵੀ ਹੈਗੇ ਆ ਫਿਰ ਉਹ ਸਿੱਖੇ ਹੋਏ ਨੇ। ਭੈਣ ਤੁਹਾਡੀ ਗੱਲ ਮੈਨੂੰ ਨਾ ਹਾਂ ਸਮਝ ਨਹੀਂ ਆਈ, ਕਿਉਂਕਿ ਸ਼ਾਇਦ ਤੁਹਾਡੇ ਇੰਟਰਨੈਟ ਵਿੱਚ ਪ੍ਰੋਬਲਮ ਹੈ ਜਾਂ ਕਿਸ ਤਰ੍ਹਾਂ, ਆਵਾਜ਼ ਨਾ ਕੱਟ ਕੇ ਆਈ ਮੇਰੇ ਕੋਲ। ਹਾਂਜੀ, ਪਹਿਲਾਂ ਵੀ ਐਕਚੁਅਲੀ ਇਹਨਾਂ ਦੇ ਪ੍ਰੋਬਲਮ ਸੀਗੀ ਸਾਡੇ ਜੁਆਇਨ ਕਰਨ ਤੋਂ ਪਹਿਲਾਂ ਨਾ, ਜਿੱਦਾਂ ਐਕੋ ਦੀ ਆਵਾਜ਼ ਆਉਂਦੀ ਹੁਣ ਕੱਟ ਕੇ ਆਉਂਦੀ ਆ, ਤੇ ਇਹ ਮੈਨੂੰ ਲੱਗਦਾ ਅੱਜ ਇੰਟਰਨੈਟ ਪ੍ਰੋਬਲਮ ਹੈ। ਕੱਟ ਆਫ ਹੋ ਰਿਹਾ ਨਹੀਂ ਹੁੰਦਾ ਕੁਝ ਵੀ। ਅੱਛਾ ਜੀ, ਚਲੋ ਕੱਲ ਨੂੰ ਇਹ ਕੁਐਸਚਨ ਮੁੜ ਕੇ ਫੇਰ ਕਰ ਲਿਓ ਜੀ। ਥੈਂਕ ਯੂ। ਤੇ ਹੁਣ ਵਿਰਕ ਸਾਹਿਬ। ਹਾਂਜੀ ਵਿਰਕ ਜੀ। ਭਾਈ ਸਾਹਿਬ, ਮੈਂ ਉਹ ਜਿਹੜਾ ਭਾਈ ਸਾਹਿਬ ਨੇ ਗੱਲ ਕੀਤੀ ਨਾ, ਰਵਿੰਦਰ ਸਿੰਘ ਨੇ, ਬੱਚਿਆਂ ਦੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਕਿੱਦਾਂ ਸਿਖਾਉਣਾ, ਮੈਂ ਥੋੜਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਕਰੋ ਜੀ। ਹਾਂਜੀ। ਜਦੋਂ ਅਸੀਂ ਭਾਈ ਸਾਹਿਬ ਰਹਿੰਦੇ ਕਿੱਥੇ ਆ? ਇੱਥੇ ਲੰਡਨ ਚ ਹੀ ਆ ਜੀ। ਲੰਡਨ ਚ ਭਾਜੀ, ਮੈਂ ਲੰਡਨ ਚ। ਮੈਂ ਇੱਥੇ, ਅਸੀਂ ਅਮਰੀਕਾ ਰਹਿੰਦੇ ਆ, ਤੇ ਬੱਚੇ ਮੇਰੇ ਘਰੇ ਤੇ ਅੰਗਰੇਜ਼ੀ ਨਹੀਂ ਬੋਲ ਸਕਦੇ, ਜੋ ਅਸੀਂ ਬੋਲਦੇ ਹੀ ਨਹੀਂ, ਤੇ ਅਸੀਂ ਇਹਨਾਂ ਨੂੰ ਪੰਜਾਬੀ ਸਕੂਲੇ ਲਾ ਲਿਆ ਵੀ ਹਰ ਸੰਡੇ ਜਾਣਾ। ਤੇ ਹੁਣ ਚਲੋ ਕਰੋਨਾ ਕਰਕੇ ਬੰਦ ਹੋਇਆ ਉਹ, ਤੇ ਮੈਂ ਇੱਕ ਦਿਨ ਕੁਦਰਤੀ ਬੈਠੇ ਉੱਥੇ ਆਪਣੇ ਬਹੁਤ ਪੰਜਾਬੀ ਇਕੱਠੇ ਹੋਏ ਆ, ਤੇ ਮੈਂ ਜਦੋਂ ਬੱਚਿਆਂ ਨੂੰ ਕਿਹਾ ਬੇਟੇ ਚਲੋ ਸਕੂਲੇ ਚਲੋ ਵੜੋ, ਜਿਹੜਾ ਬਣਾਇਆ ਹੋਇਆ ਉੱਥੇ ਕੰਟੇਨਰ ਦੇ ਵਿੱਚ ਸਿਸਟਮ ਬਣਾਇਆ ਹੋਇਆ ਪੂਰਾ ਸਕੂਲ ਦਾ, ਬੱਚੇ 20-30 ਬੱਚੇ ਹੁੰਦੇ ਆ, ਭੈਣ ਜੀ ਪੜਾਉਂਦੇ ਆ ਉੱਥੇ। ਉਹ ਕਹਿੰਦੇ ਵੀ ਜੇ ਠੀਕ ਹੈ ਤੁਸੀਂ ਆਪਣੇ ਬੱਚੇ ਪੜ੍ਹਾ ਲਓਗੇ। ਕਹਿੰਦਾ ਪੜ੍ਹਾਉਂਦੇ ਕਿਉਂ? ਮੈਂ ਕਿਹਾ ਜੀ ਆਪਣੀ ਲੈਂਗੁਏਜ ਆਉਣੀ ਚਾਹੀਦੀ ਆ, ਇੱਥੇ ਤੇ ਕਿਸੇ ਨੇ ਪੜ੍ਹਾਉਣੀ ਨਹੀਂ, ਸਕੂਲੇ ਪੜ੍ਹਾਉਣੀ ਆ, ਸਿਖਾਉਣੀ ਆ, ਬੋਲਣੀ ਆ, ਇੱਥੇ ਆਉਣੀ ਆ। ਉਹ ਮੈਨੂੰ ਕਹਿੰਦੇ ਇੱਕ ਭਾਈ ਸਾਹਿਬ ਉੱਥੇ ਥੋੜੇ ਬਜ਼ੁਰਗ ਸੀ ਉਹ, ਤੇ ਉਹ ਕਹਿੰਦੇ ਵੀ ਠੀਕ ਹੈ ਤੂੰ ਆਪਣੇ ਬੱਚੇ ਕਿਸੇ ਤਰ੍ਹਾਂ ਬਚਾ ਲੇਗਾ, ਜਿਹੜੀ ਇਹਨਾਂ ਤੋਂ ਅਗਲੀ ਪੀੜ੍ਹੀ ਆ ਉਹ ਤੇ ਤੇਰੀ ਗਈ। ਮੰਨ ਲਓ ਤੂੰ ਇਹਨਾਂ ਕਿਸੇ ਵੀ ਤਰੀਕੇ ਇੰਨੀ ਕੁ ਪੰਜਾਬੀ ਇਹਨਾਂ ਨੂੰ ਪਾਠ ਥੋੜੇ ਦਿਨ ਤੋਂ ਜਪਜੀ ਸਾਹਿਬ ਸਿਖਾ ਲੋਗੇ ਜਾਂ ਕੁਝ ਵੀ ਸਿਖਾ ਲੋਗੇ, ਇਹ ਤੋਂ ਅਗਲੀ ਨਹੀਂ ਤੁਹਾਡੇ ਕਾਬੂ ਹੋਣੀ। ਤੇ ਮੇਰੇ ਦਿਮਾਗ 'ਚ ਆਇਆ ਵੀ ਗੱਲ ਤੇ ਉਹਨੇ ਸਹੀ ਕਹੀ ਆ, ਤੇ ਮੈਂ ਉਹਨੂੰ ਕਿਹਾ ਵੀ ਬਾਬਾ ਜੀ ਜੇ ਤੁਸੀਂ ਚਾਹੁੰਦੇ ਹੋ ਬੱਚੇ ਤੁਹਾਡੇ ਨਾਲ ਜੁੜੇ ਰਹਿਣ, ਮੈਂ ਉਹਨੂੰ ਕੁਐਸਚਨ ਕੀਤਾ ਵੀ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਏ ਨੂੰ? ਕਹਿੰਦਾ ਵੀ 30-40 ਸਾਲ ਹੋ ਗਏ ਆ। ਮੈਂ ਪੈਸੇ ਤੁਹਾਡੇ ਕੋਲ ਕਮੀ ਨਹੀਂ ਹੋਣੀ? ਕਹਿੰਦਾ ਨਹੀਂ। ਮੈਂ ਕਿਹਾ ਹੁਣ ਜਿਹੜੇ ਤੁਹਾਡੇ ਅੱਗੇ ਪੋਤਰੇ ਆ, ਬੱਚਿਆਂ ਦੇ ਬੱਚੇ ਆ, ਤੁਸੀਂ ਲੈ ਕੇ ਉਹਨੂੰ ਇੰਡੀਆ ਜਾ ਸਕਦੇ ਆ। ਜੇ ਤੁਸੀਂ ਉਹਨੂੰ 5-7 ਸਾਲ ਇੰਡੀਆ ਪੜ੍ਹਾ ਦਿਓ ਪੰਜਾਬ ਦੇ ਵਿੱਚ, ਜੇ ਇੰਡੀਆ ਤੁਸੀਂ ਪੜ੍ਹਾ ਦੋਗੇ ਉਹਨੇ ਉੱਥੋਂ ਨਾਲ ਟੁੱਟਣਾ ਨੀਗਾ, ਉਹਨੂੰ ਹਰ ਚੀਜ਼ ਉੱਥੇ ਪਤਾ ਲੱਗ ਜਾਣੀ ਆ। ਇਹ ਠੀਕ ਹੈ ਜੀ, ਜਿੱਦਾਂ ਪੰਜਾਬੀ ਸਿੱਖਣੀ ਬੜੀ ਚੰਗੀ ਗੱਲ ਆ, ਪਰ ਜੇ ਹੁਣ ਇੱਧਰ ਮਤਲਬ ਜਿੱਦਾਂ ਹੁਣ ਤੁਹਾਡੇ ਮੁਲਕ ਦੇ ਵਿੱਚ ਵੀ, ਇੱਥੇ ਵੀ, ਇੰਗਲੈਂਡ ਦੇ ਵਿੱਚ ਵੀ, ਬਾਕੀ ਮੁਲਕਾਂ ਦੇ ਵਿੱਚ ਜਿੱਥੇ ਅੰਗਰੇਜ਼ੀ ਚੱਲਦੀ ਹੈ ਅੰਗਰੇਜ਼ੀ ਨਿਆਣੇ ਸਿੱਖਦੇ ਆ। ਹਾਂਜੀ। ਤੇ ਬਾਕੀ ਕੋਈ ਤੁਸੀਂ ਜਰਮਨੀ ਚੱਲ ਜਾਓ, ਫਰਾਂਸ ਚੱਲ ਜਾਓ, ਕਿਤੇ ਉੱਥੇ ਉਹਨਾਂ ਦੀ ਆਪਣੀ, ਜਿਹੜੇ ਉੱਥੇ ਦੇ ਬੱਚੇ ਜੰਮੇ ਆ ਉਹਨਾਂ ਦੀ ਆਪਣੀ ਬੋਲੀ ਹੈ। ਸੇ ਇਹ ਮੇਰਾ ਖਿਆਲ ਆ ਵੀ ਇੱਦਾਂ ਇਹ ਇਕੱਲੀ ਪੰਜਾਬੀ ਦੀ ਨਹੀਂ ਗੱਲ ਹੈਗੀ, ਗੱਲ ਹੈਗੀ ਆ ਓਵਰਆਲ। ਜਿੱਦਾਂ ਇਹਨਾਂ ਨੇ ਕਿਹਾ ਨਾ ਕਿ ਸਰਵ ਧਰਮ ਹੈ ਸ੍ਰੇਸ਼ਟ ਧਰਮ, ਜਿਹੜਾ ਉਹ ਧਰਮ ਹੈ ਜੀ, ਉਹਦੇ ਜਿਹੜੇ ਗੁਣ ਆ ਨਾ, ਉਹ ਜੇ ਸਾਰਿਆਂ ਨੂੰ ਆਪਣੀ ਆਪਣੀ ਲੈਂਗੁਏਜ ਦੇ ਵਿੱਚ ਸਮਝ ਆ ਜਾਣ ਤਾਂ ਉੱਥੇ ਗੁੱਡ ਇਨਸਾਨ ਹੋ ਸਕਦੇ, ਕੱਲੀ ਪੰਜਾਬੀ ਦੇ ਨਾਲ ਨਹੀਂ। ਪੰਜਾਬੀ ਦੇ ਨਾਲ ਤੁਸੀਂ ਜਪਜੀ ਸਾਹਿਬ ਸਿਖਾ ਦੋਗੇ, ਪਰ ਕੱਲੀ ਜਪਜੀ ਸਾਹਿਬ ਸਿੱਖਣ ਦੇ ਨਾਲ ਤੁਹਾਨੂੰ ਅਸੀਂ ਸਾਰਿਆਂ ਨੇ ਰਟੇ ਪਏ ਆ, ਜਪਜੀ ਵੀ ਸਰ ਰਟਿਆ ਤੇ ਸੁਖਮਨੀ ਵੀ ਰਟਿਆ ਤੇ ਸਾਰੇ ਕੁਝ ਰਟੇ ਪਏ ਆ। ਨਹੀਂ, ਮੇਰਾ ਕਹਿਣ ਦਾ ਮਤਲਬ ਭਾਜੀ ਇਹ ਆ ਵੀ ਆਪਾਂ ਇੱਥੇ ਰਹਿ ਕੇ ਟਾਈਮ ਬਹੁਤ ਘੱਟ ਹੁੰਦਾ ਜੀ, ਜੇ ਉੱਥੇ ਹੈਗੇ। ਹੁਣ ਜਿਹੜੀ ਚੀਜ਼ ਬੱਚੇ ਨੇ ਸਕੂਲੇ ਸਿੱਖਣੀ ਆ ਜਾਂ ਉਹ ਆਪਣੇ ਸਰਕਲ 'ਚ ਸਿੱਖਣੀ ਆ ਨਾ, ਉਹ ਇੱਥੇ ਨਹੀਂ, ਆਪਾਂ ਘਰ ਦੇ ਵਿੱਚ ਉਹਨੂੰ ਸਿਖਾਉਣੀ ਥੋੜੀ ਔਖੀ ਆ, ਉੱਥੇ ਮਾਹੌਲ ਹੋਰ ਤਰ੍ਹਾਂ ਦਾ ਆ। ਭਾਜੀ ਏਦਾਂ, ਸੌਰੀ, ਜਿਹੜਾ ਮੈਂ ਕਹਿੰਦੇ ਸੀ ਨਾ ਕਿ ਬੱਚਿਆਂ ਦਾ ਸਕੂਲ ਦਾ, ਉਹ ਸਾਡੇ ਬੱਚਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ, ਇੰਗਲਿਸ਼ ਬੱਚੇ ਲਾ ਲਓ ਜਿਹੜੇ ਇੱਥੇ ਦੇ ਰਹਿਣ ਜੰਮੇ, ਜਿਹੜੇ ਗੋਰੇ ਕਹਿ ਲਓ, ਇਹ ਉਹਨਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਆਪਣਾ ਦੀ ਨਹੀਂ ਮੈਂ ਗੱਲ ਕਰ ਰਿਹਾ। ਅਸੀਂ ਉਹਨੂੰ ਸਮਝਾ ਸਕਦੇ, ਆਪਣਾ ਨੂੰ ਤਾਂ ਕੋਈ ਨੋ ਪ੍ਰੋਬਲਮ ਹੈ ਨਾ, ਕੋਈ ਇੰਨੀ ਮੁਸ਼ਕਿਲ ਨਹੀਂ ਹੈਗੀ। ਤੇ ਸਾਡੇ ਇੱਥੇ ਤੇ ਗੋਰੇ ਵੀ ਕ੍ਰਿਸਚੀਅਨਿਟੀ ਨੂੰ ਬਹੁਤ ਘੱਟ ਮੰਨਦੇ ਆ, ਬਹੁਤ ਹੀ ਘੱਟ ਆ, ਇੱਥੇ ਕਿਸੇ ਨੂੰ ਨਹੀਂ ਮੰਨਦੇ। ਉਹ ਨਹੀਂ ਮੰਨਣ ਦੀ ਨਹੀਂ, ਇੱਥੇ ਸਿਲੇਬਸ ਲੱਗੇ, ਇੱਥੇ ਇੰਗਲੈਂਡ 'ਚ ਸਿਲੇਬਸ ਲੱਗਾ ਰਿਲੀਜੀਅਸ ਐਜੂਕੇਸ਼ਨ ਦਾ, ਜ਼ਰੂਰੀ ਆ ਟੀਚ ਕਰਨਾ ਉਹਨਾਂ ਨੂੰ। ਉਹ ਕੀ ਕਰਦੇ ਕਿ ਉਹ ਫਿਰ ਬਾਹਰੋਂ ਕਿਸੇ ਨੂੰ ਸੱਦ ਲੈਂਦੇ ਕਿ ਜਿਹੜਾ ਕੋਈ ਸਿੱਖ ਹੈਗਾ ਉਹ ਥੋੜਾ ਬਹੁਤ ਦੱਸ ਦੇਗਾ, ਜਾਂ ਕੋਈ ਕ੍ਰਿਸਚੀਅਨ ਆ ਉਹ ਦੱਸ ਦੇਗਾ। ਇੱਥੇ ਜ਼ਰੂਰੀ ਹੈ, ਇੰਗਲੈਂਡ 'ਚ ਤਾਂ ਜ਼ਰੂਰੀ ਹੈ। ਇੱਥੇ ਨਾ ਧਰਮ ਦੀ ਸਿੱਖਿਆ ਦਿੰਦੇ ਨੇ, ਕੋਈ ਉਹਨਾਂ ਨੇ ਅਲੱਗ-ਅਲੱਗ ਲਗਾਏ ਹੁੰਦੇ ਨੇ, ਉਹਨਾਂ ਦੀ ਗੱਲ ਕਰ ਰਹੇ ਸੀ ਉਹਨਾਂ ਬੱਚਿਆਂ ਦੀ। ਇੱਥੇ ਵੀ ਤਾਂ ਮਿਸ਼ਨਰੀ ਸਕੂਲ ਹੈਗੇ ਆ, ਪ੍ਰਾਈਵੇਟ ਜਿਹੜਾ ਸਕੂਲ ਆ, ਮਿਸ਼ਨਰੀ ਸਕੂਲ ਹੈਗੇ ਆ ਇੱਥੇ ਵੀ, ਪਰ ਉੱਥੇ ਜਾਂਦਾ ਕੋਈ ਨਹੀਂਗਾ, ਬਹੁਤ ਘੱਟ ਬੱਚੇ ਜਾਂਦੇ ਆ, ਜਿਹੜਾ ਜਿਹਨਾਂ ਖਾਸ ਖੜਕ ਸਿੰਘ ਇੱਥੇ ਨਾ ਜਿਹੜਾ ਇੱਥੇ ਸਕੂਲ ਨੇ, ਹਰ ਸਕੂਲ ਦੇ ਵਿੱਚ ਹੀ ਰਿਲੀਜਨ ਬਾਰੇ ਸਿੱਖਿਆ ਦਿੰਦੇ ਨੇ, ਸਿੱਖੀਜ਼ਮ ਬਾਰੇ ਵੀ, ਮੁਸਲਮਾਨ ਬਾਰੇ ਵੀ, ਦੂਜਿਆਂ ਬਾਰੇ ਵੀ ਨਾ, ਇੱਥੇ ਹਰ ਰਿਲੀਜਨ ਬਾਰੇ ਹੀ ਦੱਸਦੇ ਨੇ, ਉਹਦੀ ਗੱਲ ਕਰ ਰਹੇ ਨੇ।
ਉਹ ਠੀਕ ਹੈ। ਹਾਂਜੀ, ਇੱਥੇ ਹਰ ਸਕੂਲ ਵਿੱਚ ਉਹਦੀ ਗੱਲ ਕਰ ਰਹੇ, ਕੱਲੇ ਈਸਾਈਆਂ ਦੀ ਨਹੀਂ ਕਰ ਰਹੇ, ਹਰ ਇੱਕ ਧਰਮ ਦੀ ਦਿੰਦੇ ਨੇ ਉਹਦੀ ਗੱਲ ਵੀ ਉਹਨਾਂ ਨੂੰ ਇਹ ਚੀਜ਼ ਕਿਵੇਂ ਦੱਸੀ ਜਾਵੇ। ਸਾਡੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਸਾਡਾ ਗੁਰਦੁਆਰਾ ਜੀ, ਉੱਥੇ ਬਹੁਤ ਸਕੂਲ ਸਾਡੇ ਨਾਲ ਕੰਟੈਕਟ ਕਰਦੇ ਆ ਔਰ ਆਪਣੇ ਬੱਚੇ ਲੈ ਕੇ ਆਉਂਦੇ ਆ, ਤੇ ਇਦਾਂ ਹੀ ਉਹਨਾਂ ਦੇ ਜਿੱਦਾਂ ਮਸਜਿਦਾਂ ਆ ਉਹਨਾਂ ਦੇ ਵਿੱਚ ਵੀ ਜਾਂਦੇ, ਮੰਦਿਰਾਂ ਦੇ ਵਿੱਚ ਵੀ ਜਾਂਦੇ ਆ, ਤਾਂ ਕਿ ਉਹ ਸਾਰੇ ਰਿਲੀਜਨ ਦਾ ਪਤਾ ਲੱਗ ਜਾਵੇ ਮਲਟੀਕਲਚਰ ਦੇ ਵਿੱਚ, ਕਿ ਉਹ ਮਤਲਬ ਸਾਰੇ ਰਿਲੀਜਨ ਕਿੱਥੋਂ ਚੱਲ ਰਿਹਾ, ਕੀ ਉਹਨਾਂ ਦਾ ਆਪਣਾ ਮੁੱਢ ਆ ਜਾਂ ਉਹਨਾਂ ਦੀ ਕੀ ਮਨੌਤ ਹੈਗੀ ਆ, ਤਾਂ ਕਿ ਨਿਆਣੇ ਗਰੋ ਅਪ ਹੋਣ ਉਹਦੇ ਵਿੱਚ ਮਲਟੀਕਲਚਰ ਦੇ ਵਿੱਚ, ਤੇ ਆਪਣਾ ਮਾਈਂਡ ਆਪ ਮੇਕਅਪ ਕਰ ਲੈਣ ਵੀ ਉਹਨਾਂ ਨੂੰ ਕੀ ਮਤਲਬ ਅਖੀਰ ਦੇ ਵਿੱਚ ਅੰਗਲ ਜੇ ਉਹਨਾਂ ਨੇ ਫੋਲੋ ਕਰਨਾ। ਪਰ ਜਿੱਦਾਂ ਗਿਆਨੀ ਜੀ ਨੇ ਕਿਹਾ ਨਾ ਵੀ ਜਿਹੜਾ ਐਕਚੁਅਲੀ ਸਾਰਿਆਂ ਨੂੰ ਫੋਲੋ ਕਰਨ ਵਾਲਾ ਹੈ ਉਹ ਤਾਂ ਜਿਹੜਾ ਮੇਨ ਰਿਲੀਜਨ ਆ, ਮਤਲਬ ਇਦਾਂ ਹੀ ਮਜ਼ਹਬ ਨਹੀਂ, ਜਿਹੜਾ ਰਿਲੀਜਨ ਮੇਨ ਆ ਨਾ, ਜਿਹੜੇ ਪ੍ਰੋਪਰ ਗੁਣ ਹੈਗੇ ਆ ਉਹਨਾਂ ਨੂੰ ਅਪਣਾ ਲਓ ਤਾਂ ਫਿਰ ਕਿਸੇ ਧਰਮ ਦੇ ਵਿੱਚ ਵੀ ਪੈਦਾ ਹੋਇਆ ਬੰਦਾ ਸਕਸੈਸਫੁਲ ਹੋ ਸਕਦਾ। ਹਾਂਜੀ, ਧੰਨਵਾਦ ਜੀ। ਕਥਾਵਾਚਕ ਚਾਹੀਦਾ ਬਾਬਾ ਜੀ, ਜਿਹੜਾ ਆਪਣਾ ਜਿਹੜਾ ਬੰਦਾ ਹੋਏ ਨਾ ਚੰਗੀ ਤਰ੍ਹਾਂ ਸਮਝਾ ਸਕੇ ਉਹਨਾਂ ਨੂੰ। ਸਾਡੇ ਕੋਲ ਹੈਗੇ ਆ ਜੀ, ਹੁਣ ਹੈਗੇ ਆ ਸਾਡੇ ਕੋਲ, ਉਹ ਵਧੀਆ ਗੱਲ ਹੈ ਜੀ, ਗਿਆਨੀ ਜੀ ਹੈਗੇ। ਚਲੋ ਠੀਕ ਹੈ ਜੀ। ਦੋ ਸਾਡੇ ਨਾਲ ਹੋਰ ਜੀ, ਆਪਣੇ ਗੁਰਚਰਨ ਸਿੰਘ ਢੇਸੀ ਤੇ ਨਰਿੰਦਰ ਸਿੰਘ ਜਸਲ। ਢੇਸੀ ਸਾਹਿਬ ਪਹਿਲਾਂ ਤੁਸੀਂ ਆ ਜਾਓ ਤੇ ਉਹਦੇ ਬਾਅਦ ਜਸਲ ਸਾਹਿਬ ਹੋ ਜਾਣਗੇ। ਹਾਂਜੀ, ਮੈਂ ਤਾਂ ਗਿਆਨੀ ਹੋਣਾ ਦੀ ਸ਼ਲਾਘਾ ਹੀ ਕਰਨੀ ਕਿ ਬਈ ਇਹ ਜਿਹੜਾ ਇਹਨੀ ਉਪਰਾਲਾ ਕੀਤਾ ਆ ਭਾਰ ਘਟਾਉਣ ਦਾ ਨਾ, ਬਹੁਤ ਚੰਗਾ ਆ। ਮੈਂ ਰეკਮੈਂਡ ਕਰੂੰਗਾ ਕਿ ਬਈ ਇਨਸਾਨ ਨੂੰ ਖਾਣਾ ਉਨਾ ਹੀ ਚਾਹੀਦਾ ਜਿੰਨੀ ਉਹਨੂੰ ਜ਼ਰੂਰਤ ਆ। ਖਾਣਾ ਚਾਹੀਦਾ ਆ ਭੁੱਖ ਮਿਟਾਉਣ ਵਾਸਤੇ, ਇਹ ਨਹੀਂ ਕਿ ਪੇਟ ਭਰਨ ਵਾਸਤੇ। ਹਾਂ, ਧੰਨਵਾਦ ਜੀ, ਧੰਨਵਾਦ। ਤੇ ਇਹ ਬਹੁਤ ਹੈ। ਦੂਜੀ ਗੱਲ ਬੀਬੀਆਂ ਵਾਸਤੇ ਕਿ ਉਹ ਕਹਿੰਦੇ ਬੋਗੇ ਦੀ ਗੱਲ ਆ ਕਿ ਵੀ ਜੇ ਕਿਸੇ ਨੂੰ ਬੋਗਾ ਬਣਾਉਣਾ ਕਿ ਨਾ, ਵੇਖੋ ਕੱਦੂ ਬਥੇਰੇ ਹੈਗੇ ਆ, ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਦੱਸ ਦੇਵੇ। ਇਹ ਹੁਣ ਦੇਖ ਲਿਓ ਜੀ, ਬੋਗੇ ਦੇ ਕੱਦੂ, ਹੁਣ ਜੋ ਵੀ ਤੁਹਾਡਾ, ਇਹ ਸਾਡੇ ਨਾਲ ਬੀਬੀਆਂ ਜਿਹੜੀਆਂ ਆਪਣੇ ਜਿੱਦਾਂ ਸ਼ਰਨਜੀਤ ਕੌਰ ਹੁਣੀ ਹੈਗੀਆਂ ਤੇ ਉਹ ਸਰ ਜਸਵੀਰ ਕੌਰ ਜੀ, ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕਿੱਥੇ ਕਿੱਥੇ ਇਹ ਚੀਜ਼ਾਂ ਇਸਤੇਮਾਲ ਕਰ ਸਕਦੀਆਂ, ਤੇ ਜੇ ਕਰਦੀਆਂ ਹੋ ਗਈਆਂ ਤਾਂ ਫਿਰ ਆਪਾਂ ਉੱਥੇ ਪਹੁੰਚਾ ਦਿਆਂਗੇ ਜੀ। ਗੁਰਪ੍ਰੀਤ ਨੇ ਕੀਤੀ ਸੀ, ਮੈਂ ਵੀ ਇੱਕ ਸ਼ੇਅਰ ਕਰ ਲੈਣਾ ਆਪਣੀ ਜੀ, ਚਾਹੁੰਦਾ ਨਹੀਂ ਸੀ, ਚਲੋ ਕਰ ਲੈਨੇ ਇੱਥੇ। ਮੈਂ ਵੀ 8-9 ਮਹੀਨੇ ਤੋਂ ਨਾ ਇੱਕ ਜਿਹੜੀ ਗੁਰਬਾਣੀ ਤੁਹਾਡੇ ਤੇ ਕਰਦੀ, ਸਾਡੇ ਤੇ ਕਰਦੀ, ਅਸਰ ਕਰਦੀ ਆ, ਜੇ ਤੁਹਾਨੂੰ ਉਹ ਚੀਜ਼ ਚਾਹੁੰਦੇ ਆ। 8-9 ਮਹੀਨੇ ਤੋਂ ਨਾ ਮੈਂ ਆਪਣੇ ਦਿਮਾਗ ਦੇ ਵਿੱਚ ਇੱਕ ਬੋਝ ਜਿਹਾ ਲੈ ਕੇ ਫਿਰਦਾ ਸੀ। ਹਾਂਜੀ, ਤੇ ਉਹ ਮੈਂ ਆਪਣੇ ਘਰਦਿਆਂ ਤੋਂ ਵੀ, ਆਪਣੀ ਘਰਵਾਲੀ ਤੋਂ, ਬੱਚਿਆਂ ਤੋਂ, ਸਾਰਿਆਂ ਲੁਕੋ ਕੇ ਰੱਖਿਆ। ਹਾਂਜੀ, ਤੇ ਯਾਨੀ ਹਿੰਮਤ ਨਹੀਂ ਪੈਂਦੀ ਸੀ ਕਿ ਵੀ ਮੈਂ ਦੱਸਾਂ। ਉਹ ਸਿਰਫ ਇਸੇ ਕਰਕੇ ਕਿ ਵੀ ਘਰਦਿਆਂ ਨੂੰ ਦੁੱਖ ਹੋਊਗਾ। ਤੇ ਫੇਰ ਉਹ ਤੁਹਾਡੀ ਆ ਜਿਹੜੀ ਗੁਰਬਾਣੀ ਕਿ ਵੀ ਰਜ਼ਾ ਦੇ ਵਿੱਚ ਹੀ ਰਹਿਣਾ ਪੈਣਾ ਆ, ਜਿਹੜਾ ਸਿਸਟਮ ਆ ਜੋ ਵੀ ਹੁੰਦਾ ਆ ਇਨਸਾਨ ਤੇ, ਉਹ ਇਸ ਸਿਸਟਮ ਦੇ ਵਿੱਚ ਹੀ ਹੁੰਦਾ। ਹਾਂਜੀ ਹਾਂਜੀ। ਤੇ ਉਸ ਲਈ 2 ਹਫ਼ਤੇ ਹੋਏ, ਫੇਰ ਮਿੱਤਰ ਦੋਸਤ ਵੀ ਸੀਗੇ, ਉਹ ਵੀ ਪੁੱਛਣ ਲੱਗੇ ਕਿ ਵੀ ਕੀ ਗੱਲ, ਤਾਂ ਉਹਨਾਂ ਨੂੰ ਵੀ ਮੈਂ ਦੱਸਿਆ। 2 ਹਫ਼ਤੇ ਹੋਏ ਜਾਣੀ ਕਿ ਮੈਂ ਆਪਣੇ ਆਪ ਸੋਚਿਆ ਕਿ ਵੀ ਮੈਂ ਆਪਣੇ ਨਾਲ ਵੀ ਬੇਇਨਸਾਫੀ ਕਰ ਰਿਹਾ। ਤੇ ਦੂਜਾ ਹੈ ਕਿ ਆਪਣੇ ਘਰਦਿਆਂ ਨਾਲ ਵੀ ਬੇਇਨਸਾਫੀ ਕਰਦਾ ਆ, ਝੂਠ ਬੋਲ ਕੇ। ਮੈਂ ਝੂਠ ਨਹੀਂ ਬੋਲਦਾ, ਮੈਂ ਦੱਸੇ ਨਹੀਂ ਰਿਹਾ ਕੁਛ। ਤੇ ਸੋਚਿਆ ਕਿ ਵੀ ਆਪਣੇ ਜਿਹੜੀ ਸਬਕੌਂਸ਼ੀਅਸ ਮਾਈਂਡ ਹੈ ਨਾ, ਉਹਦੇ ਵਿੱਚੋਂ ਮੈਂ ਚੀਜ਼ ਕੱਢ ਦੇਵਾਂ। ਇੱਕ ਉਹ ਤੁਸੀਂ ਮੈਨੂੰ ਭੇਜੀ ਵੀ ਸੀ ਕਿਤਾਬ ਦੀ, ਜਿਹੜੀ ਮੈਂ ਉਹ ਵੀ ਥੋੜੇ ਵਰਕੇ ਪੜ੍ਹੇ, ਤਾਂ ਉਹਨੇ ਵੀ ਕਾਫੀ ਅਸਰ ਕੀਤਾ ਦਿਮਾਗ ਤੇ। ਉਹ ਬਹੁਤ ਵਧੀਆ ਕਿਤਾਬ ਹੈ। ਹਾਂਜੀ, ਬਹੁਤ ਅੱਛੀ ਆ, ਮੈਂ ਪੜ੍ਹ ਰਿਹਾ। ਤੇ ਉਹਦੇ ਕਰਕੇ ਮੈਂ ਘਰਦਿਆਂ ਨੂੰ ਦੱਸ ਦਿੱਤਾ, ਚਲੋ ਉਹ ਨਹੀਂ, ਬੱਚਿਆਂ ਨੂੰ ਦੱਸ ਦਿੱਤਾ। ਤੇ ਗਾਹਾਂ ਮੇਰੇ ਮਨ ਤੋਂ ਯਾਨੀ ਕਿ ਨਾ ਇੱਕ ਕਿਸਮ ਦਾ ਬੋਝ ਜਿਹਾ ਲੈ ਗਿਆ, ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਵੀ ਹਲਕਾ ਫੁਲਕਾ ਸਰੀਰ ਹੋ ਜਾਂਦਾ ਆ। ਤੇ ਏਦਾਂ ਹੀ ਮੇਰਾ ਮਨ ਵੀ ਯਾਨੀ ਕਿ ਨਾ ਸੱਚ ਬੋਲ ਕੇ ਨਾ, ਜਾਂ ਸੱਚ ਦੱਸ ਕੇ ਮੇਰਾ ਮਨ ਯਾਨੀ ਕਿ ਨਾ ਕਾਫੀ ਅੱਗੇ ਨੂੰ ਹਲਕਾ ਫੁਲਕਾ ਜਿਹਾ ਹੋ ਗਿਆ। ਕੀ ਬਾਤ। ਤੇ ਗੁਰਬਾਣੀ ਵੀ ਜਿਹੜੀ ਹੁਣ ਇਹ ਆ ਕਿ ਵੀ ਚਲੋ ਜੋ ਵੀ ਆ ਪਰਮਾਤਮਾ ਕਰਦਾ, ਉਹ ਉਹਦੀ ਰਜ਼ਾ ਦੇ ਵਿੱਚ ਰਹਿਣਾ ਪਏਗਾ। ਹਾਂਜੀ ਹਾਂਜੀ। ਤੇ ਬਸ ਤੁਹਾਡੀ ਇਹੀ ਮੈਂ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਵੀ ਬਾਈਬਲ ਇਨਸਾਨ ਦੱਬੀ ਕੁਛ ਨਾ ਕੁਛ ਆਪਣੇ ਅੰਦਰ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਨਾ ਦੱਬ ਰੱਖਦਾ ਆ, ਤੇ ਉਹ
ਤੁਹਾਨੂੰ ਨੁਕਸਾਨ ਪਹੁੰਚਾਉਂਦਾ। ਹਾਂਜੀ ਹਾਂ ਬਿਲਕੁਲ। ਠੀਕ ਹੈ ਜੀ, ਧੰਨਵਾਦ। ਧੰਨਵਾਦ ਜੀ, ਧੰਨਵਾਦ ਗੁਰਚਰਨ ਸਿੰਘ ਜੀ। ਇਹੀ ਗੱਲਾਂ ਹੈ ਜੀ, ਮਤਲਬ ਉਹ ਜਿਹੜੇ ਕਹਿੰਦੇ ਨਾ ਸੈਲਫ ਟਾਕ ਕਰਨੀ ਆ, ਉਹਦੇ ਵਿੱਚ ਇਹ ਚੀਜ਼ ਆ ਜਾਂਦੀ, ਗੁਰਬਾਣੀ ਸਮਝ ਕੇ ਕਹਿ ਲਓ ਚਾਹੇ ਅਦਰਵਾਈਜ਼ ਕਹਿ ਲਓ, ਤੇ ਉਹ ਸੈਲਫ ਟਾਕ ਕਰਨੀ ਬਹੁਤ ਜ਼ਰੂਰੀ ਆ, ਤਾਂ ਕਿ ਸਾਨੂੰ ਆਪਣੇ ਆਪ ਦੇ ਵਿੱਚ ਗੁੰਝਲਾਂ ਜਿਹੜੀਆਂ ਪਈਆਂ ਉਹਨਾਂ ਨੂੰ ਕੱਢਣ ਵਾਸਤੇ ਇੱਕ ਤਰੀਕਾ ਹੈਗਾ। ਤੇ ਤੁਸੀਂ ਬਹੁਤ ਵਧੀਆ ਕੀਤਾ, ਤੁਸੀਂ ਸ਼ੇਅਰ ਕਰ ਲਏ ਆਪਣੇ। ਤੇ ਹੁਣ ਲਾਸਟ ਦੇ ਵਿੱਚ ਸਾਡੇ ਨਾਲ ਹੈਗੇ ਜੀ ਨਰਿੰਦਰ ਸਿੰਘ ਜਸਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਿਰਫ ਮਖੌਲ ਦੇ ਵਿੱਚ ਹੀ ਪੁੱਛਣਾ ਸੀ ਢੇਸੀ ਸਾਹਿਬ ਨੂੰ ਵੀ ਇਹ ਕੱਦੂ ਬਣਾ ਕੇ ਦੇਣਗੇ ਕਿ ਕੱਚੇ ਦੇਣਗੇ? ਤੇ ਇਹ ਮੋਗੋ ਨੇ ਜੀ ਬਣਾਉਣਾ ਆਉਂਦਾ, ਇਸ ਕਰਕੇ ਕੱਚੇ ਆਉਣੇ ਆ, ਰॉ ਮਟੀਰੀਅਲ ਹੀ ਆ। ਜਸਲ ਸਾਹਿਬ ਇਸ ਤਰ੍ਹਾਂ ਵੀ ਬਣਾ ਕੇ ਦੇਣਗੇ, ਪਰ ਹੁਣ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਕੀ ਚਾਹੋਗੇ, ਉਹਦੇ ਕੋਫਤੇ ਚਾਹੋਗੇ, ਸਬਜ਼ੀ ਚਾਹੋਗੇ, ਰਾਇਤਾ ਚਾਹੋਗੇ, ਕੀ ਚਾਹੋਗੇ? ਚਲੋ ਜੀ, ਉਹ ਇਹਨਾਂ ਤੇ ਛੱਡ ਦਿੰਦੇ ਆ ਜੀ। ਅੱਛਾ, ਉਹ ਪੁੰਨ ਦੀ ਗਾਂ ਦੇ ਦੰਦ ਨਹੀਂ ਦੇਖੀ ਜਾਂਦੇ। ਤੇ ਦੂਸਰੀ ਗੱਲ ਇਹ ਸੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਆਪਾਂ ਨੂੰ ਸਿੱਖੀ ਦੇ ਵਿੱਚ ਆ ਕੇ ਮਤਲਬ ਆਪਾਂ ਧਰਮੀ ਹੋਣਾ ਚਾਹੀਦਾ ਹੈ, ਆਪਾਂ ਨੂੰ ਆਪਾਂ ਨੂੰ ਆਪਣੇ ਇਨਸਾਨ ਬਣਨ ਦੇ ਫਰਜ਼ ਨਿਭਾਉਣੇ ਚਾਹੀਦੇ ਹੈ। ਮੈਂ ਕਹਿੰਦਾ ਵੀ ਜਦੋਂ ਆਪਾਂ ਨੇ ਸਿਰ ਦੇ ਉੱਤੇ ਟਰਬਨ ਰੱਖ ਲੈਂਦੇ, ਆਪਾਂ ਇੱਕ ਸਿੱਖੀ ਦੀ ਮੋਹਰ ਲਾ ਦਿੰਦੇ ਹਾਂ ਵੀ ਅਸੀਂ ਸਿੱਖ ਹੈਗੇ ਹਾਂ, ਤਾਂ ਸਾਡੀ ਰਿਸਪੌਂਸਿਬਿਲਿਟੀ ਹੋਰ ਵੀ ਵੱਧ ਜਾਂਦੀ ਹੈ ਵੀ ਅਸੀਂ ਲੋਕਾਂ ਨੂੰ ਦਿਖਾਈਏ ਵੀ ਅਸੀਂ ਕਿੰਨੇ ਚੰਗੇ ਹੈਗੇ। ਸੋ ਆਪਣਾ ਫਰਜ਼ ਥੋੜਾ ਵੱਧ ਜਾਂਦਾ ਹੈ, ਨਾ ਕਿ ਘਟ ਜਾਂਦਾ ਹੈ। ਜਦੋਂ ਤੁਸੀਂ ਮਿਕਸ ਹੋ ਜਾਂਦੇ ਹੋ ਸਾਰੀ ਸੁਸਾਇਟੀ ਦੇ ਵਿੱਚ, ਇਸ ਡਿਫਿਕਲਟ ਹੋ ਜਾਂਦਾ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਵੀ ਇਹ ਕੰਮ ਕਿਹਨੇ ਕੀਤਾ, ਚੰਗਾ ਕੀਤਾ ਜਾਂ ਮਾੜਾ ਕੀਤਾ। ਪਰ ਜਦੋਂ ਤੁਸੀਂ ਸਿੱਖੀ ਦੇ ਬਾਣਾ ਦੇ ਵਿੱਚ ਹੈਗੇ ਹੋ ਤਾਂ ਆਪਣਾ ਫਰਜ਼ ਥੋੜਾ ਜਿਹਾ ਹੋਰ ਵੱਧ ਜਾਂਦਾ ਹੈਗਾ ਇਸ ਦੇ ਵਿੱਚ। ਬਿਲਕੁਲ ਬਿਲਕੁਲ, ਕਿਉਂਕਿ ਜੇ ਤੁਸੀਂ ਲੱਖਾਂ ਲੋਕਾਂ ਦੇ ਵਿੱਚ ਸਰੂਪ ਕਰਕੇ ਵੱਖਰੇ ਪਛਾਣੇ ਜਾਂਦੇ ਹੋ ਨਾ, ਤਾਂ ਇਹਦਾ ਮਤਲਬ ਕਿ ਤੁਹਾਨੂੰ ਲੱਖਾਂ ਅੱਖਾਂ ਵੇਖ ਰਹੀਆਂ ਨੇ। ਤੁਹਾਡੀਆਂ ਦੋ ਅੱਖਾਂ ਨੇ, ਲੇਕਿਨ ਲੱਖਾਂ ਅੱਖਾਂ ਤੁਹਾਨੂੰ ਵੇਖ ਰਹੀਆਂ ਨੇ। ਉਹ ਤੁਹਾਡੀ ਚਾਲ ਵੱਲ ਵੀ ਦੇਖਦੀਆਂ ਨੇ, ਉਹ ਤੁਹਾਡੇ ਆਚਰਨ ਵੱਲ ਵੀ, ਤੁਹਾਡੇ ਵਿਹਾਰ ਵੱਲ ਵੀ। ਤਾਂ ਇਸ ਕਰਕੇ ਜਿਹੜਾ ਸਿੱਖੀ ਸਰੂਪ ਵਿੱਚ ਜਿਵੇਂ ਅਸੀਂ ਆ, ਤਾਂ ਸਾਡੀ ਰਿਸਪੌਂਸਿਬਿਲਿਟੀ ਵਾਸਤਵ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿ ਅਸੀਂ, ਜੇ ਮੇਰੇ ਜੀਵਨ ਦੇ ਉੱਤੇ ਕੋਈ ਕਲੰਕ ਲੱਗੇਗਾ ਤੇ ਪੂਰੇ ਪੰਥ ਤੇ ਲੱਗੇਗਾ। ਇਸ ਕਰਕੇ ਸਾਨੂੰ ਸਿੱਖ ਸਰੂਪ ਵਾਲੇ ਬੰਦਿਆਂ ਨੂੰ ਇੱਕ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗੱਲ ਬਿਲਕੁਲ ਤੁਹਾਡੀ ਠੀਕ ਹੈ, 101%। ਧੰਨਵਾਦ ਜੀ ਨਰਿੰਦਰ ਸਿੰਘ ਜੀ ਆਪ ਜੀ ਦਾ। ਤੇ ਇੱਥੇ ਸਮਾਪਤੀ ਕਰਦੇ ਹਾਂ ਜੀ। ਆਪਣੇ ਇੱਕ ਗਿਆਨੀ ਜੀ ਆਪ ਜੀ ਨੇ ਜਿਹੜੀ ਪਹਿਲਾਂ ਫਰੋਇਡ ਦੀ ਕੀਤੀ ਸੀ, ਸਿਗਮੰਡ ਫਰੋਇਡ ਦੀ, ਉਹ ਜਿਹੜੀ ਕਿਤਾਬ ਸੀਗੀ ਨਾ, ਰੱਬ ਇੱਕ ਭਰਮ ਇੱਕ ਅੰਤ, ਹਾਂਜੀ, ਇਹ ਪੰਜਾਬੀ ਚ ਹੈ ਜੀ ਜਾਂ ਇੰਗਲਿਸ਼ ਦੇ ਵਿੱਚ ਹੈ ਜਾਂ ਕਿੱਦਾਂ ਹੈ? ਮੈਂ ਇਹ ਪੰਜਾਬੀ ਵਿੱਚ। ਅੱਛਾ ਜੀ। ਤੇ ਇਹ ਸਿਗਮੰਡ ਫਰਾਇਡ ਦੀ ਲਿਖੀ ਹੈ ਤੇ ਹਰਜੀਤ ਸਿੰਘ ਮਾਂਗਟ ਨੇ ਇਹ ਕੀਤਾ ਇਹਦਾ ਉਲੱਥਾ ਜੀ ਜੀ। ਤੇ ਮੈਂ ਟਰਾਈ ਕਰਾਂਗਾ, ਜੇ ਮੇਰੇ ਕੋਲ ਹੋਈ ਤਾਂ ਮੈਂ ਤੁਹਾਨੂੰ ਸੈਂਡ ਕਰ ਦਾਂ। ਠੀਕ ਹੈ ਜੀ। ਮੈਂ ਤਾਂ ਪੁੱਛਿਆ ਜੀ ਜਸਟ ਇਨ ਕੇਸ ਜੇ ਕਿਸੇ ਨੇ ਮੰਗਾਉਣੀ ਹੋਵੇ ਤਾਂ ਫਿਰ ਮੈਂ ਉੱਥੇ ਉਹਨਾਂ ਦੀ ਵੈਬਸਾਈਟ ਤੇ ਦੇਖ ਲਊਂਗਾ। ਆਪਣੇ ਸਿੰਘ ਬ੍ਰਦਰ ਤੇ ਸ਼ਾਇਦ ਉਹਨਾਂ ਦੇ ਹੋਊਗੀ ਜਾਂ ਕਿੱਦਾਂ, ਮੈਨੂੰ ਪਤਾ ਨਹੀਂ ਹੈਗਾ। ਇੱਕ ਵਾਰੀ ਨਾਂ ਦੇ ਦਿਓ ਜੀ ਫਿਰ ਉਹਨਾਂ ਦਾ, ਕਿਹੜਾ ਰਾਈਟਰ ਦਾ? ਆਪਣੇ ਮੈਂ ਤੁਹਾਨੂੰ ਰਾਈਟਰ ਉਹਦਾ ਹੈਗਾ ਸਿਗਮੰਡ ਫਰਾਇਡ ਤੇ ਉਹਦਾ ਉਲੱਥਾ ਕੀਤਾ ਇਹਨੇ ਆਪਣੇ ਹਰਜੀਤ ਸਿੰਘ ਮਾਂਗਟ ਨੇ। ਠੀਕ ਹੈ ਜੀ। ਤਰੋਜਨ ਸਿੰਘ ਜੀ ਤੁਸੀਂ ਚੈੱਕ ਕਰ ਲਿਓ ਜੇ ਮੈਂ ਵੀ ਮੰਗਾ ਲਾਂਗਾ, ਇਕੱਠੀਆਂ ਮੰਗਾ ਲਾਂਗੇ ਨਹੀਂ ਤਾਂ। ਠੀਕ ਹੈ ਜੀ, ਕੋਈ ਗੱਲ ਨਹੀਂ, ਆਪਾਂ ਫਿਰ ਗੱਲ ਕਰਦੇ ਹਾਂ ਇਹਦੇ ਬਾਰੇ। ਮਿਲਦੇ ਹਾਂ ਅਗਲੇ ਹਫ਼ਤੇ ਫਿਰ। ਮੈਨੂੰ ਵੀ ਪੁੱਛ ਕੇ ਫਿਰ ਕਰਿਓ ਆਰਡਰ ਪਲੀਜ਼। ਅੱਛਾ ਜੀ, ਠੀਕ ਹੈ ਜੀ, ਥੈਂਕ ਯੂ ਜੀ। ਹੁਣ ਇੱਥੇ ਧੰਨਵਾਦ ਕਰਦੇ ਜੀ ਸਾਰਿਆਂ ਦਾ। ਪਹਿਲਾਂ ਗਿਆਨੀ ਜੀ ਦਾ ਧੰਨਵਾਦ ਕਰਦੇ, ਬਾਕੀ ਸਾਰੇ ਸਰੋਤੇ ਸੰਗਤਾਂ ਜਿੰਨੀਆਂ ਵੀ ਸਾਡੇ ਨਾਲ ਜੁੜੀਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਬਹੁਤ ਵਧੀਆ ਕੁਐਸਚਨ ਵੀ ਪੁੱਛੇ ਆ ਕਈ ਜਗ੍ਹਾ ਤੇ, ਕਈ ਸ਼ੁਗਲ ਵੀ ਹੋ ਗਿਆ ਸਾਡਾ, ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਭਾਗ ਲੈਣ ਦੀਆਂ। ਤੇ ਅਸੀਂ ਇੱਥੇ ਕਰਦੇ ਸਮਾਪਤੀ ਜੀ, ਤੇ ਕੱਲ ਨੂੰ ਫੇਰ ਇਸੇ ਤਰ੍ਹਾਂ ਜੁਆਇਨ ਹੋਵਾਂਗੇ ਜੀ ਇੰਗਲੈਂਡ ਦੇ 2 ਵਜੇ ਦੇ ਟਾਈਮ ਤੇ। ਤੇ ਸਾਡੇ ਨਾਲ ਆਪਣੇ ਕਰਮਜੀਤ ਸਿੰਘ ਵੀ ਨਾਗਪੁਰ ਤੋਂ ਹੈਗੇ ਆ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ। ਤੇ ਕੱਲ ਨੂੰ ਵੀ ਤੁਸੀਂ ਜਿੰਨੇ ਜਣੇ ਵੀ ਜੁੜ ਸਕਿਓ ਤੇ ਆਇਓ 2 ਵਜੇ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।